ਸਾਜੀ ਇਹ ਵੀ ਸ਼ਾਹੀ ਕਿਲੇ ਵਾਲ ਵੇਖ ਕੇ ਕਹੀਏ ਕਿ ਮੈਂ ਇੱਥੇ ਵੀ ਪਹਿਲੇ ਆਇਆ। ਇੱਕ ਬੰਦਾ ਕਹਿੰਦਾ ਇੱਥੋਂ ਹੀ ਤੇ ਤੈਨੂੰ ਉਹਨਾਂ ਨੇ ਖੜ ਕੇ ਭਾਲਿਆ। ਨਹੀਂ ਜਿਹੜੀ ਸ਼ਾਹੀ ਕਿਲੇ ਤੋਂ ਬਾਹਰੋਂ ਆਵਾਜ਼ ਨਹੀਂ ਸੀ ਆਉਂਦੀ, ਅਬਾਸ ਲੰਘਿਆ ਤੇ ਬਾਸ ਨੂੰ ਏਦਾਂ ਲੱਗਾ ਮੈਨੂੰ ਆਵਾਜ਼ ਆਉਂਦੀ ਤੇ ਦੌੜ ਗਿਆ ਘਰ ਦਾ ਬਾਕੀ ਨਾ ਮੈਂ ਤੈਨੂੰ ਆਵਾਜ਼ਾਂ ਦਿੰਦਾ ਰੁਕੇ ਹੀ ਨਹੀਂ ਹੈ। ਮੈਂ ਤੈਨੂੰ ਆਵਾਜ਼ਾਂ ਮਾਰਦਾ ਮਰ ਗਿਆ। ਸਾਜੇ ਵੀ ਸ਼ਾਹੀ ਕਿਲੇ ਦੇ ਅੱਗੋਂ ਲੰਘਿਆ। ਅੱਛਾ ਜੀ। ਇਹਨੂੰ ਲੱਗੇ ਵੀ ਯਾਰ ਮੇਰਾ ਇੱਥੇ ਕੋਈ ਹੈ ਤਲਕ। ਇਹ ਗਿਆ, ਇਹਨੇ ਆਪਣੀ ਹਿਸਟਰੀ ਬੋਲੀ ਤੇ ਪਤਾ ਲੱਗਾ ਜੋਧਾ ਬਾਈ ਦੀ ਨਨਾਣ ਦਾ ਮੁੰਡਾ ਵਾ। ਕਹਿੰਦਾ ਮੈਨੂੰ ਸ਼ਾਹੀ ਕਿਲੋ ਬਾਦਾ ਹੁੰਦੀਆਂ ਤੇ ਪੁਲਿਸ ਨੇ ਘੇਰਿਆ ਉਹ ਲਾਲ ਕਰੜੇ ਹਿੱਲੀ ਨਾ ਮਿੱਠੇ। अस्सलाम वालेकुम नाज़रीन, टी टाइम में खुश आमदीद है। नाज़रीन खुश रहो, हर खुशी है तुम्हारे लिए, छोड़ दो आंसुओं को हमारे लिए, छोड़ दो आंसुओं को हमारे लिए, खुश रहो। टी टाइम में खुश आमदीद। नाज़रीन मर जाओगे तो याद ही करांगे, यकीन करो। ਉਹ ਭਾਜੀ मैं मर गया तो तुसी याद ही करोगे। ਪੁੱਠਾ ਕਹਿ ਜਾਂਦੇ ਹਰ ਵਾਰੀ। ਤੇ ਯਾਰ ਉਹਨਾਂ ਨੇ ਨਹੀਂ ਮਰਨਾ, ਨਹੀਂ ਉਹ ਅਸੀਂ ਨਹੀਂ ਮਰਨਾ। ਇਦਾਂ ਨਹੀਂ ਨਾ ਕਹੀਦਾ ਹੁੰਦਾ। ਸਾਰਿਆਂ ਦਾ ਤੇਰੇ ਜ਼ਮੀਰ ਵਾਲਾ ਹਾਲ ਹੋਣਾ ਹੀ ਹੋਣਾ ਇੱਕ ਦਿਨ, ਮਰਨਾ ਸਾਰਿਆਂ ਨੇ। ਨਹੀਂ 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 ਮੇਰਾ ਜ਼ਮੀਰ ਜ਼ਿੰਦਾ ਜ਼ਿੰਦਾ ਬਿਲਕੁਲ ਜ਼ਿੰਦਾ। ਲੇਕਿਨ ਉਹ ਧਮੂਆ ਟੈਪ ਜਿਹਾ ਵਾ ਨਾ ਆ ਕੋਮੇ ਚ, ਉਹ ਪਤਾ ਨਹੀਂ ਕਦੋਂ ਜਾਗੇ। ਉਹਨੂੰ ਗੋਲੀ ਲੜ ਗਈ ਸੀ। ਅੱਛਾ ਜੀ, ਕੱਲ ਦੇ ਸ਼ੋਅ 'ਚ ਤੁਸੀਂ ਨਹੀਂ ਸੀ ਆਏ, ਹਾਏ ਹੁਣ ਉਹ ਪੇਸ਼ ਕਰ ਦਿਓ ਆਪਣੀ ਦਲੀਲ। ਉਸਤਾਦ ਜੀ ਦਲੀਲ ਪੇਸ਼ ਕਰ ਦਿਓ ਕਿ ਉਸਤਾਦ ਨੇ ਕਿਹਾ ਸੀ ਆਲੂ ਪਾਲਕ ਤੇ ਚਿਕਨ ਆਲੀ ਬਣਾ ਕੇ ਲਿਆ ਤੇ ਮੈਂ ਲੈ ਕੇ ਆਇਆ, ਬਹੁਤ ਮਜ਼ੇਦਾਰ ਸੀ, ਜੈਨੂਇਨ। ਲੇਕਿਨ ਮੈਂ ਇੰਨੇ ਆਲੂ ਨਹੀਂ ਸੀ ਕਿ ਵੀ ਆਲੂ ਸਾਰੇ ਆਲੂਆਂ ਦੇ ਨਾਲੋਂ ਮੈਂ ਪਾਲਕ ਪੂੰਝ ਕੇ ਖਾਧੀ। ਇੰਨੇ ਆਲੂ ਆਲੂ ਮੈਂ ਫੜ ਲੈਣਾ ਸੀ ਇੰਜ ਵੀ ਇੰਨੇ ਆਲੂ ਤੇ ਬੋਟੀਆਂ ਦੋ ਤੇ ਇਕੱਠਿਆਂ ਥੋਣਾ ਪਿਆ। ਅੱਲਾ ਮਾਫੀ ਦੇ, ਕੈਸੇ ਹੋ ਤੁਸੀਂ ਮਾਸ਼ਾਅੱਲਾ। ਯਾਰ ਮੈਂ ਜੈਨੂਇਨ ਨਾਜ਼ਰੀਨ ਕਹਿ ਰਿਹਾ ਵੀ 2.5 ਕਿਲੋ ਆਲੂ, ਪਾਈਆ ਪਾਲਕ ਤੇ 125 ਰੁਪਏ ਦਾ ਮੁਰਗਾ। ਇੱਕ ਬੋਟੀ ਸੀਬ ਨੇ ਖਾਧੀ, ਇੱਕ ਮੈਂ ਖਾਧੀ ਤੇ ਕੰਡ ਛਿੱਲੀ ਗਈ ਸਜਣਾ। ਇਹ ਕਿੱਥੇ ਵਿੱਚ ਆ ਗਏ ਬਾਈ ਮੈਂ ਹਾਲੇ ਵੀ ਸਾਲਨ ਦਿਨ ਦਾ ਦੇਣਾ, ਸਾਰੀ ਪਲੇਟ ਮੈਂ ਖਾਲੀ ਕਰਤੀ ਆ, ਆਲੂ ਹਾਲੇ ਵੀ ਉਹਦੇ ਵਿੱਚ ਆਏ ਨੇ। ਉਹ ਤੇ ਤੁਸੀਂ ਅਸੀਂ ਬਾਈ ਨੇ ਕਿਹਾ ਆਲੂ ਜ਼ਿਆਦਾ ਪਾਈ। ਓਏ ਆਲੂ ਕਚਾਲੂ ਉਹਦੇ ਹੋ ਗਿਆ ਇੰਨੇ, ਯਾਰ ਇੰਨੇ ਆਲੂ ਸਾਜੀ ਨੇ ਕਸਮ। ਓਏ ਯਾਰ ਅੱਛਾ ਲੋਕੀ ਪਾਲਕ ਚ ਆਲੂ ਪਾਉਂਦੇ ਨੇ, ਆਲੂਆਂ ਚ ਇੰਨੀ ਕੁ ਪਾਲਕ ਪਾਈ ਸੀ, ਯਕੀਨ ਕਰੋ। ਨਿਸ਼ਾਨਦੇਹੀ ਕੀਤੀ ਵੀ ਮੈਂ ਆਲੂ ਪਾਲਕ ਨੂੰ ਚੂਸ ਕੇ ਆਲੂ ਫਿਰ ਸਾਈਡ ਤੇ ਰੱਖ ਦਿੰਦੇ। ਸਾਜੀ ਤੁਸੀਂ ਸ਼ੇਖ ਹੈਗੇ ਹੋ, ਪਤਾ ਤੁਸੀਂ ਹਾਂਡੀ ਪਕਾਉਂਦੇ ਹੋ ਨਾ, ਜਿਸ ਤੇਲ 'ਚ ਪਕਾਉਂਦੇ ਹੋ ਤੇਲ ਫਿਰ ਨਿਚੋੜ ਕੇ ਰੱਖ ਲੈਂਦੇ, ਤੁਹਾਡਾ ਪਤਾ ਪੂਰੀ ਦੁਨੀਆ ਐਸੀ ਕਰਦੀ ਭਾਈ। ਨਹੀਂ ਕਰਦੇ। ਅੱਛਾ ਹਾਂਡੀ ਪਕਾ ਕੇ ਤੇਲ ਰੋੜ ਦਿੰਦੇ ਲੋਕੀ। ਆ ਟਿੱਕੀਆਂ ਬਣਦੀਆਂ ਨੇ, ਵੱਡੀ ਤੇ ਟਿੱਕੀਆਂ ਬਣਦੀਆਂ ਕੀਮੇ ਵਾਲੀਆਂ, ਉਹ ਚ ਘਿਓ ਹੁੰਦਾ ਜੋ ਮੁੱਕੀ ਜਾਂਦਾ ਹੋਰ ਪਾਈਦਾ, ਔਰ ਉਹੀ ਜਿਹੜਾ ਤਵੇ ਤੇ ਘਿਓ ਹੁੰਦਾ ਉਹ ਫਿਰ ਇੱਕ ਭਾਂਡੇ ਚ ਬੁੱਢੀਆਂ ਪਾ ਲੈਂਦੀਆਂ ਨੇ, ਤਵਾ ਵੇਲਾ ਕਰਕੇ ਰੋਟੀਆਂ ਪਕਾ ਕੇ ਦੁਬਾਰਾ ਪਾ ਕੇ ਉੱਤੇ ਕਰਕੇ ਨਿਜ਼ਾਮ ਕਰ ਦਿੰਦੀਆਂ। ਇਹ ਕੋਈ ਦਲੀਲ ਨਹੀਂ ਸੀ ਬੇਟੇ। ਮੈਂ ਵੀ ਤਾਂ ਬੜੇ ਸੋਹਣਾ ਪਕਾ ਕੇ ਲੈਂਦਾ, ਮੈਨੂੰ ਤੁਸੀਂ ਦਾਤ ਤੇ ਦਿਓ। ਨਿਦਾ ਫਾਜ਼ਲੀ ਇੱਕ ਸ਼ਾਇਰਾ ਗੁਜ਼ਰੀਆਂ ਨੇ, ਕਮਾਲ। ਵਾਹ ਵਾਹ। ਨਿਦਾ ਫਾਜ਼ਲੀ ਉਹਨਾਂ ਦੀ ਗਜ਼ਲ ਬਹੁਤ ਸਾਰੇ ਲੋਕਾਂ ਨੇ ਗਾਈ, ਲੇਕਿਨ ਪੰਕਜ ਉਦਾਸ ਸਾਹਿਬ ਨੇ ਜਿਹੜੀ ਉਹਦੀ ਕੰਪੋਜੀਸ਼ਨ ਗਾਈ ਉਹ ਬਹੁਤ ਅੱਛੀ ਕੰਪੋਜੀਸ਼ਨ, ਕਿਉਂਕਿ ਪੰਕਜ ਉਦਾਸ ਸਾਹਿਬ ਉਹ ਕਲਾਸੀਕਲ ਟਾਈਪ ਸਿੰਗਰ, ਉਹਨਾਂ ਨੇ ਘੱਟ ਗਾਇਆ, ਉਹਨਾਂ ਨੇ ਸਿੱਧੇ ਸਿੱਧਾ ਗਾਇਆ, ਜ਼ਿਆਦਾ ਸ਼ਰਾਬੀ ਗਜ਼ਲਾਂ ਤੋਂ ਮਸ਼ਹੂਰ ਨੇ। ਜਾਂ ਗਜ਼ਲ ਯਾਨੀ ਇੱਕ ਔਖੀ ਗਜ਼ਲ ਨਹੀਂ ਉਹਨਾਂ ਨੇ ਗਾਈ, ਲੇਕਿਨ ਉਹਨਾਂ ਦੀ ਆਵਾਜ਼ 'ਚ ਇੱਕ ਜਿਹੜੀ ਮਲੈਮੀਅਤ ਸੀ ਨਾ ਪੰਕਜ ਉਦਾਸ ਸਾਹਿਬ ਦੀ, ਹਾਲੇ ਵੀ ਹੈ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਹੈ ਨੇ ਨਾ ਪੰਕਜ ਉਦਾਸ, ਵੀ ਕਮਾਲ ਸ਼ਖਸੀਅਤ, ਖੂਬਸੂਰਤ ਉਹਨਾਂ ਦੀ ਸੀ। भाई दीवारों दर से उतर के तन्हाइयां बोलती हैं, निदा फाजली साहब सलूट आपको। दीवारों दर से उतर के परछाइयां बोलती हैं, दीवारों दर से उतर के परछाइयां बोलती हैं, कोई नहीं बोलता जब तन्हाइयां बोलती। वाह 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 वाह, क्या बात। दीवारों दर से उतर के परछाइयां बोलती, कोई नहीं
बोलता जब तन्हाइयां बोलती हैं, मौसम कहाँ मानता है वाह वाह तहजीब की बंदिशों को, वाह वाह वाह। मौसम कहाँ मानता है तहजीब की बंदिशों को, हाय हाय जिस्मों से बाहर निकल के अंगड़ाइयां बोलती। वाह 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 वाह। क्या कहने सर। ਇਹਦਾ ਮੈਨੂੰ ਤੂੰ ਤਰਜਮਾ ਦੱਸ ਦੇ, ਮਤਲਬ मीनिंग्स ਦੱਸ ਦੇ आसान उर्दू ਚ कि मौसम कहां मानता है तहजीब की बंदिशों को, ਓਏ हाँ बिल्कुल। जिस्मों से बाहर निकल के अंगड़ाइयां बोलती हैं। ਲੈ ਤਾਂ ਮੈਨੂੰ ਦੱਸ ਦੇ ਕੀ ਮਤਲਬ। यानी पाकिस्तान मैं 8 पढ़िया तू 12 पढ़िया 14 पढ़े 14 पढ़िया मैं 8 पढ़िया, ਲੈ ਤਾਂ मतलब ਦੱਸ ਦੇ। पढ़े की पढ़े मौसम कहां मानता है तहजीब की बंदिशों को। ये 4 मौसम है जी पाकिस्तान च। ठीक है जी, शायर कहता भी मौसम की बंदिशों को तहजीब कौन मानदा। ठीक है। ਤੇ ਜਿਸਮੋਂ ਸੇ ਬਾਹਰ ਨਿਕਲ ਕੇ ਬਾਹਰ ਜਿਹੜਾ ਜਾਂਦੇ ਮਤਲਬ ਘਰੋਂ ਬਾਹਰ ਜਾਂਦੇ ਜਦੋਂ ਹਾਂ ਤੇ ਮਤਲਬ ਬਾਹਰ ਜਾ ਕੇ ਅੰਗੜਾਈਆਂ ਬੋਲਦੀ ਹੈ, ਅੰਗੜਾਈਆਂ ਬੋਲਦੀਆਂ ਵੀ ਉੱਥੇ ਜਾ ਕੇ ਜਦੋਂ ਬੰਦੇ ਕੜਾਕੇ ਕੱਢਦਾ ਐ ਕਰਕੇ ਕੜਕ 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 ਤੇ ਪਿੱਛੋਂ ਲੋਕ सर ਸੁਣਦੇ। आप बताएं मौसम कहां मानता है तहजीब की बंदिशों को। ਸ਼ਹਿਰ ਦੀ ਮੁਰਾਦ ਇੱਥੇ ਇਹ ਬਾਜੀ ਕਿ ਜਦੋਂ ਬੰਦੇ ਨੂੰ ਆਵਾਸੀ ਦਾ ਮਤਲਬ ਆ ਅੰਗੜਾਈ, ਅੰਗੜਾਈ ਦਾ ਮਤਲਬ ਆਵਾਸੀ, ਵੀ ਇਹ ਜਦੋਂ ਆਵਾਸੀ ਆਉਣੀ ਆ ਵੀ ਉਹ ਨਹੀਂ ਕੱਪੜੇ ਕੁੱਪੜੇ ਤੋਂ ਬਾਹਰ ਹੋ ਜਾਂਦਾ ਕੰਮ, ਉਹ ਤਜੀਬ ਨਹੀਂ ਮੰਨਦਾ। तयीब नहीं मानता जी, तयीब जी तयीब वो नहीं मानता। अच्छा ते नहीं मौसम कहाँ मानता है तहजीब की बंदिशों को। तू दूजी लाइन का तर्जमा करता, मैं तेरे पहली दसी जिस्मों से बाहर निकल। अच्छा आपका मौका आ गया। ਪਹਿਲੀ ਤਾਂ ਵੀ ਹੋਏਗਾ ਸਾਡੇ ਕੋਲ जी मौसम कहाँ मानता है। ਹਾਂ ਵੀ ਤੁਸੀਂ ਜਿੰਨਾ ਮਰਜ਼ੀ ਲੈਂਟਰ ਪਾ ਲਓ, ਤੁਸੀਂ ਗਾਡਰ ਪਾ ਲਓ, ਟੀਅਰ ਬਾਲੇ ਪਾ ਲਓ, ਜਿੰਨਾ ਮਰਜ਼ੀ ਕੁਝ ਲਓ, ਜਿਹੜੀ ਠੰਡ ਤੁਹਾਨੂੰ ਲੱਗਣੀ ਉਹ ਲੱਗਣੀ ਵਾਹ ਜੀ ਵੀ ਮੌਸਮ ਨੇ ਯਾਨੀ- ਤੁਹਾਡੀ ਮੰਨਣੀ ਇਹ तहजीब की बंदिशां ਨੂੰ ਨਹੀਂ, ਕੱਖ ਵੀ ਨਹੀਂ, ਭਾਵੇਂ 2 ਪੀਸ ਪਾ ਲਓ ਭਾਵੇਂ ਪੈਂਟ ਕੋਟ, ਉਹ ਲੱਗਣੀ ਠੰਡ। आप बताएं मौसम कहाँ मानता है। ਵੇਖਿਆ ਇਹਦਾ ਕਿਉਂ ਵੇਖਿਆ ਪਹਿਲੇ ਮੈਂ ਲੈਂਜ ਕੀਤਾ ਤੇ ਤਾਜੀ ਮੈਂ ਇਹਨੂੰ ਕਹਿਣ ਲੱਗਾ ਸੀ ਜਿੰਨੀ मौसम ਨੂੰ ਛੱਡ ਦਿਓ, ਬਾਅਦ ਚ ਪੁੱਛਾਂਗਾ, ਤੂੰ ਆਪਣਾ ਮੌਕਫ ਦੇਣਾ। मौसम कहाँ मानता है तहजीब की बंदिशों को। ਬੰਦਿਸ਼ੋਂ ਕੋ ਤਦੀਬ ਦੀ ਬੰਦਿਸ਼ੋਂ ਕੋ, ਇਹ ਜਿਹੜੀ ਉਹ ਬੰਦਿਸ਼ਾਂ ਲਾਂਦਾ ਨਾ, ਪਾਬੰਦੀਆਂ ਲਾਂਦਾ, ਉਹ ਨਹੀਂ ਮੰਨਦਾ ਮੌਸਮ। ਹਾਂ ਬਰਸ ਜਾਂਦਾ ਆ, ਖਰਾਬ ਹੋ ਜਾਂਦਾ। ਅਗਲੀ ਕੀ ਲੈਣ ਸੀ, जिस्मों से बाहर निकल के हाँ, अंगड़ाइयां बोलती है। ਹਾਂ ਜਿਸਮੋਂ ਸੇ ਬਾਹਰ ਨਿਕਲ ਕੇ ਅੰਗੜਾਈਆਂ। ਉਹ ਕਹਿੰਦਾ ਜਿਸਮ ਚੋਂ ਬਾਹਰ ਨਿਕਲ ਕੇ ਨਾ, ਜਦੋਂ ਮੈਂ ਕਿਤੇ ਰਾਹ ਤੇ ਜਾਂਦਿਆ ਹੁਣਾ, ਫਿਰ ਮੇਰੇ ਅੰਗ ਚੋਂ ਹੀ ਮਤਲਬ ਨਿਕਲਦਾ ਆ, ਅੰਗੜਾਈਆਂ ਬੋਲਦੀ। ਹਾਂ ਇਦਾਂ ਹੀ ਹੁਣ ਇਸ ਤੋਂ ਗਾਂ ਕੀ ਹੁਣ ਇਲਮ ਦਾ ਮੰਬਾ ਤੇ ਕਹਿੰਦਾ ਅਗਲੀ ਕੀ ਸੀ ਲੈਣ, ਜਿਸਮੋਂ। ਲਓ ਜੀ ਇਹ ਨਿਤਾ ਫਾਜ਼ਲੀ ਸਾਹਿਬ ਦੇ ਜ਼ਿਹਨ ਚ ਵੀ ਨਹੀਂ ਹੋਣਾ, ਯਕੀਨ ਕਰੋ। ਲੇਕਿਨ ਉਹਨਾਂ ਕੋ ਕਿਤੇ ਹੋ ਗਈ ਆ ਵੱਡੀ ਗੱਲ, ਲੇਕਿਨ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਦਾ ਮਤਲਬ ਕਿ ਇਹ ਸੀ ਮੈਡਮ ਮਤਲਬ। अगर नीता फाजली साहब का मौकफ अब्बास फासला साहब का भी देखो सर दाने से मुझे उम्मीद है कुछ बताएगा। मौसम कहाँ मानता है तहजीब की बंदिशों। ਹਾਏ 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 ਕਿ ਮੌਸਮ ਜਿਹੜਾ ਵਾ ਉਹ ਜਿਹੜਾ ਅੰਦਰ ਦਾ ਮੌਸਮ ਆ, ਜਿਹੜਾ ਤੁਹਾਡੀ ਜਵਾਨੀ ਦਾ ਮੌਸਮ ਆ, ਉਹਨੂੰ ਕੋਈ ਪਾਬੰਦੀ ਨਹੀਂ ਲਾ ਸਕਦਾ ਕੋਈ, ਤੇ ਜਿਸਮਾਂ ਚੋਂ ਫਿਰ ਜਿਹੜੀ ਉਹ ਕੈਦ तहजीब किथे। तहजीब जो मौसम कहाँ मानता है तहजीब की हाँ बंदिशों। जी, जो वो घर में आपकी जो महज़ब एक माहौल है, उसको आपके दिल का मौसम नहीं मान रहा, तो फिर वो अंगड़ाइयां आपके जिस्म से निकल के बाहरों गली जो है अंगड़ाइयां हो के वापस आई। यार क्या कहने भी इस अंदर हुण वालिद साहब ही हुंदे ने, दूसरे भैन भरा नहीं, और वो बाहर। यस क्योंकि निदा फाजली एक फीमेल है, उन्होंने शायद लिखने से पहले कोई उनको रेफरेंस मिला हो अपने घर का। हमारी माशाल्लाह बच्ची, अल्लाह उनकी जिंदगी करे, बहनें हमारी, बताया उन्होंने ये बताया है कि जब जवानी आती है तो हमारा तहजीब का एक मुआशरा है जिसमें तहजीब है, भाई हैं जवान, बाप है, रिश्तेदार हैं, कजन हैं, चाचू हैं, तो एक लड़की पे जब जवानी आती है तो वो सिमटी होती है, दुपट्टा, ये वो चार दीवारी, ये वार चीज है ना। बिल्कुल बिल्कुल। लेकिन क्योंकि जवानी जवानी होती है, हर किसी पे आती है, उसका एक जोश होता है। फिर कुछ मौसम ऐसे आते हैं जिसमें वो अटैचमेंट होती है जवान लोगों की मौसम के साथ। तो उन्होंने कहा है कि मौसम कहाँ मानता है तहजीब की बंदिशों को। वाह वाह, जिस्मों से बाहर निकल के अंगड़ाइयां बोलती हैं। वाह 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 वाह। क्या गहरी। ओ हो ये थे। फिर उन्होंने कहा है कुछ जैसे मैं नादरिन जाना ना शाही किला, या मैं किसी पुराने मकामात ते जावां जिथे सुनिया इत्थे किसी दौर च आ हुंदा सी, शाही किला ज्यादा मैं फील कीता। मैनू
ਕੁਝ ਲੋਕਾਂ ਦੀ ਆਪਣੀ ਇੱਕ ਨੇਚਰ ਹੁੰਦੀ ਹੈ, ਉਹ ਖੋ ਜਾਂਦੇ ਨੇ। ਮਤਲਬ ਤੁਸੀਂ ਤਾਂ ਕਹੋ ਨਾ ਇੱਥੇ ਬਾਦਸ਼ਾਹ ਘੋੜੇ ਬੰਨਦਾ ਹੁੰਦਾ ਸੀ, ਤੇ ਇਮੇਜਿਨ ਕਰਨਾ ਜਿਹੜਾ ਨਾ ਹਰ ਬੰਦੇ ਦਾ ਆਪਣਾ ਵੋਲੀਅਮ ਹੁੰਦਾ ਇੱਕ, ਕਿ ਕੋਈ ਉਹਦੇ ਕਿੰਨਾ ਕੁ ਕਰੀਬ ਉੱਥੇ ਖਲੋ ਕੇ ਜਾ ਸਕਦਾ। ਮੈਨੂੰ ਘੋੜਿਆਂ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਨੇ, ਮਤਲਬ ਮੈਂ ਇੰਨਾ ਕਰੀਬ ਚਲਾ ਜਾਂਦਾ, ਮੈਨੂੰ ਉੱਥੇ ਫਿਰਦੇ ਤੁਰਦੇ, ਹਰ ਕਿਸੇ ਨਾਲ ਹੁੰਦਾ ਹੋਏਗਾ, ਫਿਰਦੇ ਤੁਰਦੇ ਨਜ਼ਰ ਆਉਣ ਲੱਗ ਪੈਂਦੇ ਨੇ। ਠੀਕ ਹੈ, ਇੱਕ ਖੂਹ ਤੇ ਸੀ ਜੀ, ਐ ਸੁਰੰਗ ਆ ਜੀ, ਇਹ ਖੂਹ ਆ ਜਿੱਥੋਂ ਪਾਣੀ ਭਰਦੇ ਸੀ, ਮੈਨੂੰ ਉਹਦੇ ਲਾਗੇ ਉਹ ਫਰਾਕ ਜੇ ਪਾ ਕੇ ਬੰਦੇ ਬਾਦਸ਼ਾਹ ਦੇ ਉਹ ਪਾਣੀ ਭਰਦੇ ਨਜ਼ਰ ਆ ਜਾਂਦੇ ਨੇ। ਔਰ ਇਸ ਟਾਈਮ ਸ਼ਾਹੀ ਕਿਲਾ ਤੁਸੀਂ ਚਲੇ ਜਾਓ, ਜਾਂ ਕੋਈ ਵੀ ਇਸ ਤਰ੍ਹਾਂ ਦੀ ਬਾਦਸ਼ਾਹ ਜਾਂ ਕੋਈ ਵੀ ਕਦੀਮੀ, ਦੀਵਾਰਾਂ ਟੁੱਟੀਆਂ ਨੇ, ਮਤਲਬ ਬਸੀਦਾ ਟਾਈਪ ਨਿਜ਼ਾਮ, ਇੱਥੇ ਬਾਦਸ਼ਾਹ ਬਹਿੰਦਾ ਸੀ, ਇੱਥੇ ਆਇਆ ਸੀ, ਇੱਥੇ ਆਇਆ ਸੀ। ਠੀਕ ਹੈ, ਜਾਂ ਮੈਂ ਮੁਲਤਾਨ ਗਿਆ ਸੀ ਆਪਣੇ ਘਰ, ਜਿਹੜਾ ਮੇਰੇ ਆਬਾਓ ਅਜਦਾਦ ਦਾ ਘਰ ਸੀ, ਉਹਨਾਂ ਨੇ ਸੇਲ ਕਰ ਦਿੱਤਾ, ਜਿੱਥੇ ਮੈਂ ਰਿਹਾ ਪਲਿਆ, ਮੇਰੇ ਦਾਦਾ ਜੀ ਉੱਥੇ, ਚਾਚੇ ਉੱਥੇ, ਫੁੱਫੀਆਂ ਉੱਥੇ, ਤੇ ਮੈਂ ਉਹ ਤੁਹਾਡੇ ਸਾਹਮਣੇ ਇੱਕ ਸ਼ੋਅ ਦੇ ਵਿੱਚ ਫਿਰ ਜਿਹਨੇ ਉਹ ਖਰੀਦਿਆ ਸੀ ਉਹਦੀ ਦੁਕਾਨ ਤੇ ਗਿਆ, ਵਾਨ ਵਾਲੀ ਦੁਕਾਨ ਸੀ। ਮੈਂ ਕਿਹਾ ਚਾਚਾ ਜੀ, ਚਾਚੂ ਘਰ ਤੁਸੀਂ ਲਿਆ ਸੀ? ਬਜ਼ੁਰਗ ਉਹਨਾਂ ਨੇ ਕਿਹਾ ਹਾਂਜੀ। ਤੇ ਮੈਂ ਕਿਹਾ ਜੀ ਮੈਂ ਦੇਖਣਾ ਚਾਹ ਰਿਹਾ ਅੰਦਰੋਂ, ਉਹਨੂੰ ਢਾਇਆ ਤਾਂ ਨਹੀਂ? ਉਹਨਾਂ ਨੇ ਕਿਹਾ ਜੀ ਨਹੀਂ, ਸੇਮ ਉਂਝੀ ਆ, ਲੇਕਿਨ ਮੈਂ ਤਾਲਾ ਲਾਇਆ, ਗੋਦਾਮ ਬਣਾਇਆ, ਕਿਉਂਕਿ ਛੱਤਾਂ ਛੁੱਤਾਂ ਬਹੁਤ ਬਸੀਦਾ ਨੇ, ਉੱਪਰ ਜਾ ਨਹੀਂ ਸਕਦੇ, ਸੀੜੀਆਂ ਬਹੁਤ। ਮੈਂ ਕਿਹਾ ਜੀ ਮੈਂ ਉੱਥੇ ਜਾਣਾ ਚਾਹ ਰਿਹਾ। ਉੱਥੇ ਦੀਆਂ ਮੇਰੇ ਕੋਲ ਯਾਦਾਂ ਹੈ ਨੇ, ਮੈਨੂੰ ਯਾਦ ਆ ਮੈਂ ਉਸ ਘਰ ਦੇ ਅੰਦਰ ਵੜਿਆ ਸਰ, ਮੈਨੂੰ ਮੇਰੀਆਂ ਫੁੱਫੀਆਂ ਦੀਆਂ ਆਵਾਜ਼ਾਂ ਆਈਆਂ ਨੇ ਬੋਲਦੀਆਂ ਦੀਆਂ, ਮੈਨੂੰ ਮੇਰੇ ਦਾਦੇ ਦੀ ਆਵਾਜ਼ ਆਈ, ਮੈਨੂੰ ਮੇਰੀ ਮਾਂ ਦੀ, ਮੇਰੇ ਪਿਓ ਦੀ ਆਵਾਜ਼ਾਂ ਸੁਣੀਆਂ ਨੇ ਮੈਂ। ਤੇ ਨਿਦਾ ਫਾਜ਼ਲੀ ਸਾਹਿਬ ਇਸੇ ਹੀ गजल का एक शेर है, सुनने की मोहलत मिले तो आवाज है पत्थरों में। वाह 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 वाह। सुनने की मोहलत मिले तो आवाज है पत्थरों में, उजड़ी हुई बस्तियों में आबादियां बोलती। वाह 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 वाह, बड़ी गल करके। उजड़ी हुई बस्तियों में। आई एम नॉट ओनली कॉमेडियन, मैं कॉमेडियन नहीं हूं सिर्फ, मैं सही बता दूं, मेरे अंदर मेरे अंदर शेक्सपियर भी है, मेरे अंदर मंटो भी साहब भी है, मेरे अंदर इश्तियाक अहमद यूसुफी साहब भी हैं, फिर इश्तियाक ही होना था, मुश्ताक अहमद यूसुफी साहब भी हैं, मेरे अंदर बुर्ज खलीफा भी है। अच्छा जी, हाँ, मेरे यानी उसकी मेरे अंदर हर वो थोड़ा थोड़ा शख्स है जिसने लाइफ में कुछ, मैं ओनली मेरे अंदर मिस्टर बीन भी है थोड़ा सा, मेरे अंदर थोड़े से अमानुल्लाह साहब भी हैं, थोड़े से रंगीला साहब भी हैं, थोड़े से, मैं एक मुकम्मल पैकेज पैदा हुआ हूँ। क्या बात है यार, क्या बात, यस मननेबल, यस। ये और मेरे अंदर हल्का सा छोटा सा कोई सूफी भी है। सूफी भी है जी, सूफी वो कितने ਉਹ ਕਦੀ ਨਜ਼ਰ ਨਹੀਂ ਆਇਆ। ਤੁਸੀਂ गौर करो, ਤੁਹਾਨੂੰ नजर आंदा विच विच हर चीज। आ यार सूफी आंदा, मैं सिर्फ कॉमेडियन नहीं हूँ, अरे क्या कहना ऐ दुनिया वालों, क्या हूं मैं, देख लो मुझको कि तुम जैसा हूं मैं। वाह वाह। मसूद राणा साहब क्या कहते हैं? सवाल थी सूफी मेरा। ਦੀ ਝਲਕ ਨਜ਼ਰ ਆਂਦੀ ਹੈ ਅਕਸਰ, ਲੇਕਿਨ ਉਹ ਸਮਝਣ ਵਾਲਿਆਂ ਨੂੰ ਆ ਜਾਂਦੀ ਹੈ। नहीं सारे होंगे हर बंदे च, हाँ जी। मेरे में थोड़ा सारे हैं, मैंने सबको देखा है, सबको पढ़ा नहीं है, देखा ज्यादा मैंने। ਤੁਸੀਂ ਮੁਤੰਜਨ ਹੋ, ਯਾਨੀ ਕਿ मैं मुतंजन हूँ आर्टिस्टों का, आए हाय। फाइनल प्रोडक्ट है हम। यानी आर्टिस्ट ਦਾ ਸ਼ੇਡ ਕਾਰਡ ਹੋ ਤੁਸੀਂ। यस, ਮੇਰੇ ਅੰਦਰੋਂ ਲੱਭ ਲੋ ਕਿਤੇ ਤੁਹਾਨੂੰ ਮਿਸਟਰ ਬੀਨ ਨਜ਼ਰ ਆਏਗਾ। ਉਹ ਮੈਂ ਸ਼ੋਅ ਕੀਤਾ ਸੀ ਨਾ ਲਾਲੇ ਦੇ ਨਾਲ, ਉਹ ਬੈਡਰੂਮ 'ਚ ਦੁਬਈ, ਜਿੱਥੇ ਉਹ ਸੁੱਤਾ ਹੁੰਦਾ ਤਾਂ ਮੈਂ ਕੱਪੜੇ ਇਸਤਰੀ ਕਰਦਾ, ਉਹ ਸਾਰੇ ਨੇ ਥੱਲੇ ਕਿਹਾ ਯਾਰ ਮਿਸਟਰ ਬੀਨ ਟੈਪ, ਮਿਸਟਰ ਬੀਨ ਜਾਨੀ ਭਾई, ਉਹ ਜਿਹਦੇ 'ਚੋਂ ਮੈਂ ਇਸਤਰੀ ਤੇ ਇਹ ਸਾਰਾ वो भी है मेरे अंदर जुगतबाजी वाला है निजाम है, मेरे अंदर एक्टिंग वाला निजाम भी है, मेरे अंदर एक स्पीकर भी है, मोटिवेशन। हाँ 12 इंच का। मैं क्या मोटिवेशनल कहते 12 इंच? नहीं मोटी कॉइल वाला स्पीकर, मोटी क्वालिफिकेशन। हाँ, उसके ऊपर थोड़ा ट्यूटर भी लगा हुआ है जहाँ भी आती है। मैं स्पीकर भी हूँ, मैं एक अच्छा टीचर भी बन सकता था, वो मेरे अंदर है थोड़ा। मैं एक वो मोटिवेशनल हूँ, मोटिवेशनल स्पीकर, मोटिवेशनल यकीन कर, अड्डी मोटिवेशनल स्पीकर हूँ मैं। हाँ यकीन कर। नहीं टीचर तो आप बहुत बेहतरीन। हाँ, मैं बात समझाता हूँ, मेरे में क्वालिटी अल्लाह ने रखी, मैं बात समझाता हूँ अगले तक पहुंचती है। हाँ वेरी गुड। मैं इसलिए क्या, मर जाओगे तो याद ही करांगे बाबा जी, भाजी ਤੁਸੀਂ क्या वो मर जाएंगे तो याद ही करोगे बाबा जी। हाँ जी, हर एक ने मरना है, ऐसा सीधा हर एक ने मरना है। याद करोगे तो मर हाँ जाओगे। हाँ, हमारे बीच में देखें, फैसल रामे कल होता था हमारे बीच में। सर ਇੱਥੇ ही हाँ, आज घर में है, टांग उसकी खराब हो गई बेचारी, आए लेकिन हाय ठीक हाय। हो रहा है बहुत। कल परसों मुझे कहता मैं आने लगा हूँ, मैं कहा खबरदार, मैं तेरी दूजी भी तोड़ देंगे तू दफ्तर आया। मामा तू दफ्तर आके
ਸਾਰੀ ਕੀਤੀ ਕਰਾਈ ਸਾਡੇ ਤੇ ਪਾ ਦੇਣਾ ਕਿ ਮੈਂ ਚੰਗਾ ਭਲਾ ਸੀ, ਦਫ਼ਤਰ ਖਰਾਬ ਹੋ ਗਿਆ। ਇਹ ਦਫ਼ਤਰ ਆਉਂਦਾ ਪਤਾ ਕਿਦੋਂ ਕਹਿੰਦਾ ਜੀ, ਜਦੋਂ ਇਹਦੇ ਕੋਲੋਂ ਪਹਿਲੇ ਕੋਈ ਗਲਤੀ ਹੋ ਜੇ ਨਾ, ਲੱਤ ਲੁੱਤ ਥੱਲੇ ਰੱਖ ਕੇ ਪੇਨ ਸ਼ੁਰੂ ਹੋ ਜੇ, ਇਹਨੂੰ ਹਿਸਾਬ ਲਾ ਰਿਹਾ ਤਾਂ ਮੈਂ ਕਿੱਥੇ ਪਾਉਣੀ ਹੈ। ਉਸਤਾਦ ਜੀ ਮੈਂ ਦਫ਼ਤਰ ਆ ਰਿਹਾ, ਮੇਰਾ ਦਿਲ ਹੀ ਲੱਗਦਾ। ਦਫ਼ਤਰ ਆ ਕੇ 10 ਮਿੰਟ ਬਹਿ ਕੇ ਜਾ ਕੇ ਕਹਿੰਦਾ ਉਸਤਾਦ ਜੀ ਬੇੜਾ ਕਰਕ ਹੋ ਗਿਆ, ਦਫ਼ਤਰ ਹੀ ਆਇਆ ਬਸ, ਸਾਰੀ ਪਿਛਲੀ ਮੇਰੇ ਤੇ ਪਾ ਦੇ। ਮੈਂ ਕਿਹਾ ਮੈਂ ਗੇਟ ਹੀ ਨਹੀਂ ਖੋਲਣਾ, ਦਫ਼ਤਰ ਆ ਤਾਂ ਸਹੀ, ਮੈਂ ਤੇਰੀ सारी स्कीमां समझ गया बेटे, सोची भी ना। अच्छा कल को आप मेरे पे कोई किताब थीसिस लिखेंगे मेरे पे आप? जी बनता है जी ਤੁਸੀਂ ਲੰਮੇ ਬਹੁਤ पूरी पिंडे ते लिख दे। नहीं मेरे पे कुछ, मुझे एक दो बंदों ने कहा था, एक इंडियन दिल्ली के मेरे बड़े अच्छे अनिल शर्मा साहब, मेरी कुछ देर उनसे बात हुई, अब नहीं हो रही, अब मैं करूंगा उनको मैसेज माजरत के साथ, वो मैं बस, तो उन्होंने, वो राइटर हैं बहुत अच्छे, वो लिखते हैं, उन्होंने मेरे से वादा किया था मैं तुम्हारी जिंदगी पे लिखूंगा। अब तो उनके पास और भी मजेदार कंटेंट आ गया होगा। हाँ जी मैं ਤੁਹਾਡੀ ਸੁਆਹੇ ਹਯਾਤ ਲਿਖਣੀ ਹੈ। ਕੀ ਸੁਆਹੇ ਹਯਾਤ? ਉਹ ਨਾ ਉਹ ਨਾ ਲਿਖੀ ਯਾਰ। ਯਾਰ ਇਦਾਂ ਦੀਆਂ ਗੱਲਾਂ ਤੇ ਨਹੀਂ ਲਈ, ਇਹ ਤੇ ਮੇਰੀ ਪਰਸਨਲ ਲਾਈਫ ਆ ਯਾਰ। ਨਹੀਂ ਹਮ ਪਰਸਨਲ ਨਹੀਂ ਸਾਜੀ ਸਾਰੀ ਮੇਰੀ ਸੁਆਵੇਂ ਹਯਾਤ ਲਿਖ ਦੇਣਾ। ਉਹਨੇ ਸੁਆਹੇ ਓਏ ਉਹੀ ਸੁਆਹੇ ਕੀ ਲਿਖਿਆ? ਨਹੀਂ ਨਾ, ਸਿਵਾਨ ਹੈ ਹਯਾਤ। हाँ ਉਹ ਨਸਵਾਨੀਅਤ ਦੇ ਤੋਂ ਉਹਨੇ ਕੱਢਿਆ ਹੀ। ਓਏ ਉਹ ਵਿੱਚੋਂ ਹੀ ਸਵਾਨੇ ਹਯਾਤ ਮੈਨੇ ਨਹੀਂ ਲਿਖਾਉਣੀ। ਠੀਕ ਹੈ ਸਾਜੀ, ਠੀਕ ਹੈ ਜੀ, ਸਵਾਨੇ ਹਯਾਤ ਨਹੀਂ ਮੈਂ ਲਿਖਾਉਣੀ। ਤੂੰ ਦੱਸ ਬਈ ਇਹ ਤਾਜੀ ਹੈ ਇਦਾਂ ਦਾ ਚਵਲ ਜਿਹਾ। ਉਹਨੇ ਕੀ ਕਿਹਾ ਵਾ? ਕੀ ਕਿਹਾ ਨੇ? ਪੀਂਗ ਤੇਲ ਸੁੱਤੀ। ਉਹ ਗੱਲ ਤੇ ਉਹ ਕਰਨ ਦਿਆ ਵਾ। ਉਹ ਇਹ ਨਹੀਂ ਕਹਿ ਰਿਹਾ ਸੀ ਸਾਜੀ ਕਿਤਾਬ ਲਿਖ ਤਾਜੀ ਫਰੀਦ ਹੀ ਕਹਿ ਰਿਹਾ ਸੀ, ਉਹ ਪੰਖ ਉਦਾਸ ਸਾਹਿਬ ਦਾ। ਕਿੱਥੇ ਦੀ ਉਹ ਪੰਕਜ ਉਦਾਸ ਸਾਹਿਬ, ਉਹ ਕਿੱਥੇ? ਓਹ ਜਿੱਥੋਂ ਅਸੀਂ ਸ਼ੁਰੂ ਹੋਏ ਸਾਂ। ਹਾਂਜੀ ਉਹਦੀ ਗੱਲ ਹੋ ਰਹੀ। हाँ पंकज उदास साहब दी, निदा फाजली दी। हाँ जी, जिस्मों से निकल के बाहर। ओए होए बड़ी गल ਵੱਡਾ ਫਰੇਮ। ਉਸਤਾਦ ਜੀ ਆਦਰ ਦਿਮਾਗੀ ਹੋਵੇ ਤੇ ਇਹੋ ਜੀ। ताजी ਇਹ ਹਾਲੇ ਮੈਂ ਗੱਲ ਕਰਨੀ ਸੀ, ਉਹਨੇ ਪਹਿਲੇ ਹੀ ਕਰ ਦਿੱਤੀ। ਚੱਲ ਕਦਮ ਮਿਲਾ। ਅੱਛਾ ਜੀ, ਨਸਵਾਨੀ ਕਿਤਾਬ ਤੋਂ ਮੇਰੀ ਲਿਖਣੀ ਸਿਵਾਹੇ ਹਯਾਤ। ਸਿਵਾਹੇ ਹਯਾਤ। ਇਹ ਸਵਾਹੇ ਵਰਗਾ ਤੇਰਾ ਮੂੰਹ ਆ, ਇਹਦੇ ਤੇ ਹਯਾਤ ਕੀ ਤੂੰ ਲਿਖੇਗਾ? ਮੈਂ हाँ ਇਹਦੇ ਵਿੱਚ ਨੂਨ ਪਾਓ ਨਾ ਸਿਵਾਨ। ਅੱਛਾ ਤੂੰ ਲਿਖ ਯਾਰ, ਤੂੰ ਕੁਛ ਤੇ ਲਿਖਣਾ। ਮੈਂ ਉਸਤਾਦ ਜੀ ਲਿਖਣੀ ਹੈ ਇਨਸ਼ਾਅੱਲਾ ਤਾਲਾ, ਲੋਕ ਸਫੇ ਥੱਲਣਗੇ, ਤੁਹਾਡਾ ਅਕਸ ਨਜ਼ਰ ਆਏਗਾ ਉਹਨਾਂ ਨੂੰ ਵੀ। ਆਹ ਮੈਂ ਤੁਹਾਡੇ ਕੋਲ ਕੰਮ ਨਹੀਂ ਕਰ ਰਿਹਾ, ਮੈਂ ਤਾਂ ਤੁਹਾਨੂੰ ਸਟੱਡੀ ਕਰ ਰਿਹਾ। ਓਹ ਤੁਸੀਂ ਮੇਰੇ ਲਈ ਕੋਈ ਕਿਤਾਬ ਨਹੀਂ, ਤੁਸੀਂ ਮੇਰੇ ਲਈ ਇੱਕ ਲਾਇਬ੍ਰੇਰੀ ਹੋ ਮੁਕੰਮਲ। ਬਹੁਤਾ ਨਾ ਬੋਲ ਗੈਪ ਹੋ ਜਾਣਾ ਉਹਨਾਂ ਬਾਅਦ ਚ। ਐਡਵਾਂਸ। ਤੂੰ ਮੇਰੇ ਤੇ ਕੋਈ ਕਿਤਾਬ ਲਿਖੇਗਾ? ਤਾਜੀ ਮੈਂ ਤੇ ਜਦੋਂ ਵੀ ਲਿਖੀ ਕੰਪਲੇਨ ਹੀ ਲਿਖਾਂਗਾ ਕਿਤਾਬ ਦੀ। ਤਾਜੀ ਮੇਰਾ ਇੱਕ ਸਵਾਲ ਸੀ, ਨੋਬ ਜਲੋਟਾ ਸਾਹਿਬ, ਇਹ ਉਹੀ ਹੈ ਨਾ ਜਿਨ੍ਹਾਂ ਦਾ ਚਿੱਠੀ ਨਾ ਕੋਈ ਸੰਦੇਸ਼? ਨਹੀਂ ਉਹ ਪੰਕਜ ਉਦਾਸ। ਹਾਂਜੀ ਪੰਖ ਉਦਾਸ। चिट्ठी ना कोई संदेश, जगजीत सिंह साहब ने, जाने तुम कहाँ चले। ताजी वो भी अच्छे हैं। हाँ मैं जी, पंकज उदास साहब ने शराब चीज ही है, चांदी जैसा रंग है तेरा, सोने जैसे बाल, हल्की हल्की मुछ। पंकज उदास साहब। और चिट्ठी आई वाला भी कह एक दिया। तरफ उसका घर, एक तरफ मैं कदा, ये है ठीक है ना? नहीं चिट्ठी आई ही वो भी ਉਹਨਾਂ ਦਾ ਹੀ ਆ। ਇੰਨੇ ਭਾਈ ਦੇਣਾ ਹੀ ਸੀ। चिट्ठी आई है ਉਹਨਾਂ ਉਹ ਹੀ ਦਾ। ਕਹਿਣ ਡਿਆ ਉਹ। ਹਾਂ ਨਹੀਂ, ਉਹ ਤੇ ਕਹਿ ਰਿਹਾ ਦੂਜਾ, ਇਹਨੂੰ ਕਹੀ ਜਾਣ ਤੋਂ ਮੈਂ चिट्ठी ना कोई संदेश, ਸੰਦੇਸ਼। चिट्ठी ना कोई संदेश। ਹਾਂਜੀ ਜਿੱਥੇ ਅੱਛਾ ਤੁਸੀਂ ਜਦੋਂ ਸ਼ਾਹੀ ਕਿਲੇ ਗਏ ਹੋ, ਤੁਹਾਨੂੰ ਉਹ ਕਰੈਕਟਰਸ ਯਾਦ ਹਾਂ ਆਏ? ਹਾਂ, ਮੈਨੂੰ ਕਈ ਦਿਨ, ਇੱਕ ਮੇਰੇ ਬੜੇ ਅੱਛੇ ਦੋਸਤ ਹੁੰਦੇ ਸੀ, ਇਜਾਜ਼ ਸਾਕਿਬ ਸਾਹਿਬ, ਸ਼ਾਇਰ ਨੇ ਬੜੇ ਅੱਛੇ, ਕੋਹੇਨੂਰ ਚ ਹੁੰਦੇ ਸੀ, ਸ਼ਾਇਰ ਸੀ। ਤੇ ਮੈਂ ਇੱਕ ਦਿਨ ਲੰਘਿਆ ਉਹਦੇ ਅੱਗੋਂ, ਤੇ ਮੈਨੂੰ ਨਾ ਫੀਲ ਹੋਇਆ ਕਿ ਮੈਨੂੰ ਨਾ ਕੋਈ ਵਾਜ਼ਾ ਦੇ ਰਿਹਾ, ਜੈਨੂਇਨ ਸੱਚੀ ਗੱਲ ਕਰ ਰਿਹਾ। ਪਤਾ ਨਹੀਂ ਉਹ ਇੰਜ਼ਾਇਟੀ ਡਿਪਰੈਸ਼ਨ ਕੁਝ ਵੀ ਹੋ ਸਕਦਾ, ਮੈਨੂੰ ਨਹੀਂ ਪਤਾ, ਲੇਕਿਨ ਜੋ ਮੇਰੇ ਨਾਲ ਹੋਇਆ, ਮੈਂ ਜਾਂਦਿਆਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਮੈਂ ਸ਼ਾਹੀ ਕਿਲੇ ਦੇ ਅੱਗੋਂ ਜਦੋਂ ਲੰਘਦਾ ਨਾ ਅਕਸਰ ਮੈਨੂੰ ਇੰਝ ਲੱਗਦਾ ਮੇਰਾ ਇੱਥੇ ਨਾ ਕੋਈ ਰਾਬਤਾ ਹੈ, ਕੋਈ ਮੈਨੂੰ ਇੰਝ ਲੱਗਦਾ ਮੈਨੂੰ ਕੋਈ ਬੁਲਾ ਰਿਹਾ, ਮੈਨੂੰ ਖਿੱਚ ਪੈ ਰਹੀ ਉਹਦੀ, ਉਸ ਜਗ੍ਹਾ ਦੀ। ਉਹਨਾਂ ਨੇ ਅੱਗੋਂ ਐਡੀ ਖੂਬਸੂਰਤ ਗੱਲ ਕਹੀ, ਯਕੀਨ ਕਰ ਕਿ ਸਦਕੇ ਜਾਵਾਂ ਇਜਾਜ਼ ਸਾਕਿਬ ਸਾਹਿਬ ਸ਼ਾਇਰ ਆਦਮੀ ਸੀ, ਜ਼ਹੀਨ ਆਦਮੀ, ਵੱਡੇ ਹੋਰ ਕਿਸੇ ਨੂੰ ਮੈਂ ਦੱਸਦਾ ਉਹ ਭਾਵੇਂ ਮੈਨੂੰ ਮਜ਼ਾਕ। ਉਹਨਾਂ ਨੇ ਕਿਹਾ ਸਜਾਦ ਸਾਹਿਬ ਕੁਛ ਵੀ ਨਹੀਂ ਹੈ, ਤੁਹਾਡਾ ਵਹਿਮ। ਕੀ ਬਾਤ ਭਾਈ ਯਕੀਨ ਕਰ। ਤੇ ਸਾਨੂੰ ਕੀ ਲੱਗਿਆ ਯਾਰ ਉਹ ਉਸਤਾਦ ਜੀ ਇਹ ਤੁਹਾਡੀ ਸ਼ਾਨ ਜਨ ਨੇ ਕਿਹਾ ਕਿ ਵਹਿਮ ਤੁਹਾਡਾ। ਯਾਰ ਉਹੀ ਸਮਝ ਸਕਦੇ ਸੀ। ਅੱਛਾ ਇਹਨੂੰ ਵੀ ਵਿੱਚੋਂ ਵਾਦਾ ਦੇ ਲਿਆ, ਇਹ ਵਿੱਚੇ ਮੁੜ ਕੇ ਵੇਖੋ ਬੰਦਾ ਕਹਿੰਦਾ ਮੋਬਾਈਲ ਲੈ ਕੇ ਚੱਲ ਇੱਧਰ ਲਿਆ। ਅੱਛਾ ਇਹਨੂੰ ਵੀ ਇੰਝ ਲੱਗਾ ਕਿ ਮੈਨੂੰ ਕੋਈ ਬੰਦਾ ਨਾ ਵਾਦਾ ਦਿੰਦਾ ਇੱਥੋਂ। ਇਹਨੇ ਜਾ ਕੇ ਆਪਣੇ ਉੱਤੇ ਦੱਸਿਆ, ਨਹੀਂ ਕਿ ਯਾਰ ਮੈਨੂੰ ਕੋਈ ਬੰਦਾ ਵਾਦਾ ਦਿੰਦਾ। ਉਹਨੇ ਕਿਹਾ ਜਿਹੜਾ ਵਾਦਾ ਦਿੰਦਾ ਨਾ ਤੇਰੇ ਤੋਂ ਅੱਧਾ ਘੰਟਾ ਪਹਿਲਾਂ ਦਾ ਬਾਹਰ ਖੜਾ, ਉਹ ਕਹਿੰਦਾ ਮੇਰਾ ਮੋਬਾਈਲ ਲੈ ਆਇਆ। ਕਹਿੰਦਾ ਤੂੰ ਬਾਅਦ ਚ ਆਇਆ, ਉਹ ਪਹਿਲੇ ਕਹਿੰਦਾ ਮੈਂ ਕਿਲੇ ਕੋਲ ਨਹੀਂ ਉਹਨੇ ਕਿਹਾ ਇੱਕ ਮਿੰਟ ਰਿਹਾ, ਅੰਦਰ ਆ, ਆਓ ਭਾਈ ਦਿੰਦਾ ਵਾਦਾ। ਇਹਨੇ ਕਿਹਾ ਹਾਂਜੀ। ਉਹਨੇ ਕਿਹਾ ਫਿਰ ਤਾਂ ਪੈਸੇ ਦੇ ਜਿਹੜੇ ਦੇਣ। ਅੱਛਾ ਨਹੀਂ ਅੱਜ ਤੋਂ ਬਾਅਦ ਨਹੀਂ ਦੇਗਾ। ਸ਼ਾਹੀ ਕਿਲੇ ਤੋਂ ਮੁਤਾਸਰ ਹੋ ਕੇ ਘਰ ਆਇਆ ਤੇ ਇਹਨੇ ਆਪਣੇ ਘਰ ਦੇ ਬਾਹਰ ਲਿਖਾਤਾ ਤਬਾਹੀ ਕਿਲਾ। ਤਬਾਹੀ ਕਿਲਾ। ਇਹਨੇ ਵੀ ਫਿਰ ਘਰ ਦੇ ਬਾਹਰ ਲਿਖਾਤਾ ਆਗਾਹੀ ਕਿਲਾ।
ਨਹੀਂ ਨਹੀਂ, ਇਹ ਆਇਆ ਇਹਨੇ ਬਾਹਰ ਲਿਖਿਆ ਸ਼ਾਹੀ ਜੱਟ ਹਾਊਸ ਲੈ ਸ਼ਾਹੀ ਜੱਟ। ਇਹਨੇ ਆਪਣੇ ਘਰ ਦੇ ਬਾਹਰ ਲਿਖਾਇਆ ਸ਼ਾਹੀ ਕਿਲਾ ਸ਼ਿਕਵਾ। ਤੇ ਸ਼ਾਹੀ ਕਿਲਾ ਲੈ ਕਿਲਾ ਸ਼ਿਕਵਾ। ਸਾਡੀ ਕਹਿੰਦਾ ਮੈਨੂੰ ਬਾਜ਼ਾਂ ਆਉਂਦੀਆਂ, ਉਹਨਾਂ ਨੇ ਇੰਤਜ਼ਾਮੀਆਂ ਵਾਲਿਆਂ ਨੇ ਫੜ ਲਿਆ, ਕਹਿੰਦਾ ਤੈਨੂੰ ਉਸ ਦੌਰ ਚ ਕੋੜੇ ਅੱਧੇ ਵੱਜੇ ਸੀ, ਤੈਨੂੰ ਬਾਕੀ ਵੱਜਣੇ। ਤੇਰੇ ਬਾਕੀ ਕਹਿੰਦੇ ਉਸ ਤੋਂ ਬਾਦਸ਼ਾਹ ਨੇ ਤੈਨੂੰ ਸਜ਼ਾ ਦਿੱਤੀ ਸੀ। ਕਹਿੰਦਾ ਮੈਨੂੰ ਬਾਜ਼ਾ ਹੁੰਦੀ ਹੈ ਤੇ ਜਨਮਨ ਆਉਣੀ। ਇੱਕ ਬੰਦਾ ਕਹਿੰਦਾ ਉਹ ਭਾਈ ਆਪਣੀ ਜੁੱਤੀ ਪਾ, ਕਿਸੇ ਦੀ ਜੁੱਤੀ ਪਾ ਕੇ ਨਿਕਲ ਆਇਆ। ਕਹਿੰਦਾ ਮੈਨੂੰ ਆਵਾਜ਼ਾਂ ਆਉਂਦੀਆਂ ਭਾਈ। ਉਹ ਇੰਨੇ ਪਿੱਛੇ ਨੂੰ ਦੇਖਿਆ ਤੇ ਰਕਸ਼ੇ ਵਾਲਾ ਕਹਿੰਦੇ ਆਇਆ ਯਾਰ ਮੈਂ ਅੱਗੇ ਵੀ ਬੱਚੇ ਲੈਣ ਜਾਣਾ ਮੀਟਰ। ਅੱਛਾ, ਸ਼ਾਹੀ ਕਿਲੇ ਦਾ ਇੱਕ ਮੁਲਾਜ਼ਮ ਇਹਨਾਂ ਦੇ ਘਰ ਅੱਗੋਂ ਲੱਗਿਆ, ਉਹਨੂੰ ਉਧਰੋਂ ਆਵਾਜ਼ਾਂ ਆਉਂਦੀ। ਅੱਛਾ, ਇੱਕ ਹੋਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ। ਇੱਕ ਹੋਰ ਥਿੰਕਿੰਗ ਹੁੰਦੀ ਆ, ਉਹਦਾ ਨਾਂ ਪਤਾ ਨਹੀਂ ਕੀ ਹੁੰਦਾ ਵਾ, ਉਹਨੂੰ ਕੁਝ ਇੰਗਲਿਸ਼ ਚ ਕਹਿੰਦੇ, ਪਤਾ ਹੋਏਗਾ ਸਾਰਿਆਂ ਨੂੰ, ਉਹਨਾਂ ਨੂੰ ਬੜੇ ਲੋਕਾਂ ਨੂੰ, ਕਿ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਨਾ ਫਸਟ ਟਾਈਮ, ਤੇ ਤੁਹਾਨੂੰ ਇੰਝ ਲੱਗਦਾ ਮੈਂ ਇੱਥੇ ਪਹਿਲੇ ਵੀ ਆਇਆ। ਹਰ ਬੰਦੇ ਨਾਲ, ਹਰ ਤਕਰੀਬਨ ਬੰਦੇ ਦੇ ਨਾਲ ਇਹ ਹੁੰਦਾ। ਹਾਂ, ਉਹ ਸੈਂਪਟੀ ਮੋਸ਼ਨ ਹੁੰਦੀ ਹੈ। ਕੀ ਯਾਰ ਉਹਨੂੰ ਕੁਝ ਕਹਿੰਦੇ ਨੇ, ਉਹ ਇੰਜ ਲੱਗਦਾ ਮੈਂ ਇੱਥੇ ਪਹਿਲੇ ਵੀ ਆਇਆ। ਮੈਂ ਸਦੀਕ ਸੈਂਟਰ ਜੌਬ ਕਰਦਾ ਸੀ ਨਾ, ਉੱਥੇ ਦੀ ਇੱਕ ਗਲੀ ਸੀ ਜਿੱਧਰੋਂ ਮੈਂ ਗੁਜ਼ਰ ਕੇ ਜਾਂਦਾ ਸੀ। ਹਮੇਸ਼ਾ ਮੈਨੂੰ ਲੱਗਦਾ ਸੀ ਕਿ ਮੈਂ ਇੱਥੇ, ਮੇਰਾ ਕੋਈ ਹੈ ਤਲਕ, ਮੈਂ ਇੱਥੇ ਆਇਆ ਵਾਂ। ਓਏ ਹੋਏ। ਹਾਂਜੀ, ਇਹ ਮੇਰਾ ਖਿਆਲ ਆ ਕਿ ਜਿਹੜੇ ਜਿਸ ਤਰ੍ਹਾਂ DNA ਨਾ, DNA ਇੰਨੀ ਪਾਵਰਫੁਲ ਚੀਜ਼ ਆ, ਤੁਹਾਡੇ ਦਾਦਾ ਪੜਦਾਦਾ ਦੀ ਤੋਰ ਤੱਕ ਦੱਸ ਦਿੰਦੇ ਨੇ। ਕੋਈ ਇਦਾਂ ਦਾ ਤੁਰਦਾ ਹੁੰਦਾ ਸੀ, ਉਹਦਾ ਹੱਥ ਨਹੀਂ ਸੀ, ਉਹ ਮਜ਼ਦੂਰ ਸੀ, ਉਹ ਅੰਨਾ ਸੀ, ਉਹ ਇੱਥੇ ਤੱਕ ਦੱਸ ਦਿੰਦੇ ਨੇ। DNA ਹਾਂ 184। ਹਾਂ, DNA 184 ਹਲਕਾ। ਇਹ ਆਪਣੇ ਸਹੁਰੇ ਘਰ ਜਾ ਕੇ ਤਾਂ ਸੋਚੀ ਜਾਂਦੇ ਤੇ ਮੈਂ ਪਹਿਲੋਂ ਵੀ ਉਹਨਾਂ ਚਿੱਤਰ ਮਾਰੇ ਲੱਗਿਆ ਤੂੰ ਵਿਆਹਣ ਇੱਥੇ ਹੀ ਆਇਆ ਤੇ। ਅੱਛਾ, ਸਕੇ ਭਰਾ ਦੀ ਦੁਕਾਨ ਦੇ ਕੋਲ ਲੰਘ ਕੇ ਕਹਿੰਦਾ ਯਾਰ ਮੈਨੂੰ ਲੱਗਦਾ ਮੈਂ ਇੱਥੇ ਵੀ ਆਇਆ ਪਹਿਲੇ, ਮੈਨੂੰ ਲੱਗਦਾ ਮੈਂ ਪਹਿਲੇ ਇੱਥੇ ਆਇਆ। ਭਰਾ ਨੇ ਉੱਤਰ ਕੇ ਚੰਨ ਮਾਰੀ, ਉਹਨੇ ਕਿਹਾ ਤੂੰ 2 ਸਾਲ ਆਉਂਦਾ ਰਿਹਾ ਤੇ ਰੋਜ਼ ਗੱਲੇ 'ਚ ਉਧਾਰ ਗੈਪ ਹੁੰਦਾ ਰਿਹਾ, ਤੈਨੂੰ ਅਸੀਂ ਕਿਹਾ ਅੱਜ ਤੋਂ ਬਾਅਦ ਨਹੀਂ ਆਉਣਾ। ਤੈਨੂੰ ਮਨਾ ਕੀਤਾ ਐਵੇਂ ਤੂੰ ਟਰਾਂਸ ਨਾ ਜਾ। ਨਹੀਂ, ਜਿਹੜੀ ਸ਼ਾਹੀ ਕਿਲੇ ਤੋਂ ਬਾਹਰੋਂ ਆਵਾਜ਼ ਨਹੀਂ ਸੀ ਆਉਂਦੀ, ਅਬਾਸ ਲੰਘਿਆ ਤੇ ਬਾਸ ਨੂੰ ਇੱਦਾਂ ਲੱਗਾ ਮੈਨੂੰ ਆਵਾਜ਼ ਆਉਂਦੀ ਤੇ ਦੌੜ ਗਿਆ। ਘਰ ਦਾ ਬਾਕੀ ਨਾ ਮੈਂ ਤੈਨੂੰ ਆਵਾਜ਼ਾਂ ਦਿੰਦਾ ਰਿਹਾ, ਰੁਕੇ ਨਹੀਂ ਹੈ। ਮੈਂ ਤੈਨੂੰ ਆਵਾਜ਼ਾਂ ਮਾਰ ਮਰ ਗਿਆ। ਤਾਜੀ ਇਹ ਵੀ ਸ਼ਾਹੀ ਕਿਲੇ ਵਾਲ ਵੇਖ ਕੇ ਕਹੀਏ ਕਿ ਮੈਂ ਇੱਥੇ ਵੀ ਪਹਿਲੇ ਆਇਆ। ਇੱਕ ਬੰਦਾ ਕਹਿੰਦਾ ਇੱਥੋਂ ਹੀ ਤੇ ਤੈਨੂੰ ਉਹਨਾਂ ਨੇ ਖੜ ਕੇ ਭਾਲਿਆ। ਇੱਕ ਖੁਸਰੇ ਦੇ ਡੇਰੇ ਕੋਲ ਨਾ ਕਹੀ ਜਿਹੜਾ ਮੈਨੂੰ ਲੱਗਦਾ ਮੈਂ ਪਹਿਲੇ ਵੀ ਇੱਥੇ ਕਿਤੇ ਆਇਆ। ਇੱਕ ਜੇਲ੍ਹ ਅੱਗੋਂ ਲੰਘਣ ਦੇ ਕਹਿੰਦਾ ਮੈਂ ਲੱਗਦਾ ਇੱਥੋਂ ਪਹਿਲਾਂ ਵੀ ਆਇਆ। ਉਹ ਕਹਿੰਦੇ ਹਲੇ ਤੂੰ ਇੱਥੋਂ ਗਿਆ ਹੀ ਨਹੀਂ, ਤੂੰ ਹਲੇ ਇੱਥੇ ਹੀ ਆ। ਇੱਕ ਪੁਰਾਣੇ ਜਿਹੇ ਮਕਾਨ ਦੇ ਕੇ ਖਲੋ ਕੇ ਕਹਿੰਦਾ ਮੈਨੂੰ ਲੱਗਦਾ ਮੈਂ ਇੱਥੇ ਪਹਿਲਾਂ ਵੀ ਆਇਆ। ਉਤੋਂ ਬਾਬਾ ਕਹਿੰਦਾ ਅੰਦਰ ਫੈਮਿਲੀ ਅੰਦਰ ਨਾ ਆਈ ਹੋਏ, ਛੱਤਰ ਮਾਰੇ। ਯਾਰ ਅੱਛਾ, ਆਪਣੇ ਘਰ ਜਿੱਥੇ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ, 28 ਸਾਲ ਦਾ ਹੋ ਕੇ ਉਸੇ ਘਰ ਦੇ ਕਮਰੇ 'ਚ ਲੰਮੇ ਪੈ ਕੇ ਸੋਚੀ ਜਾ ਰਿਹਾ ਮੈਨੂੰ ਲੱਗਦਾ ਮੈਂ ਇੱਥੇ ਪਹਿਲੇ ਵੀ ਆਇਆ। ਉਹ ਮਾਮਾ ਤੇਰੀ ਜੰਪ ਵਾਲੀ ਉੱਥੇ ਦੀ ਹੈ। ਯਾਰ ਇਹਨੂੰ ਸ਼ਾਹੀ ਕਿਲੇ ਤੋਂ ਬਾਹਰੋਂ ਆਵਾਜ਼ ਆਉਂਦੀ, ਹੋਰ ਕੁਝ ਨਹੀਂ, ਤੇ 에어ਪੋਰਟ ਲਾ ਕੇ ਸਕੂਨ ਉੱਥੇ ਆਇਆ। ਆਹੋ, ਸ਼ਾਹੀ ਕਿਲੇ ਦੇ ਕੋਲੋਂ ਨਾ ਪਹਿਲੇ ਹੀ ਉਹ ਲਾ ਕੇ ਤੇ ਗਾਣਾ ਲਾ ਲੈਂਦਾ ਸੀ, ਝੂਮੇ ਜੋ ਪਠਾਨ, ਪੂਰਾ ਕਿਲਾ ਲੰਘ ਕੇ ਤੇ ਲਾ ਲੈਂਦਾ ਸੀ। ਕਹਿੰਦਾ ਮੈਨੂੰ ਇੱਥੋਂ ਆਵਾਜ਼ਾਂ ਆਉਂਦੀਆਂ। ਉਹ ਵੰਡੀ ਵਾਲੀ ਸ਼ਾਇਦ ਤੇ ਕਈ ਜਿਵੇਂ ਮੈਂ ਇੱਥੇ ਪਹਿਲੇ ਵੀ ਆਇਆ, ਉਹਨਾਂ ਨੇ ਦਿੱਤੀ ਨਹੀਂ। ਉਹ ਜਿਹੜੇ ਚੀਜ਼ਾਂ ਵੰਡੇ ਨੇ ਚਿਕੜੀਆਂ ਵਾਲੋ ਚੀ ਵੰਡੀ ਤੇ ਮੇਰੇ ਨਿੱਕੇ ਭਰਾ ਦੀ ਵੀ ਦੇ ਦੇ। ਉੱਥੇ ਜਾ ਕੇ ਤੇ ਚੀ ਲੈਣ ਲੱਗਾ, ਕਹਿੰਦਾ ਮੈਨੂੰ ਐ ਲੱਗ ਰਿਹਾ ਮੈਂ ਪਹਿਲੇ ਵੀ ਆਇਆ। ਉਹਨੇ ਕਿਹਾ ਜੇ ਆਇਆ ਤਾਂ ਫਿਰ ਚੱਲ ਨਹੀਂ। ਅਬਾਸ ਸ਼ਰਾਫਤੀ ਘਰ ਦਫ਼ਤਰ ਜਾ ਕੇ ਮੈਂ ਪਹਿਲੇ ਵੀ ਆਇਆ, ਕਹਿੰਦਾ ਫਿਰ ਐਕਸਪਾਇਰ ਹੋ ਗਿਆ ਹੋਣਾ। ਤੂੰ ਕਦੇ ਹੀ ਆਇਆ। ਅੱਛਾ, ਸਲਾਨੀ ਵਾਲੇ ਜਾ ਕੇ ਸੋਚੀ ਜਾਣੇ ਪਹਿਲੇ ਨਹੀਂ ਆਇਆ। ਉਹ ਕਹਿੰਦੇ ਬੇਟੇ ਤੂੰ ਰੋਜ਼ ਆ ਰਿਹਾ ਤੇ ਰੋਜ਼ ਹੀ ਇਹ ਗੱਲ ਕਰ ਰਿਹਾ। ਆਹੋ, ਕਹਿੰਦਾ ਮੈਨੂੰ ਕਿਲੇ ਦੇ ਬਾਹਰੋਂ ਆਵਾਜ਼ਾਂ ਆਉਂਦੀਆਂ ਯਾਰ, ਗੰਦੀਆਂ ਗਾਲਾਂ ਪਤਾ ਨਹੀਂ ਕੌਣ ਕਰਦਾ। ਅੱਛਾ, ਪਿੱਛੇ ਕਜ਼ਨ ਨੂੰ ਖਿਲਾ ਰਿਹਾ ਤੇ ਉਹਨੂੰ ਬਾਲ ਦੇ ਕੇ ਕਹਿੰਦੇ ਮੈਨੂੰ ਬਾਲ ਦੇ ਮੈਂ ਅੱਗੇ ਕਸਮ ਖਾਣੀ ਮੈਨੂੰ ਬਾਜ਼ ਆਉਂਦੀ। ਸਾਜੇ ਵੀ ਸ਼ਾਹੀ ਕਿਲੇ ਦੇ ਅੱਗੋਂ ਲੰਘਿਆ। ਅੱਛਾ ਜੀ। ਇਹਨੂੰ ਲੱਗੇ ਵੀ ਯਾਰ ਮੇਰਾ ਇੱਥੇ ਕੋਈ ਹੈ ਤਲਕ। ਇਹ ਗਿਆ, ਇਹਨੇ ਆਪਣੀ ਹਿਸਟਰੀ ਖੋਲੀ ਤੇ ਪਤਾ ਲੱਗਾ ਜੋਧਾ ਬਾਈ ਦੀ ਨਨਾਣ ਦਾ ਮੁੰਡਾ ਵਾ। ਉਹ ਉਹਦੀ ਲੜੀ ਚੋਂ ਆ। ਅੱਛਾ, ਇਹਨੇ ਸੁਣਿਆ ਵੀ ਜਿਹਨੂੰ ਬਾਜ਼ਾਂ ਆਉਂਦੀਆਂ ਨਾ ਕੋਈ ਕ੍ਰੀਏਟਿਵ ਬੰਦਾ ਹੁੰਦਾ ਤੇ ਰਕਸ਼ਾ ਕਰਾ ਕੇ ਡੇਲੀ ਸਾਈਕਲ ਦੇ ਅੱਗੋਂ ਲੰਘਣ ਕੋਈ ਆਵਾਜ਼ ਆਵੇ ਕੋਈ ਕਿ ਮੈਨੂੰ ਵੀ ਲੱਗੇ ਮੈਂ ਵੀ ਕ੍ਰੀਏਟਿਵ ਆ ਗਈ। ਸਾਜੀ ਮਿੱਠਾ ਲੰਘਿਆ ਦੁਬਾਰਾ ਫਿਰ। ਹਾਂ, ਮਿੱਠੇ ਨੂੰ ਆਵਾਜ਼ਾਂ ਆਈਆਂ ਬਕਾਇਦਾ ਇਹਦਾ ਨਾਮ ਲੈ ਕੇ, ਸਾਜਦ ਸਾਜਦ ਆ ਜਾਓ। ਇਹਨੇ ਇੱਕ ਦਿਨ ਸੋਚਿਆ ਯਾਰ ਮੈਂ ਚਲਾ ਹੀ ਜਾਵਾਂ। ਇਹ ਅੰਦਰ ਗਿਆ, ਅੰਦਰ ਇਹਨੂੰ ਇੱਕ ਐਨ ਜੋ ਜੀ ਦੀ ਮਹਿਲਾਂ 'ਚ ਮਾਈ ਤੇ ਇੱਕ ਨਾਲ ਬਾਬਾ ਜੀ ਨੇ ਲੈਟ ਟੈਲੀਫੋਨੀ ਹੁੰਦੀ ਜਿਹਦੇ ਕੋਈ ਡਾਇਲੌਗ ਹੁੰਦਾ ਪੂਰੀ ਫਿਲਮ 'ਚ, ਲੱਗਦਾ ਹੈ ਪਰਦੇਸੀ ਲੱਗਤੇ ਹੋ ਬੇਟਾ। ਉਹ ਟੈਬ ਵੀ ਇਹਨੂੰ ਉਹਨਾਂ ਨੇ ਬਹਾ ਲਿਆ। ਉਹਨਾਂ ਨੇ ਇਹਦਾ ਸਾਰਾ ਸ਼ਿਜਰਾ ਨਸਫ ਜਿਹੜਾ ਨਾ ਉਹਨਾਂ ਨੇ ਖੋਲਿਆ ਇਹਨੂੰ ਐਂਡ ਤੇ ਉਹਨਾਂ ਨੇ ਫਾਈਨਲ ਉਹਨਾਂ ਨੇ ਕਿਹਾ ਇਹ ਜਿਹੜੀ ਸ਼ਰਫੁਨ ਨਿਸਾ ਸੀ ਨਾ ਉਹਦੇ ਇਹ ਕਿਤੇ ਮਾਪਿਆਂ ਦੇ ਵਿੱਚੋਂ ਲੜੀ ਦੇ ਵਿੱਚੋਂ ਕਿਤੇ ਇਹਦਾ ਪੜਦਾਦੇ ਦਾ ਪੜਦਾਦਾ ਉਧਰ ਕਿਤੇ ਇਹਦੀ ਗੇਮ ਸੀ, ਉਸ ਲੜੀ ਦੇ ਵਿੱਚੋਂ ਹੈ ਸ਼ਰਫੁਨ ਨਿਸਾ ਦੇ। ਤੇ ਸ਼ਰਫੁਨ ਨਿਸਾ ਕੌਣ? ਅਨਾਰਕਲੀ।
ਉਹ ਯਾਰ ਜਿਹੜੀ ਨਾਰਕਲੀ ਸ਼ਹਿਜ਼ਾਦੇ ਸਲੀਮ ਵਾਲੀ, ਇਹਦਾ ਅਸਲ ਨਾਂ ਸ਼ਰਫੁਨ-ਨਿਸਾ ਸੀ। ਅੱਛਾ ਸ਼ਰਫੁਨ-ਨਿਸਾ ਉਰਫ ਮਿੱਠਾਪੁਰੀਆ ਉਹ ਨਾਰਕਲੀ, ਨਹੀਂ ਉਰਫ ਕਿੱਥੇ ਵੀ ਉਰਫ ਨਾਰਕਲੀ, ਸਾਜਿਦ ਹਸੈਨ ਉਰਫ ਉਹ ਮਾਫੀ ਦੇ ਦਿਓ ਮਿੱਠਾ ਕਲੀਆ। ਨਿਸਾ। ਐਡਾ ਬੇਵਕੂਫ ਆ, ਨਾਰਕਲੀ ਲੈਨੇ ਮਾਟ ਲਈ ਜਾਂਦੇ ਆ, ਉਹ ਨਾਰਕਲੀ ਆ ਵੀ ਨਾਰ ਲੈ ਕੇ ਜਾਣਾ। ਅੱਛਾ ਜਿਹੜੀ ਭਾਣੇ ਬਾਜ਼ਾਰ ਵਾਲੀ ਆਪਣੀ ਨਾਰਕਲੀ ਨਹੀਂ ਤੇ ਲਾਹੌਰ ਵਾਲੀ, ਉਹਦੇ ਕੋਲ ਫਿਰੀ ਜਾ ਰਿਹਾ ਤੇ ਮੈਂ ਕਿਹਾ ਇਹ ਕੀ ਕਹਿੰਦਾ ਯਾਰ ਤਰੀਖੀ ਜਗ੍ਹਾ ਨਾ, ਕਹਿੰਦਾ ਉਹ ਨਾਰਕਲੀ ਟੈਪ ਸਮਝ ਕੇ ਲੰਡੇ ਵਾਲੀ ਮਾਰਕੀਟ ਫਿਰੀ ਜਾ ਰਿਹਾ ਸਰ। ਆਹੋ ਸਾਜੀ ਨਾਰਕਲੀ ਚ ਛੁਰਲੀਆਂ ਚੁੱਕ ਕੇ ਫਿਰਦੇ। ਹੋਰ ਮੈਂ ਜ਼ਿੰਦਾ ਬਿੱਲੀ ਚੁੱਕ ਕੇ ਫਿਰਦਾ, ਕੀ ਚੁੱਕ ਕੇ ਫਿਰਦਾ? ਉਹ ਝਾਟਾ ਖਲਾ ਕੇ ਟੈਸਟ ਕਰ। ਇੱਕ ਮਿੰਟ ਯਾਰ ਮੈਂ ਪਹੁੰਚ ਗਿਆ ਉਹਦੀ ਗੱਲ। ਅਨਾਰ ਤੇ ਛੁਰਲੀਆਂ ਉਹ ਉਧਰ ਲੈ ਗਏ ਨਾ ਉਸਤਾਦ ਜੀ। ਅੱਛਾ ਅੱਛਾ, ਅਨਾਰ ਚਲਾਉਣ ਵਾਲਾ ਹਾਂਜੀ ਤੇ ਛੁਰਲੀਆਂ ਚੁੱਕ ਕੇ ਇੱਥੇ ਨਾਰਕਲੀ ਚ ਫਿਰਨ ਦਿਆ। ਚਲੋ ਕਿਤੇ ਬੰਨੇ ਤੇ ਲਿਖੀ। ਚਲੋ ਓਕੇ ਓਕੇ, ਚਲੋ ਹੁਣ ਤੇ ਬਣਾ। ਉਸਤਾਦ ਜੀ ਨੇ ਯਕਦਮ ਵੀ ਨਹੀਂ ਵੇਖਿਆ ਤੇਰੇ ਨਾਲ, ਕੀ ਹੋਇਆ ਤੈਨੂੰ? ਕਹਿੰਦਾ ਮੈਨੂੰ ਸ਼ਾਹੀ ਕਿਲੋ ਬਾਦਾ ਹੁੰਦੀਆਂ ਤੇ ਪੁਲਿਸ ਨੇ ਘੇਰਿਆ, ਉਹ ਲਾਲ ਕਰਨ ਹਿੱਲੀ ਨਾ ਮਿੱਠੇ। ਗ੍ਰਿਫਤਾਰੀ ਦੇ ਦੋ। ਤੇ ਮੈਨੂੰ ਕਹਿੰਦੇ ਯਾਰ ਮੈਨੂੰ ਬਾਦਾ ਆਉਂਦੀਆਂ। ਅਬਾਸ ਉਸਤਾਦ ਜੀ ਸ਼ਾਹੀ ਕਿਲੇ ਦੇ ਅੱਗੋਂ ਲੰਘਿਆ ਤੇ ਕਹਿੰਦਾ ਯਾਰ ਮੈਨੂੰ ਆਵਾਜ਼ਾਂ ਆਉਂਦੀਆਂ। ਇੱਕ ਬੰਦੇ ਨੇ ਕਿਹਾ ਤੇਰੀ ਕਾਲ ਚੱਲਣ ਡਈ ਆ, ਵਿੱਚੋਂ ਆਇਆ ਉਹਦੇ ਤੇਰੇ ਫੋਨ ਤੇ ਖੂਨ ਕੱਟ ਕੇ, ਖੂਨ ਕੱਟ। ਉਹ ਕਹਿੰਦੇ ਹਲੋ ਹਲੋ। ਸਾਜੀ ਨੇ ਵੀ ਸ਼ਾਹੀ ਕਿਲਾ ਵੇਖ ਕੇ ਆਪਣਾ ਮਕਾਨ ਢਾਤਾ, ਕਹਿੰਦਾ ਇਹ ਵੀ ਮੈਂ ਸ਼ਾਹੀ ਕਿਲਾ ਬਣਾਉਣਾ। ਉਹ ਭਾਈ ਅੱਧਾ ਬਣਿਆ ਤੇ ਰੁਪਈਏ ਮੁੱਕ ਗਏ ਤੇ ਇੱਕ ਬਾਬਾ ਕਹਿੰਦੇ ਨਾ ਹੀ ਕਿਲਾ ਇਹ ਨਹੀਂ ਕਹਿੰਦਾ ਇੱਕ ਬੰਦਾ ਅੱਛਾ ਇਹ ਵੀ ਸ਼ਾਹੀ ਕਿਲੇ ਦੇ ਅੱਗੇ ਲੰਘਿਆ, ਘਰ ਜਾ ਕੇ ਰੋਜ਼ ਕਵੇ ਮੈਨੂੰ ਸ਼ਾਹੀ ਕਿਲੇ ਦੇ ਅੱਗੋਂ ਨਾ ਆਵਾਜ਼ਾਂ ਆਉਂਦੀਆਂ ਨੇ। ਘਰ ਦੇ ਨੇ ਸਵੇਰੇ ਅੱਛੀ ਫੱਕੀ ਲੈ ਕੇ ਦਿੱਤੀ, ਹਟ ਗਈਆਂ। ਸ਼ਾਹੀ ਕਿਲੇ 'ਚ ਇੱਕ ਬੰਦੇ ਨੂੰ ਆਵਾਜ਼ਾਂ ਆਉਂਦੀਆਂ ਸੀ ਤੇ ਮਿੱਠਾ ਉੱਤੇ ਬੋਲ ਕੇ ਆਵਾਜ਼ ਨਹੀਂ ਆ ਰਹੀ ਯਾਰ। ਉਹ ਬੰਦਾ ਕਹਿੰਦਾ ਮੈਨੂੰ ਕਹਿੰਦਾ ਆਵਾਜ਼ਾਂ ਮੈਨੂੰ ਬਾਦਾ ਹੁੰਦੀਆਂ ਤੇ ਅੰਦਰ ਇਹਦਾ ਭਰਾ ਬੰਨਿਆ ਸੀ ਚੋਰੀ ਦੇ ਵਿੱਚ, ਉਹ ਦੇਣੇ ਦੇ ਮਿੱਠੇ ਚੜਾ। ਯਾਰ ਸਾਜੀ ਇਹ ਅਕਸਰ ਬੰਦਾ ਚਲਾ ਜਾਂਦਾ, ਜਿਵੇਂ ਤੁਸੀਂ ਦੱਸਿਆ ਨਾ। ਮੈਂ ਇੱਕ ਕਿਤਾਬ ਪੜ੍ਹੀ ਸੀ ਖਾਕ ਔਰ ਖੂਨ, ਨਸੀਮ ਇਜਾਜ਼ੀ ਸਾਹਿਬ ਦੀ। ਨਹੀਂ ਇਹ ਅਸੀਂ ਤੇ ਸ਼ੁਗਰ ਲੱਗੇ ਨਾ, ਚਲੋ ਇੱਕ ਸਾਡਾ ਅਸੀਂ ਬਣਾ ਲਿਆ ਫਾਰਮੈਟ ਆਪਣਾ। ਇਹ ਹਕੀਕਤ ਗੱਲ ਇਹ ਹੈ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਸਾਡਾ ਇੱਥੇ ਕੋਈ ਕਿਤੇ ਕੋਈ ਰਿਲੇਸ਼ਨ ਹੈ, ਸਾਨੂੰ ਇੱਧਰ ਦੀ ਖਿੱਚ ਪੈ ਰਹੀ। ਬਹੁਤ ਸਾਰੀਆਂ ਜਗ੍ਹਾ ਐਸੀਆਂ ਹੁੰਦੀਆਂ ਨੇ। ਇਮੇਜਿਨੇਸ਼ਨ। ਅੱਛਾ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਨੁੱਕਰ, ਕੋਈ ਐਸਾ ਕਮਰਾ ਹੈਗਾ ਜਿੱਥੇ ਤੁਹਾਨੂੰ ਇਹ ਫੀਲ ਆਏਗੀ? ਸਹੀ ਗੱਲ। ਅੱਛਾ ਕੋਈ ਐਸਾ ਕਮਰਾ ਐਸਾ ਹੋਏਗਾ ਪੂਰੇ ਘਰ 'ਚ ਤੁਹਾਨੂੰ ਡਰ ਨਹੀਂ ਲੱਗੇਗਾ, ਉੱਥੇ ਤੁਹਾਨੂੰ ਡਰ ਲੱਗੇਗਾ? ਕੋਈ ਐਸਾ ਹੁੰਦਾ ਜਿੱਥੇ ਕੰਫਰਟ ਫੀਲ ਹੁੰਦਾ? ਯੈਸ। ਅੱਛਾ ਫਿਰ ਕਈ ਐਸੇ, ਹੁਣ ਨੀਂਦ ਆ ਨਾ, ਸੌਣਾ, ਬਹੁਤ ਸਾਰੀਆਂ ਸਾਡੀਆਂ ਮਾਵਾਂ ਜਿਹੜੀਆਂ ਨੇ ਜਾਂ ਬਹੁਤ ਸਾਰੇ ਐਸੇ ਲੋਕ ਨੇ, ਉਹਨਾਂ ਨੂੰ ਸਿਰਫ ਆਪਣੇ ਬਿਸਤਰ ਤੇ ਨੀਂਦ ਆਉਂਦੀ ਜਿੱਥੇ ਉਹ ਰੂਟੀਨ ਨਾਲ ਸੌਂਦੇ ਨੇ। ਜਿੱਥੇ ਮਰਜ਼ੀ ਚੱਲ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਸੋਹਣੇ ਵਰਗਾ ਬਿਸਤਰ ਦੇ ਦਿਓ ਉਹਨਾਂ ਨੂੰ, ਨਹੀਂ ਸਾਨੂੰ ਆਪਣੀ ਜਗ੍ਹਾ ਤੇ ਨੀਂਦ ਆਉਣੀ। ਪਲੱਸ ਅਗਰ ਇੱਕ ਚਾਰਪਾਈ ਜਿਸ ਰੋਖ ਆ, ਜਿਸ ਜਗ੍ਹਾ ਤੇ ਆ ਉਸ ਕਮਰੇ 'ਚ, ਉਹਨੂੰ ਚੇਂਜ ਕਰ ਦਿਓ ਤਾਂ ਵੀ ਉਹਨਾਂ ਨੂੰ ਨੀਂਦ ਨਹੀਂ ਆਈ। ਸਹੀ ਗੱਲ। ਇਦਾਂ ਹੀ ਸਾਰੇ ਹੈ ਇਨਸਾਨ, ਛੋਟੀ ਮੋਟੀ ਚੀਜ਼ ਨਹੀਂ ਗਈ। ਤਾਂ ਕਿ ਇਦਾਂ ਇਮੇਜਿਨੇਸ਼ਨ ਹੀ ਬੜਾ ਵਾ। ਕਿਲੇ 'ਚ ਜਾ ਕੇ ਇਹਨੂੰ ਕਿਸੇ ਨੇ ਕਿਹਾ ਇੱਥੇ ਬਾਦਸ਼ਾਹ ਬੈਠਦਾ ਸੀ ਤੇ ਇਹ ਵੀ ਜਾ ਕੇ ਉਸ ਕੁਰਸੀ ਤੇ ਬਹਿ ਗਿਆ ਤੇ ਇੱਕ ਹੋਰ ਬੰਦਾ ਇਮੇਜਿਨੇਸ਼ਨ ਵਾਲਾ ਆ ਕੇ ਕਹਿੰਦਾ ਉੱਠੋ ਬਾਦਸ਼ਾਹ ਦੀ ਝੋਲੀ 'ਚੋਂ। ਅੱਛਾ ਉਹਦੇ ਹਿਸਾਬ ਨਾਲ ਬਾਦਸ਼ਾਹ ਪਹਿਲੇ ਬੈਠਾ ਸੀ। ਉਹਦਾ ਇਮੇਜਿਨੇਸ਼ਨ। ਅੱਛਾ ਮੈਂ ਤੁਹਾਨੂੰ ਦੱਸਾਂ, ਜਿਹੜੀ ਅਨਾਰਕਲੀ ਕਰੈਕਟਰ ਆ, ਯਾਨੀ ਇੱਕ ਕਰੈਕਟਰਾਈਜੇਸ਼ਨ ਜਿਹਦੀ ਹੋਈ ਹੈ ਅਨਾਰਕਲੀ, ਜਿਹਦਾ ਮੁਗਲ ਆਜ਼ਮ ਫਿਲਮ ਦਲੀਪ ਸਾਹਿਬ ਦੀ, ਹੋਰ ਵੀ ਅਨਾਰਕਲੀ ਮਤਲਬ ਨਾਮ ਵੀ ਨੇ। ਅੱਛਾ ਬਹੁਤ ਸਾਰੀ ਅਲੱਗ-ਅਲੱਗ ਰਾਏ ਨੇ ਲੋਕਾਂ ਦੀ ਇਹਦੇ ਬਾਰੇ 'ਚ। ਕੁਛ ਦੀ ਇੱਥੇ ਤੱਕ ਰਾਏ ਹੈ ਕਿ ਸਿਰੇ ਤੋਂ ਹੀ ਇਹ ਕਰੈਕਟਰ ਨਹੀਂ ਹੈਗਾ। ਰਾਏ ਲੋਕਾਂ ਦੀ ਅਨਾਰਕਲੀ ਸਾਹਿਬ ਨੂੰ, ਉਹ ਸਾਹਿਬ ਨਹੀਂ, ਨਾਰਕਲੀ ਸਾਹਿਬ ਕਿਹੜਾ ਮੁੱਛਾਂ ਰੱਖੀਆਂ ਜਿਹੜੀਆਂ ਨਾਰਕਲੀ ਨੇ, ਉਹ ਨਾਰਕਲੀ ਸਾਹਿਬ ਜਵਾਰ 'ਚ ਜਲ ਥਾ ਬਸ ਕਰ ਦੋ। ਹਾਸ਼ਮ ਹਲੀਮ ਦੇ ਨਾਲ ਦੀ ਦੁਕਾਨ ਸੀ ਉਹਦੀ, ਨਾਰਕਲੀ ਸਾਹਿਬ। ਮਹਿਲ 'ਚ ਟਾਈ ਲਾ ਕੇ ਫਿਰਦੀ ਸੀ। ਮੈਂ ਕਹਿ ਰਿਹਾ ਕਿ ਬਹੁਤ ਸਾਰੇ ਲੋਕਾਂ ਦੀ ਇਹ ਵੀ ਹੈਗੀ ਹੈ ਕਿ ਇਹ ਹੈ ਹੀ ਨਹੀਂ ਸੀ, ਇੱਕ ਟੋਟਲ ਫੇਕ ਕਰੈਕਟਰ ਕ੍ਰੀਏਟ ਕੀਤਾ ਗਿਆ। ਔਰ ਜ਼ਿਆਦਾ ਇਹ ਫੇਮਸ ਹੋਏ ਨੇ ਮੁਗਲ ਆਜ਼ਮ ਫਿਲਮ ਤੋਂ। ਅਨਾਰਕਲੀ ਮੁਗਲ ਆਜ਼ਮ ਦਲੀਪ ਸਾਹਿਬ ਦੀ ਜਿਹੜੀ ਫਿਲਮ ਸੀ ਨਾ, ਉਸ ਫਿਲਮ ਤੋਂ ਬਾਅਦ ਇਹਨੇ ਜ਼ਿਆਦਾ ਹਕੀਕਤ ਦਾ ਇੱਕ ਜ਼ੋਰ ਪੈ ਗਿਆ ਕਿ ਹੈ ਸੀ। ਤੇ ਕੰਧ ਪਿੱਛੇ ਕੌਣ ਆ? ਸੁਣ ਲੈਣਾ ਹੁਣ ਇਹਦੇ ਬਾਰੇ। ਚਲੋ ਤੁਸੀਂ ਇਹ ਵੀ ਮੰਨ ਲਓ ਕਿ ਹੈ ਸੀ। ਅੱਗੋਂ ਫਿਰ ਇਹ ਵੀ ਮੁਖਤਲਿਫ ਰਾਏ ਨੇ ਕਿ ਜ਼ਿਆਦਾਤਰ ਮਸ਼ਹੂਰ ਹੈ ਕਿ ਉਹਨਾਂ ਨੂੰ ਦੀਵਾਰ 'ਚ ਚੁਣਵਾ ਦਿੱਤਾ ਗਿਆ ਸੀ। ਇੱਥੇ ਫਿਲਮਾਂ ਵੀ ਬਣੀਆਂ, ਉਸ ਫਿਲਮ 'ਚ ਵੀ ਐਂਡ ਤੇ ਦੀਵਾਰ ਤੇ ਕੁਝ ਲੋਕ ਕਹਿੰਦੇ ਆ ਚੁਣਵਾ ਨਹੀਂ ਸੀ ਦਿੱਤਾ ਗਿਆ। ਬਾਦਸ਼ਾਹ ਜਿਹੜਾ ਅਕਬਰ ਸਾਹਿਬ ਸੀ, ਉਹਨਾਂ ਨੇ ਉਹਦੀ ਜਿਹੜੀ ਵਾਲਦਾ ਸੀ ਉਹਨੂੰ ਕਿਹਾ ਸੀ ਕਿ ਸੁਰੰਗ 'ਚ ਇਹਨੂੰ ਲੈ ਕੇ ਨਿਕਲ ਜਾ, ਦੁਬਾਰਾ ਇੱਧਰ ਨੂੰ ਨਜ਼ਰ ਨਾ ਆਵੇ, ਇੱਥੋਂ ਨਿਕਲ ਜਾ ਤੇ ਮੈਂ ਇਹਨੂੰ ਚੁਣਵਾ ਦਿਆਂਗਾ, ਇਹ ਦੱਸ ਕੇ ਕਿ ਵੀ ਇਹਨੂੰ ਮੈਂ ਚੁਣਵਾਤਾ, ਇਹਦੇ ਵਿੱਚ ਇਹਦਾ ਮਕਬਰਾ ਵਾ ਇਹ ਉਹ। ਕਈ ਲੋਕ ਕਹਿੰਦੇ ਉਹ 'ਚ ਹੈ ਨਹੀਂ, ਅਨਾਰਕਲੀ ਨੂੰ ਦੀ ਵਾਲਦਾ ਲੈ ਕੇ। ਬਹੁਤ ਸਾਰੀਆਂ ਕਿੱਸੇ ਕਹਾਣੀਆਂ, ਮਤਲਬ ਹੁਣ ਹਕੀਕਤ ਜਿਸ ਤਰ੍ਹਾਂ ਬਹੁਤ ਸਾਰੀਆਂ ਸਾਡੀਆਂ ਗੱਲਾਂ ਨੇ ਉਹਦੇ 'ਚ ਹਕੀਕਤ ਅਸੀਂ ਨਹੀਂ ਪਹੁੰਚਦੇ। ਹਰ ਇੱਕ ਦਾ ਲਹਿਦਾ ਜਿਸ ਤਰ੍ਹਾਂ ਅਹਿਰਾਮੇ ਮਿਸਰ ਦੀਆਂ ਇਮਾਰਤਾਂ ਨੇ, ਅੱਜ ਤੱਕ 100% ਕਨਫਰਮ ਕੋਈ ਵੀ ਨਹੀਂ ਗੱਲ ਕਰ ਸਕਿਆ। ਜਿੰਨੇ ਵੀ ਸਾਡੇ ਆਏ ਨੇ ਆ ਜਿਹੜੇ ਸਾਇੰਸਦਾਨ ਟਾਈਪ ਜਾਂ ਜਿਹੜੇ ਰਿਸਰਚਰ,
ਉਹਨਾਂ ਦੇ ਮੁxtਲਿਫ ਉਹਨਾਂ ਦੇ ਬਿਆਨਾਤ ਨੇ ਕਿ ਇੰਜ ਬਣਿਆ ਹੋਇਆ ਏਡਾ ਵੱਡਾ ਪੱਥਰ ਕਿੱਥੋਂ ਲਿਆ ਕੇ ਰੱਖ ਲਿਆ, ਕਿੰਨੇ ਲਿਆ ਕੇ ਰੱਖ ਲਿਆ। ਕੁਝ ਕਹਿੰਦੇ ਨੇ ਜੀ ਇਦਾਂ ਲਿਆ ਕੇ ਰੱਖਿਆ, ਕੁਝ ਜਿਨ੍ਹਾਂ ਨੇ ਬਣਾਈ ਆ ਜੀ, ਕੁਝ ਕਹਿੰਦੇ ਜੀ ਇਨਸਾਨ। ਲੇਕਿਨ ਸਰ ਟੈਕਨੋਲੋਜੀ ਹੈ ਸੀ ਕੋਈ ਨਾ ਕੋਈ। ਵਿਦਆਊਟ ਟੈਕਨੋਲੋਜੀ ਇਕੱਲੇ ਇਨਸਾਨ ਦੀ ਜਾਨ ਇਦਾਂ ਨਹੀਂ ਕਰ ਸਕਦੇ। ਟੈਕਨੋਲੋਜੀ ਹੈ ਸੀ ਸਰ। ਦੇਖੋ ਨਾ, ਮੈਂ ਤੁਹਾਨੂੰ ਦੱਸਦਾ, ਦੇਗ ਆ, ਮੈਂ ਇੱਕ ਵੀਡੀਓ ਦੇਖੀ ਇੱਕ ਬੰਦੇ ਦੀ, ਉਹਨੇ ਇਕੱਲੇ ਨੇ ਪੂਰੀ ਦੇਗ ਇੱਕ ਟੈਕਨੀਕ ਦੇ ਨਾਲ ਇੱਕ ਪਤੀਲੇ ਦੇ ਵਿੱਚ ਲੱਦ ਦਿੱਤੀ। 12 ਕਿਲੋ ਦੀ ਦੇਗ ਚੁੱਕੀ ਵੀ ਨਹੀਂ ਉਹਨੇ, ਅੱਛਾ, ਬਗੈਰ ਚੁੱਕਣ ਤੋਂ। ਇਹਦਾ ਮਤਲਬ ਆ ਮੈਨੂਅਲੀ ਕੁਝ ਟੈਕਨੀਕਸ ਐਸੀ ਬਣਾ ਲੈਂਦੇ ਸੀ ਜਿਹਦੀ ਵਜ੍ਹਾ ਦੇ ਨਾਲ ਉਹ ਆਸਾਨੀ ਹੋ ਜਾਂਦੀ ਸੀ। ਉਹ ਬੰਦੇ, ਉਹ ਮੈਂ ਵੀਡੀਓ ਦੇਖੀ, ਅਗਰ ਲੱਭੀ ਤੇ ਮੈਂ ਜ਼ਰੂਰ ਮਤਲਬ ਇਹਨੂੰ ਦਿਆਂਗਾ ਕਿ ਉਹ ਬੰਦੇ ਨੇ ਇੱਕ ਟ੍ਰਿਕ ਉਹੀ 2 ਦੇ ਨਾਲ ਨਾ ਇੰਜ ਕਰਕੇ ਉਹਨੂੰ ਕੱਢ ਕੇ ਜ਼ਮੀਨ, ਜ਼ਿਆਦਾ ਜਾਨ ਉਹਨੇ ਜ਼ਮੀਨ ਦੀ ਲਵਾਈ ਤੇ ਸੋਟੀਆਂ ਦੀ ਲਵਾਈ, ਆਪਣੀ ਘੱਟ ਲਾ ਕੇ ਟੈਕਨੀਕ ਇਹਨਾਂ ਨੇ ਪੂਰੀ ਦੇਗ ਯਾਰਾਂ 'ਚ ਚੁੱਕ ਕੇ ਪਤੀਲੇ 'ਚ ਪਾ ਕੇ ਖਾਲੀ ਕਰਕੇ ਇੰਜ ਰੱਖ ਦਿੱਤੀ। ਦੇਗ ਨੂੰ ਵੀ ਨਹੀਂ ਹੱਥ ਨਹੀਂ ਲਾਇਆ ਉਹਨੇ, ਦੇਗ ਨੂੰ ਨਹੀਂ ਹੱਥ ਲਾਇਆ। ਔਰ ਇੱਕ 2 ਰਾੜਾਂ ਦੇ ਨਾਲ ਹੀ। ਹੁਣ ਤੁਸੀਂ ਅਗਰ ਉਹਦੇ ਤੇ ਜਾਨ ਲਾਓਗੇ ਤੇ ਜਿੱਡਾ ਮਰਜ਼ੀ ਵੱਡਾ ਬੰਦਾ ਜੇ 12 ਕਿਲੋ ਦੀ ਦੇਗ ਇੰਜ ਪਾ ਕੇ ਦੇਗ ਨੂੰ ਹੱਥ ਨਹੀਂ ਪਾਉਣਾ। ਹਾਂ, ਦੇਗ ਨੂੰ ਫੜ ਕੇ ਤੁਸੀਂ ਲੱਦ ਸਕਦੇ ਆ, ਲੇਕਿਨ ਉਹਨੇ ਇੱਕ ਟੈਕਨੀਕ ਨਾਲ ਯਾਰ ਉਹਦਾ ਜ਼ੋਰ ਹੀ ਨਹੀਂ ਲੱਗਾ ਤੇ ਪੂਰੀ ਦੇਗ ਇੰਜ ਕਰਕੇ ਉਹਦੇ 'ਚ। ਇਸ ਤਰ੍ਹਾਂ ਕੁਝ ਹੋਏਗੀ ਚੀਜ਼ਾਂ, ਸਕੀਮ ਟੈਪ। ਇਨਸਾਨ ਅੱਜ ਵੀ ਉਹੀ ਆ ਜਿਹੜਾ 5000 ਸਾਲ ਪਹਿਲੇ ਸੀ। ਇਹਦੀ ਵੀ ਬਣਾਵਟ ਉਹੀ ਆ। ਪੜ੍ਹਾਈ ਲਿਖਾਈ ਨਾਲ ਸਾਰੇ ਕੁਝ ਕਰਨਾ, ਫੈਸਿਲਿਟੀਆਂ ਮਿਲ ਗਈਆਂ, ਠੀਕ ਹੈ ਨਾ। ਇੱਕ ਆਪਰੇਸ਼ਨ ਕਰ ਰਿਹਾ ਡਾਕਟਰ, ਉਹਦੇ ਕੋਲ ਔਜ਼ਾਰ ਬਹੁਤ ਨਾਯਾਬ ਨੇ। ਅੱਜ ਤੋਂ 10 ਸਾਲ ਪਹਿਲੇ ਅਗਰ ਕੋਈ ਹਕੀਮ ਜਾਂ ਕੁਝ ਕਰ ਰਿਹਾ ਉਹਦੇ ਕੋਲ ਆਪਣੇ ਹਿਸਾਬ ਦੇ ਕੋਈ ਹੋਣਗੇ। ਜਿੱਦਤ ਆਉਂਦੀ ਗਈ ਆ, ਅਕਲ ਓਨੀ ਆ। ਅਕਲ ਨਹੀਂ ਆਇਆ ਕਿ ਅੱਜ ਦੇ ਦੌਰ ਅਕਲਮੰਦ ਨੇ, ਪਹਿਲੇ ਬੇਵਕੂਫ ਸੀ, ਪਹਿਲੇ ਪੇਂਡੂ ਸੀ। ਨਹੀਂ ਸਰ, ਉਹਨਾਂ ਨੇ ਵੀ, ਉਹਨਾਂ ਦੇ ਦੌਰ 'ਚ ਵੀ ਸ਼ਾਇਰ ਵੀ ਸੀ, ਲਿਖਾਰੀ ਵੀ ਸੀ, ਆਰਟਿਸਟ ਵੀ ਸੀ, ਕਾਮੇਡੀਅਨ ਵੀ ਸੀ। ਹਰ ਇਨਸਾਨ ਉਹ ਹੀ ਚੱਲਿਆ ਆ ਰਿਹਾ ਤੇ ਉਹਨਾਂ ਦੇ ਦੌਰ 'ਚ ਵੀ ਮੇਰੇ ਹਿਸਾਬ ਨਾਲ ਉਹ ਟੈਕਨੀਕ ਹੋਏਗੀ ਕੋਈ। ਔਰ ਸਰ ਉਹ ਅੱਜ ਤੱਕ ਕੈਸੀ ਗੱਲ ਆ, ਕਿੱਥੇ ਦੁਨੀਆ ਪਹੁੰਚ ਗਈ। ਚੰਦ, ਮਰੀਖ, ਤਰੀਖ ਸਾਰੇ ਦੱਸ ਦਿੱਤੇ ਉਹਨਾਂ ਨੇ, ਉੱਥੇ ਆ ਵਾ, ਉੱਥੇ ਆ ਵਾ। ਲੈ, ਅਹਿਰਾਮੇ ਮਿਸਰ ਦਾ ਕਨਫਰਮ ਨਹੀਂ ਦੱਸ ਰਿਹਾ ਕੋਈ ਵੀ ਕੀ ਹੋਇਆ ਸੀ। ਉਸਤਾਦ ਜੀ, ਇੱਕ ਸਾਇੰਸਦਾਨਾਂ ਦਾ ਇੱਕ ਐਸਾ ਵੀ ਟੋਲਾ ਵਾ ਜਿਹੜਾ ਕਹਿੰਦਾ ਚੰਦ ਤੇ ਕੋਈ ਗਿਆ ਹੀ ਨਹੀਂ, ਇਹ ਵੀ ਝੂਠ ਹੀ ਹੈ ਅੱਜ ਤੱਕ। ਇਹ ਵੀ ਇੱਕ ਟੋਲਾ ਸਾਇੰਸਦਾਨਾਂ ਦਾ ਕਹਿੰਦੇ ਨੇ। ਯਾਨੀ ਗੱਲ ਕਰਨ ਦੀ ਨਾ ਕਿ ਕਨਫਰਮ ਕੁਛ ਨਹੀਂਗਾ ਕਿ ਵੀ ਹਰ ਬੰਦੇ ਕਹਿਣ ਵੀ ਹਾਂ ਵੀ ਇਹ ਠੀਕ। ਬੜੇ ਬੜੇ ਕਰੈਕਟਰਾਂ ਦੇ ਬਾਰੇ 'ਚ ਵੀ ਇਦਾਂ ਹੀ, ਬੜੇ ਐਸੇ ਕਰੈਕਟਰ ਨੇ, ਕੁਝ ਲੋਕ ਉਹਨੂੰ ਨੈਗੇਟਿਵ ਸਮਝਦੇ ਨੇ, ਕੁਝ ਪੋਜ਼ਿਟਿਵ ਸਮਝਦੇ ਨੇ। ਨਹੀਂ ਤੇ ਜਿਹੜਾ ਵਾਸਾ ਦਾ ਮਹਿਕਮਾ ਵਾ, ਜਿਹੜਾ ਚੰਦ ਤੇ ਕਹਿੰਦੇ ਵੀ ਸਾਰੇ ਜਾਂਦੇ, ਉਹ ਵਾਸਾ ਨਹੀਂ ਭਾਈ। ਵਾਸਾ ਕਿਹੜਾ ਉੱਥੇ ਗਟਰਾਂ ਦੇ ਪੈਪ ਪਾਉਣ ਗਿਆ ਮਾਮਾ? ਨਹੀਂ, ਜਿਹਦੀ ਚੰਦ ਪ੍ਰਾਪਰਟੀ ਆ, ਉਹ ਕਹਿੰਦੇ ਬੰਦਾ ਗਿਆ ਵਾ। ਓਏ ਉਹ ਨਾਸਾ ਵਾ। ਅੱਛਾ, ਉਹੀ ਨਾਸਾ। ਜੇ ਹੁਣ ਚੰਦ ਤੇ ਬੰਦੇ ਭੇਜਦੇ ਗੈਰ ਮੁਤਲਕਾ, ਮਾਈ ਗੁੱਸਾ ਨਹੀਂ ਕਰੂਗੀ ਚੰਦ ਵਾਲੇ? ਹਾਂ, ਆ ਲੈ, ਇਹ ਬੜਾ ਅੱਛਾ ਰੈਫਰੈਂਸ ਨੇ ਦਿੱਤਾ। ਚੰਦ ਵਾਲੀ ਮਾਈ, ਉਹ ਕਿੰਨੀ ਮਸ਼ਹੂਰ। ਸਰ ਮੈਂ ਤੁਹਾਨੂੰ ਗੱਲ ਦੱਸਾਂ ਨਾਜ਼ਰੀਨ, ਝੂਠ ਜਿਹੜਾ ਹੁੰਦਾ ਨਾ, ਉਹਨੂੰ ਜਦੋਂ ਤੁਸੀਂ ਬਾਰ-ਹਾ ਬੋਲੀ ਜਾਂਦੇ ਹੋ ਨਾ, ਇੱਕ ਟਾਈਮ ਆਉਂਦਾ ਕਿ ਤੁਹਾਨੂੰ ਆਪ ਨੂੰ ਫੀਲ ਹੋਣ ਲੱਗ ਪੈਂਦਾ ਕਿ ਸੱਚ। ਯਾਨੀ ਤੁਸੀਂ ਇੱਕ ਝੂਠ ਆਪ ਕ੍ਰੀਏਟ ਕਰ ਲਓ, ਉਹਨੂੰ ਬੋਲੀ ਜੋ, ਉਹਨੂੰ ਵੀ ਦੱਸੋ, ਉਹਨੂੰ ਵੀ ਦੱਸੋ, ਇੱਕ ਟਾਈਮ ਆਏਗਾ ਤੁਹਾਨੂੰ ਆਪ ਨੂੰ ਨਹੀਂ ਯਕੀਨ ਹੋਏਗਾ ਕਿ ਝੂਠਾ, ਤੁਹਾਨੂੰ ਸੱਚ ਲੱਗਣ ਲੱਗ ਪਏਗਾ। ਚੰਨ ਵਾਲੀ ਮਾਈ, ਹਾਂਜੀ, ਇਮਰਾਨ ਸੀਰੀਅਸ ਡਾਈਜੈਸਟ, ਹਾਂਜੀ ਡਾਈਜੈਸਟ ਬੜਾ ਮਸ਼ਹੂਰ ਹੁੰਦਾ, ਠੀਕ ਹੈ ਜੀ। ਉਸ ਟਾਰਜ਼ਨ ਉਮਰੋ ਯਾਰ ਜੀ, ਉਹ ਜ਼ਮੀਲ ਚੋਂ ਕੱਢੀ ਜਾ ਰਿਹਾ ਸਾਰਾ ਕੁਝ। ਮਤਲਬ ਉਹ ਦਿਲ ਕਰੇ 5 ਮਰਲੇ ਦਾ ਮਕਾਨ ਵੀ ਕੱਢ ਲਵੇ ਜ਼ਮੀਲ ਚੋਂ। ਅਲੀ ਬਾਬਾ। ਔਰ ਉਹਨਾਂ ਨੇ ਉਹੀ ਜਿਹੜੀ ਫਿਲਮ ਡਿਮਾਸਕ, ਉਹ 'ਚ ਜਿਹੜਾ ਦਿਮਾਸਕ ਵਾਲਾ ਹੀਰੋ ਦੇਖਿਆ ਨੀ, ਉਹ ਜੇਬ ਚੋਂ ਕੀ ਕੱਢੀ ਜਾਂਦਾ, ਉਹ ਤੋਪ ਹੀ ਕੱਢ ਲੈਂਦਾ ਜੇਬ ਦੇ ਵਿੱਚੋਂ। ਅਲੀ ਬਾਬਾ 39 ਚੋਰ, ਅਲੀ ਬਾਬਾ 40, ਇੱਕ ਫੌਤ ਹੋ ਗਿਆ, 39 ਰਹਿ ਗਏ ਸਾਰੇ। ਹਾਂ, ਅਲੀ ਬਾਬਾ 40 ਚੋਰ। ਅੱਛਾ ਜੀ, ਉਹ ਜਿਹੜਾ ਡਰ ਲੱਗਦਾ ਘਰਾਂ 'ਚੋਂ, ਕਹਿੰਦੇ ਆਪਣੇ, ਉਹ ਜੈਨੂਇਨ ਉਸਤਾਦ ਜੀ ਮੈਨੂੰ ਵੀ ਲੱਗਦਾ ਆਪਣੇ ਹੀ ਘਰ 'ਚੋਂ। ਹਾਂ, ਸਾਰੇ ਘਰ 'ਚੋਂ ਨਹੀਂ, ਸਾਡਾ ਇੱਕ ਘਰ ਸੀ, ਅਕਸਰ ਘਰਾਂ ਦੀ ਕਿਸੇ ਇੱਕ ਗੈਲਰੀ ਹੁੰਦੀ ਘਰ ਦੇ ਵਿੱਚ, ਔਰ 2.5 ਮਰਲੇ ਦਾ ਘਰ, ਉਹਦੇ 'ਚ 99% ਬਲਕਿ 100% 2.5 ਮਰਲੇ ਦੇ ਘਰ 'ਚ ਜਿਹੜੇ ਨਕਸ਼ੇ, ਜਿਹੜਾ ਰੈਗੂਲਰ ਨਕਸ਼ੇ ਨੇ, ਹੁਣ ਤੇ ਅਜੀਬ ਜਿਹੇ ਬਣਨ ਲੱਗ ਪਏ ਨਾ, ਕਿ ਇੰਜ ਤੁਸੀਂ ਡੇੜੀ ਆ, ਡੇੜੀ ਦੇ ਨਾਲ ਬੈਠਕ ਆ, ਬੈਠਕ ਦੀ ਕੰਧ ਦੇ ਨਾਲ ਪੌੜੀਆਂ ਨੇ, ਇੰਜ ਜਾ ਰਹੀਆਂ ਨੇ, ਉਸ ਤੋਂ ਬਾਅਦ ਇੰਜ ਜਾ ਰਹੀਆਂ ਨੇ, ਬਸ ਇਹ ਨਕਸ਼ਾ ਹੁੰਦਾ ਸੀ। ਅੱਗੇ ਵਿਹੜਾ ਵਾ, ਪੌੜੀਆਂ ਦੇ ਥੱਲੇ ਵਾਸ਼ਰੂਮ ਆ, ਨਾਲ ਕਿਚਨ ਆ, ਪਿੱਛੇ ਕਮਰਾ ਵਾ। ਇਹ ਇੱਕ ਸਾਡਾ ਕੌਮੀ ਨਕਸ਼ਾ ਵਾ 2.5 ਮਰਲੇ ਦਾ। 2.5 ਮਰਲੇ ਦੇ ਮਕਾਨ ਦਾ ਕੌਮੀ ਨਕਸ਼ਾ ਵਾ। ਹੁਣ ਬਣਨ ਲੱਗ ਪਿਆ ਗਰਾਜ ਵੀ, ये वो आ गए ना, वो दूसरे वो जो नक्शे बना आर्किटेक्ट्स वगैरह, 2.5 मरले में ये कर देंगे, 2 मरले में ये। पहले आए सी, पहले कोई आर्किटेक्ट नहीं, ठीक है जी। ਉਹ ਸਾਡਾ ਸੇਮ ਉਹ ਘਰ ਸੀ। ਉਹ ਸਰ ਜਦੋਂ ਅੱਛਾ ਫਿਰ ਕੀ ਹੁੰਦਾ ਸੀ, ਇੰਜ ਤੁਸੀਂ ਫਿਰ ਜਿਹੜਾ ਤੁਹਾਡਾ ਕਿਚਨ ਆ ਨਾ ਵਿਹੜੇ 'ਚ, ਉਹਦੇ ਉੱਤੇ ਇੱਕ ਛੇੜ ਪਈ, ਉੱਥੇ ਗੈਲਰੀ ਵੀ ਬਣੀ ਸਪੇਸ ਵਾਸਤੇ। ਕਈਆਂ 'ਚ ਨਹੀਂ ਸੀ ਬਣੀ ਹੁੰਦੀ, ਸਾਡੇ ਬਣੀ ਸੀ। ਇੰਜ ਪੌੜੀ ਚੜ੍ਹ ਕੇ ਨਾ, ਹੁਣ ਜਿੱਥੋਂ ਇੰਜ ਮੁੰਡਾ ਨਾ, ਅਗਲੀ ਪੌੜੀ ਚੜ੍ਹਨੀ ਆ, ਉਸ ਪੌੜੀ ਦੇ ਨਾਲ
ਗ੍ਰਿਲ ਲੱਗੀ ਸੀ, ਗ੍ਰਿਲ ਦੇ ਅੰਦਰ ਜਾ ਕੇ ਸਾਹਮਣੇ ਉਹ ਗੈਲਰੀ ਹੁੰਦੀ ਸੀ। ਉਸਤਾਦ ਜੀ ਮੈਂ ਇੰਜ ਚੜ ਰਿਹਾ ਨਾ ਤੇ ਉੱਥੋਂ ਆ ਕੇ ਨਾ ਤੇ ਮੈਂ ਇੰਜ ਇੱਧਰ ਕੰਧ ਵੱਲ ਵੇਖਦਾ ਇੰਜ ਕਰਕੇ ਮੈਂ ਉਹਨੂੰ ਟਪਾ ਕੇ ਲੰਘਦਾ ਹੁੰਦਾ ਸੀ। ਕੁਛ ਵੀ ਨਹੀਂ ਉੱਥੇ ਹੈਗਾ, ਗੈਲਰੀ ਹੈ ਤੇ ਐਵੇਂ ਮਤੱਕਾ ਲਾਇਆ ਵੀ ਇੱਥੇ ਕੋਈ ਚੀਜ਼ਾਂ ਨਹੀਂ ਤੇ ਉਹਨਾਂ ਕੋਲ ਡਰ ਰਹੇ ਆ। ਉਸਤਾਦ ਜੀ ਤੇ ਮੇਰਾ ਅੱਬਾ ਕੀ ਕਰਦਾ ਹੁੰਦਾ ਸੀ, ਐਸਾ ਸ਼ਹਜ਼ਾਦਾ ਮੇਰਾ ਅੱਬਾ ਸੀ, ਕੁਛ ਨਹੀਂ ਉਹਨੇ ਕਹਿਣਾ। ਉਹਨੇ ਮੇਰੇ ਹੱਥ ਬੰਨਣੇ, ਪੈਰ ਬੰਨਣੇ। ਔਰ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਖੁਸ਼ਕਿਸਮਤ ਬੱਚਾ ਹੁੰਦਾ ਜਿਹਨੇ ਮਾਂ ਪਿਓ ਦੀ ਮਾਰ ਖਾਧੀ ਹੁੰਦੀ। ਮੇਰੇ ਦੋਵਾਂ ਭਰਾਵਾਂ ਨੇ, ਭੈਣ ਨੇ ਨਹੀਂ ਮਾਰ ਖਾਧੀ, ਮੈਂ ਖਾਧੀ ਔਰ ਤੁੰਨ 52 ਖਾਧੀ। ਕਿਉਂ? ਹਮੇਸ਼ਾ ਸ਼ਰਾਰਤੀ ਬੱਚਾ ਕੁੱਟ ਖਾਂਦਾ ਔਰ ਸ਼ਰਾਰਤੀ ਬੱਚਾ ਹਮੇਸ਼ਾ ਬਰੀਕ ਜ਼ੇਨ ਵਾਲਾ ਹੁੰਦਾ। ਬਿਲਕੁਲ ਐਕਟਿਵ ਬੱਚਾ, ਸ਼ਰਾਰਤੀ ਬੱਚਾ। ਇੱਕ ਡਾਕਟਰ ਦੇ ਕੋਲ ਇੱਕ ਬੰਦਾ ਆਇਆ, ਕਹਿੰਦਾ ਜੀ ਮੇਰਾ ਬੱਚਾ ਸ਼ਰਾਰਤਾਂ ਬਹੁਤ ਕਰਦਾ। ਉਹਨੇ ਕੋ ਕਿਹਾ ਖੁਸ਼ਕਿਸਮਤੋਂ ਮੇਰੇ ਕੋਲ ਲੋਕੀ ਇਸ ਚੀਜ਼ ਦੀ ਦਵਾਈ ਲੈਣ ਆਉਂਦੇ ਕਿ ਸਾਡਾ ਬੱਚਾ ਸ਼ਰਾਰਤਾਂ ਨਹੀਂ ਕਰਦਾ। ਵਾਹ 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 ਵਾਹ। ਸ਼ਰਾਰਤੀ ਬੱਚੇ ਦਾ ਇੱਕ ਇਹ ਵੀ ਇੱਕ ਨਿਸ਼ਾਨੀ ਹੈ, ਕੋਈ ਜ਼ਹੀਨ ਆ, ਉਹ ਕੁੱਟਿਆ ਨਹੀਂ ਜਾ ਰਿਹਾ, ਬੈਠਾ ਨਹੀਂ ਜਾ ਰਿਹਾ, ਚੀਜ਼ ਛੱਡ ਨਹੀਂ ਰਿਹਾ, ਹਟ ਨਹੀਂ ਰਿਹਾ, ਥੱਕ ਰਿਹਾ। ਇਹ ਵੀ ਉਹਦੀ ਨਿਸ਼ਾਨੀ ਸ਼ਰਾਰਤੀ ਬੱਚੇ ਦੀ। ਉਹ ਸੀ ਮੈਂ ਕਿ ਟਕਾ ਹੈ ਨਹੀਂ, ਟਿਕਣਾ ਨਹੀਂ। ਫਿਰ ਹਾਲੇ ਜਦੋਂ ਜਵਾਨੀ ਮਾਸ਼ਾਅੱਲਾ ਇੰਜ 13 14 15 ਸਾਲ ਦੀ ਹੋਈ ਹੈ ਤਾਂ ਗਾਣੇ ਦਾ ਸ਼ੌਕ ਪੈ ਗਿਆ। ਤੇ ਗਾਣੇ ਦਾ ਸ਼ੌਕ ਇੰਨਾ ਪੈ ਗਿਆ ਵੀ ਅਕੈਡਮੀਆਂ 'ਚ ਬੈਠਾ ਜਾ ਕੇ ਸੁਣੀ ਜਾ ਰਿਹਾ, ਵਾਜੇ ਦੇਖੀ ਜਾ ਰਿਹਾ ਤੇ ਤਰਸ ਰਿਹਾ ਕਿ ਮੈਨੂੰ ਵੀ ਕੋਈ ਇੱਦਾਂ ਕਰਾਵੇ, ਮੈਨੂੰ ਵੀ ਕੋਈ ਇੱਦਾਂ ਕਰਾਵੇ। ਠੀਕ ਹੈ ਨਾ? ਤੇ ਉਹਦੇ 'ਚ ਪਤਾ ਹੀ ਨਹੀਂ, ਗਾਣੇ ਸੁਣੀ ਜਾ ਰਿਹਾ, ਮਗਨ ਹੋਇਆ ਪਿਆ ਪੂਰਾ। ਅੱਬੇ ਹੁਣੀ ਲੱਭ ਰਹੇ ਨੇ। ਠੀਕ ਹੈ ਜੀ। ਉਹ ਲਾਈਨ ਵੀ ਬਿਲਕੁਲ ਮੁਖਤਲਿਫ। ਅੱਬੇ ਹੋਣਾ ਗੋਲ ਕਰਿਆਨੇ 'ਚ ਕਰਿਆਨੇ ਦੀ ਦੁਕਾਨ ਆ, ਪੁੱਤਰ ਅਕੈਡਮੀ 'ਚ ਬੈਠਾ ਵਾਜਾ ਸਿੱਖਣ ਦਿਆ। ਅਜੀਬ ਜਿਹਾ ਸਿਸਟਮ ਹੋਇਆ ਪਿਆ। ਇਹਦਾ ਭਰਾ ਵੀ ਉਸਤਾਦ ਜੀ ਨੂੰ ਕਹਿੰਦਾ ਭਾਜੀ ਮੈਨੂੰ ਡਰ ਲੱਗਦਾ। ਕਹਿੰਦਾ ਕਾਹਦੇ ਤੋਂ? ਕਹਿੰਦਾ ਤੁਹਾਡੇ ਤੋਂ। ਕਹਿੰਦਾ ਕਾਹਦੇ ਤੋਂ? ਕਹਿੰਦਾ ਇਸ ਤੋਂ ਕਿ ਜਿਹੜਾ ਕੱਲ ਮੈਂ ਤੁਹਾਨੂੰ ਪੈਸੇ ਦੇਣੇ, ਜੇ ਮੈਂ ਨਾ ਦਿੱਤੇ ਤੁਸੀਂ ਮੈਨੂੰ ਮਾਰਨਾ। ਨਹੀਂ, ਉਹ ਸੁਣ ਲਓ ਨਾ, ਉਹ ਗੈਲਰੀ ਦੇ ਵਿੱਚੋਂ ਉਹਨੇ ਮੇਰੇ ਹੱਥ ਪੈਰ ਬੰਨਣੇ, ਕੁਛ ਨਹੀਂ ਕਰਨਾ ਉਹਨੇ। ਹੱਥ ਪੈਰ ਬੰਨਣੇ, ਮੈਨੂੰ ਗਠਰੀ ਜੀ ਬਣਾਉਣਾ ਉਹਨੇ। ਗਠਰੀ ਜੀ ਬਣਾ ਕੇ ਚੁੱਕ ਕੇ ਤੇ ਉਹਨੇ ਮੈਨੂੰ ਉਸ ਗੈਲਰੀ ਦੇ ਅੰਦਰ ਪੇਟੀ ਹੁੰਦੀ ਸੀ ਉਹਦੇ ਉੱਤੇ ਰੱਖ ਕੇ ਥੱਲੇ ਆ ਜਾਣਾ, ਜਿੱਥੇ ਡਰ ਲੱਗਦਾ। ਤੇ ਮੇਰਾ ਹੁਣ ਅੱਗੋਂ ਹਿਸਾਬ ਲਾਓ, ਮੈਂ ਉਸ ਕੰਡੀਸ਼ਨ ਨੂੰ, ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰ ਰਿਹਾ। ਹੁਣ ਮੈਨੂੰ ਇਹ ਕਨਫਰਮ ਆਇਆ ਕਿ ਇੱਥੇ ਕੋਈ ਚੀਜ਼ਾਂ ਹੈ ਨੇ ਤੇ ਮੈਂ ਉਹ ਚੀਜ਼ਾਂ ਨੂੰ ਗੇੜਾ ਕਿੱਦਾਂ ਦੇ ਰਿਹਾ ਕਿ ਜਿੱਥੇ ਅੱਬਾ ਰੱਖ ਕੇ ਗਿਆ ਨਾ, ਸ਼ਾਇਦ ਜੈਨੂਨ ਗਠਰੀ ਵੀ ਹੁੰਦੀ ਨਾ ਤਾਂ ਉਹਦਾ ਵੀ ਕੋਈ ਵੱਟ ਵੁੱਟ ਹਿੱਲ ਜਾਂਦਾ ਬਾਅਦ ਚ। ਤੁਹਾਡੇ ਭਰਾ ਜਿੱਥੇ ਅੱਬੇ ਨੇ ਇੰਜ ਰੱਖਿਆ ਉੱਥੇ ਹੀ ਹੈ, ਬਸ ਪੱਥਰ ਹੀ ਹੋਏ ਕਿ ਜਿਹੜੇ ਜਿੰਨਾਤ ਨੇ ਉਹ ਵੀ ਇਹ ਸਮਝਣ ਕਿ ਕੋਈ ਗਠਰੀ ਆ, ਇਹ ਸਜਾਦ ਨਹੀਂ। ਸਾਹ ਨਹੀਂ ਲੈ ਰਿਹਾ ਤੁਹਾਡਾ ਭਰਾ ਬਈ 2 ਘੰਟੇ ਬਾਅਦ ਉੱਤੇ ਆਇਆ ਤੇ ਮੇਰੀ ਇਮਾਨਦਾਰੀ ਚੈੱਕ ਕਰੋ, ਜਿੱਥੇ ਉਹਨੇ ਰੱਖਿਆ ਮੈਂ ਉੱਥੇ ਹੀ ਪਿਆ। ਤੇ ਮਾਂ ਮੇਰੀ ਨੂੰ ਪਤਾ ਹੁੰਦਾ ਸੀ ਕਿ ਉਹ ਡਰਦਾ ਵਾ, ਤੇ ਮਾਂ ਮੇਰੀ ਨੇ ਥੱਲੇ ਤਰਲੇ ਮਿੰਤਾ, ਉਤੋਂ ਅੱਬੇ ਦਾ ਗੁੱਸਾ ਠੰਡਾ ਹੋਣਾ ਤੇ ਉਹਨੇ ਕਹਿਣਾ ਜਾਨ ਲਾ ਲਿਆ ਨਾ ਕੁਛ ਹੋ ਜਾਊਗਾ, ਉਹ ਤਾਂ ਡਰਦਾ, ਉਹ ਤਾਂ ਲੰਘਦਾ ਨਹੀਂ ਉਧਰੋਂ ਦੀ। ਤੇ ਸਜਾਦ ਜਾਂ ਨਹੀਂ ਟੈਂਦੀ, ਬਸ ਸਜਾਦ ਨੇ ਜ਼ੇਨ ਚ ਆ ਕੇ ਆਲੇ ਦੁਆਲੇ ਸਾਰੇ ਜਿੰਨ ਖੜੇ ਨੇ, ਚੜੇਲਾਂ ਖੜੀਆਂ ਨੇ ਔਰ ਆਪਣਾ ਆਪਣਾ ਕੰਮ ਕਰ ਰਹੀਆਂ ਨੇ, ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਇੱਥੇ ਸਜਾਦ ਵੀ ਹੈ। ਡਰ ਵੀ ਨਹੀਂ ਰਹੇ। ਹਾਂ, ਮੈਂ ਉਹਨਾਂ ਨੂੰ ਗੇੜਾ ਦੇ ਰਿਹਾ, ਹਾਂ ਇੰਨਾ ਡਰਿਆ ਕਿ ਡਰ ਹੀ ਨਹੀਂ ਰਿਹਾ। ਤੇ ਉੱਥੇ ਹੀ ਸਾਹ ਨਿਜ਼ਾਮ ਬਿਲਕੁਲ ਤੇ ਹਨੇਰਾ। ਤੇ ਜ਼ੇਨ 'ਚ ਕੀ ਆ ਰਿਹਾ ਕਿ ਇਹ ਹੁਣ ਨਾ ਇੰਜ ਹੋਣਾ ਵਾ, ਪੈਰ ਨੂੰ ਕਿਸੇ ਨੇ ਇੰਜ ਕਰਨਾ। ਇਹ 24 ਘੰਟੇ ਵੀ ਹੁਣ ਵੀ ਕੀਤਾ, ਇਹ ਕੰਡੀਸ਼ਨ ਹੋਈ ਪਈ। 2 ਘੰਟੇ ਬਾਅਦ ਪਤਾ ਲੱਗਣਾ ਥੱਲਿਓਂ ਆਵਾਜ਼ਾਂ ਆਈਆਂ ਨੇ, ਕੋਈ ਹਿਸਾਬ ਕਿਤਾਬ। ਅੱਬੂ ਉੱਪਰ ਆਏ ਨੇ, ਉਹਨਾਂ ਨੇ ਬੂਹਾ ਖੋਲਿਆ ਵਾ, ਉਹਨਾਂ ਨੇ ਉਦਾਂ ਹੀ ਮੈਨੂੰ ਚੁੱਕਿਆ ਵਾ, ਉੱਥੋਂ ਚੁੱਕ ਕੇ ਥੱਲੇ ਜਾ ਕੇ ਰੱਖਦੇ। ਮੈਂ ਹੈਪੀ, ਮੈਨੂੰ ਇੰਜ ਲੱਗਿਆ ਮੈਂ ਕਿਤੇ ਗਿਆ ਹੀ ਨਹੀਂ। ਠੀਕ ਹੈ ਨਾ? ਤੇ ਜਿਨ੍ਹਾਂ ਨੂੰ ਵੀ ਗੇੜਾ ਦੇ ਕੇ ਆ ਗਿਆ ਤੁਹਾਡਾ ਭਰਾ, ਤੇ ਇੰਜ ਹੁੰਦਾ ਸੀ ਹਿਸਾਬ ਕਿਤਾਬ। ਭਾਜੀ ਇਹ ਬੜਾ ਰੌਲਾ ਹੁੰਦਾ। ਇਹਨਾਂ ਦੇ ਘਰੋਂ ਬਾਹਰੋਂ ਲੰਘਦੀਆਂ ਛਾਵਾਂ ਬਾਹਰਲੀਆਂ, ਉਹ ਇਹਨਾਂ ਦੇ ਘਰਾਂ ਇਸ਼ਾਰਾ ਕਹਿੰਦੇ ਨਹੀਂ ਇੱਥੇ ਕੋਈ ਛਾਵਾਂ ਜੇ। ਨਹੀਂ ਕਹਿੰਦੇ ਇੱਥੇ ਮਿਠਾਈ। ਉਸਤਾਦ ਜੀ ਇਹਨੇ ਵੀ ਆਪਣੇ ਅੱਬੂ ਨੂੰ ਕਹਾ ਆਪਣੀ ਗੈਲਰੀ ਦੇ ਕੋਈ ਚੀਜ਼ਾਂ, ਕਹਿੰਦਾ ਛੇੜੀ ਨਾ ਮੇਰੀਆਂ ਵਾ। ਇਹਦਾ ਅੱਬਾ ਕੱਲ ਨੂੰ ਕਹਿੰਦਾ ਓਏ ਉਰੇ ਆ, ਜਿਹੜੀਆਂ ਕੱਲ ਗੈਲਰੀ 'ਚ ਤੈਨੂੰ ਚੀਜ਼ਾਂ ਨਜ਼ਰ ਆਈਆਂ ਸੀ, ਹਾਂਜੀ ਕਿਹੜੇ ਕਬਾੜੀਏ ਨੂੰ ਵੇਚ ਕੇ? ਠੀਕ ਆ ਭਾਜੀ, ਮੈਨੂੰ ਸ਼ੱਕ ਸੀ ਉੱਥੇ ਚੀਜ਼ਾਂ ਵਾ, ਕਹਿੰਦਾ ਫਿਰ ਮੈਂ ਵੇਚ ਆਇਆ। ਹੁਣ ਮੈਨੂੰ ਸ਼ੱਕ ਆ ਉਹ ਕਬਾੜੀਏ ਦੇ ਕੋਲ ਆ। ਸਾਹ ਜੀ ਕਿਤਾਬ ਪੜ੍ਹਨ ਵਾਲਾ ਬੰਦਾ ਨਾ, ਕਿਤਾਬ ਦੇ ਵਿੱਚ ਅਕਸਰ, ਮੈਂ ਇੱਕ ਕਿਤਾਬ ਪੜ੍ਹੀ ਸੀ ਖਾਕ ਔਰ ਖੂਨ। ਉਹ ਮੈਂ ਖਾਕ ਔਰ ਖੂਨ ਸਾਹ ਜੀ ਮੈਂ 1 ਸਾਲ ਉਸ ਕਿਤਾਬ ਦੇ ਵਿੱਚੋਂ ਹੀ ਨਹੀਂ ਨਿਕਲਿਆ। ਓਏ ਮਕਾਨ ਢਾਏ ਸੀ ਨਾ, ਫਿਰ ਉੱਧਰ ਹੀ ਵੜ ਗਏ। ਅੱਛਾ, ਮਤਲਬ ਉਹਦੇ ਅੰਦਰ ਹੀ ਰਿਹਾ, ਸੌਂਦਾ ਵੀ ਉਹਦੇ ਅੰਦਰ ਰਿਹਾ, ਮਤਲਬ ਯਾਨੀ ਤੁਮਹਾਰਾ ਸਿਰ ਥੱਲੇ ਰੱਖ ਕੇ ਸੌ ਜਾਂਦਾ ਸੀ। ਲਫ਼ਜ਼ ਲੈ ਇੰਜ ਕੇਲੀਏ ਉੱਤੇ ਲੈ ਕੇ ਪੈ ਜਾਂਦਾ। ਲੈ ਕੇਲੀਏ ਉੱਤੇ ਲੈ ਲਿਆ। ਅੱਛਾ, ਉਹ ਸਾਲ ਬਾਅਦ ਕਿਤਾਬ ਚੋਂ ਬਾਹਰ ਹੈ ਤੇ ਲਫ਼ਜ਼ ਛਪੇ ਆ। ਨਹੀਂ ਏਦਾਂ ਹੀ ਸੀ, ਬਹਿ ਜਾਂਦਾ ਸੀ। ਅੱਛਾ ਜੀ। ਹਾਂ, ਇਹ ਲੇਕਿਨ ਕੋਣੀ ਥੱਲੇ ਰੱਖ ਕੇ ਆਇਆ ਸੌਂ।
ਕਿਤਾਬ ਦੇ ਅੰਦਰ ਹੀ ਰਿਹਾ ਅੰਦਰ ਜਿਹੜਾ ਫਹਿਰਿਸਤ ਉੱਪਰ ਲੈ ਕੇ ਸੌਂਦਾ ਸੀ ਕੀ ਫਹਿਰਿਸਤ ਅਰਜ਼ਨ ਆਸ਼ਰ ਥੱਲੇ ਵਿਛਾ ਲੈਣੀ ਖਤਮਸ਼ੁਦਾ ਦਾ ਸੁਰਾਣਾ ਬਣਾ ਲੈਣਾ। ਸਹੀ ਗੱਲ ਆ ਇਹ ਤੁਮਨ ਦੇ ਨਾਲ ਐ ਖੇਡਦਾ ਰਹਿੰਦਾ ਹੁੰਦਾ ਸੀ ਯਕੀਨ ਕਰ ਜਦੋਂ ਕਿਤਾਬ ਚੋਂ ਇਹ ਬਾਹਰ ਜਦੋਂ ਬਾਹਰ ਆਇਆ ਨਾ ਕਿਤਾਬ ਦੇ ਸਾਰੇ ਲਫ਼ਜ਼ ਉਲਟ ਪੁਲਟ ਹੋਏ ਖਿਲਰੇ ਪਏ ਨਿਕਲ ਕੇ ਕਿਤਾਬ ਛੁੱਡਾ ਮਾਰ ਆਇਆ ਨਾ ਇੰਜ ਕਰਕੇ ਆਹੋ ਜਦੋਂ ਬਾਹਰ ਆਇਆ ਹੱਥ 'ਚ ਜਬ ਤੱਕ ਸੀਗਾ ਇੰਜ ਕਰਕੇ ਉਹ ਲੱਗ ਲੈ ਹੱਥ 'ਚ ਕਹਿੰਦਾ ਜਬ ਤੱਕ ਸੀ ਇਹਨੇ ਕਿਤਾਬ ਚੋਂ ਬਾਹਰ ਨਿਕਲ ਕੇ ਚੁਨਾਚੇ ਵਾਪਸ ਉੱਥੇ ਹੀ ਲਾ ਰਹੇ ਚੁਨਾਚੇ ਇੱਥੋਂ ਨਾ ਲਹੂ ਨਿਕਲਣ ਦੇ। ਮੈਂ ਕਿਹਾ ਇਹ ਕੀ ਕਹਿੰਦਾ ਬਿੱਲ ਆਖਰ ਫਿਰ ਗਿਆ। ਕਹਿੰਦਾ ਇਹ ਕੀ ਆ ਕਹਿੰਦਾ ਇੱਥੇ ਸਾਮਾ ਬਿੱਲ ਆਖਰ ਫਿਰ ਗਿਆ ਕਿਤਾਬ 'ਚ ਤਾਂ ਸਾਹ ਘੁੱਟਣਿਆ ਹੱਥਾਂ ਕੇ ਇੰਜ ਕਰਕੇ ਵੇਖਣ ਡਿਆ ਹੱਤਾ ਕੇ ਇਹ ਕਹਿੰਦਾ ਮੇਰੇ ਮੋਰਾਂ ਘੁੱਟੀ ਨਾ ਰਖਤੇ ਸਫਰ ਚੁੱਕ ਚੁੱਕ ਥੱਕ ਗਿਆ ਵਾਂ। ਇਹ ਬਾਹਰ ਆ ਕੇ ਬੰਦਾ ਕਹਿੰਦਾ ਇੱਕ ਮਿੰਟ ਦਿਖਾਈ ਓਏ ਹੋਇਆ ਤੇਰੇ ਕੁਛ ਫਸਿਆ ਹੀ ਯਾਰ ਇਹਦੇ ਕੁਛ ਇੱਥੇ ਲਮਕਣ ਦਿਆ ਇਹਨੇ ਕਿਹਾ ਪੁੱਛ ਮੈਂ ਸਾਲ ਬਾਅਦ ਕਿਤਾਬ 'ਚੋਂ ਨਾ ਤੁਹਾਡੇ ਲਈ ਕੀ ਲੈ ਕੇ ਆਵਾਂ ਕਹਿੰਦਾ ਮੇਰੀ ਆਖਰ ਕਿਉਂ ਲਈ ਆਖਿਰ ਕਿਉਂ ਕਹਿੰਦਾ ਆ ਤੀਲੀ ਦੇ ਮੈਂ ਦੰਦਾਂ ਚ ਨਹੀਂ ਕੱਢਣਾ। ਮੈਂ ਦੱਸ ਕਹਿੰਦਾ ਮੈਂ 2 ਸਾਲ ਕਿਤਾਬ 'ਚ ਹੀ ਰਿਹਾ ਆਹੋ ਤੇ ਉਹ ਬੰਦੇ ਦੇ ਟਰਾਂਸ ਚ ਚਲਾ ਜਾਂਦਾ ਨਾ ਬੰਦਾ ਜਦੋਂ ਕਿਤਾਬ ਪੜ੍ਹਦਾ ਖਾਕ ਔਰ ਖੂਨ ਪਾਕਿਸਤਾਨ ਇੰਡੀਆ ਦੀ ਜੋ ਵੰਡੀਆਂ ਪਈਆਂ ਸੀ ਨਾ ਉਹਦੇ ਤੇ ਕਿਤਾਬ ਲਿਖੀ ਏ ਤੇ ਉਸਤਾਦ ਜੀ ਇੱਕ ਕਰੈਕਟਰ ਹੈਗਾ ਸਲੀਮ ਨਾਂ ਦਾ। ਉਹ ਕਿੱਦਾਂ ਉਹ ਪਿਆਰ ਮੁਹੱਬਤ ਸੀ ਕਿੱਦਾਂ ਫਿਰ ਕਤਲੋ ਗਾਰਤ ਸ਼ੁਰੂ ਹੋਈ ਤੇ ਉਸਤਾਦ ਜੀ ਮੈਂ ਉਹ ਕਰੈਕਟਰ ਬਣ ਗਿਆ ਸਲੀਮ। ਹਾਂ ਇਦਾਂ ਹੁੰਦਾ ਤੇ ਹੁੰਦਾ ਏਦਾਂ। ਉਹ ਟ੍ਰੇਨ ਚ ਕਿੱਦਾਂ ਆਏ ਨੇ ਫਿਰ ਇਸਲਾਮਾਬਾਦ ਇੱਕ ਬੰਬਾਰੀ ਸ਼ੁਰੂ ਹੋਈ ਉੱਥੋਂ ਬਚਿਆ ਉਹ ਸਾਰੀ ਕਹਾਣੀ ਜਿਹੜੀ ਮੈਂ 1 ਸਾਲ ਉਸ ਕਹਾਣੀ ਚੋਂ ਨਹੀਂ ਬਾਹਰ ਨਿਕਲਿਆ ਉਸਤਾਦ ਜੀ। ਐਸਾ ਉਹ ਮੇਰੇ ਤੇ ਛਾਇਆ ਔਰ ਫਿਰ ਮੈਨੂੰ ਡਰ ਲੱਗਦਾ ਰਿਹਾ ਔਰ ਇਹਦੇ ਤੋਂ ਮੈਂ ਇੰਨਾ ਡਰਿਆ ਕਿ ਮੈਨੂੰ ਰਾਤਾਂ ਤੋਂ ਕੱਲਿਆਂ ਸੌਣ ਤੋਂ ਇੰਨਾ ਡਰ ਲੱਗਦਾ ਨਾ ਉਸਤਾਦ ਜੀ ਮੈਂ ਅੱਜ ਵੀ ਨਹੀਂ ਸੌਂ ਸਕਦਾ। ਮੈਂ ਨਾਲ ਆਪਣੇ ਭਰਾ ਨੂੰ ਕਹਿੰਦਾ ਹੁੰਦਾ ਯਾਰ ਕਿਤੇ ਕੋਈ ਚਲੇ ਜਾਣਾ। ਸਾਡਾ ਘਰ ਸੀ ਨਾ ਰਜ਼ਾਬਾਦ 6 ਨੰਬਰ ਗਲੀ 'ਚ ਉਹਦਾ ਵਾਸ਼ਰੂਮ ਸੀ ਉੱਪਰ ਗੁਸਲਖਾਨਾ ਯਾਨੀ ਨਹਾਉਣ ਵਾਲਾ ਥੱਲੇ ਸੀ ਸਿਸਟਮ ਵਾਸ਼ਰੂਮ ਜਿਹੜਾ ਜਿਹਨੂੰ ਲੈਟਰਿਨ ਕਹਿੰਦੇ ਇਹ ਉੱਤੇ ਸੀ। ਹਾਂਜੀ ਕੀ ਬਾਤ ਹੈ ਯਾਨੀ ਕਿ ਉਹ ਬਾਕੀ ਘਰ ਨਾਲ ਅੱਛਾ ਇਹ ਅਕਸਰ ਹੁੰਦਾ ਸੀ ਇਸ ਤਰ੍ਹਾਂ ਕਿ ਜਿਹੜਾ ਲੈਟਰਿਨ ਹੈ ਨਾ ਉੱਪਰ ਗੁਸਲਖਾਨਾ ਥੱਲੇ ਇਸ ਤਰ੍ਹਾਂ ਅਕਸਰ ਹੁੰਦਾ ਸੀ। ਲੈਟਰਿਨਾਂ ਲਹਿਦਾ ਹੁੰਦੀਆਂ ਸੀ ਜਾਂ ਬਾਹਰ ਦੀ ਸਾਈਡ ਤੇ ਹੁਣ ਤਾਂ 2.5 ਮਰਲੇ ਦੇ ਮਕਾਨ ਦੇ ਵਿੱਚ ਵਿਹੜੇ ਦੇ ਵਿੱਚ ਲੈਟਰਿਨ ਹੁੰਦੀ ਹੈ ਯਾਨੀ ਜੋ ਵੀ ਅੰਦਰ ਆਵਾਜ਼ਾਂ ਆ ਰਹੀਆਂ ਪੂਰਾ ਘਰ ਸੁਣ ਰਿਹਾ ਹੁੰਦਾ ਠੀਕ ਹੈ ਨਾ ਤੇ ਇਹ ਨਿਜ਼ਾਮ ਉਦੋਂ ਉੱਪਰ ਸੀ। ਹੁਣ ਮੈਨੂੰ ਉੱਤੋਂ ਡਰ ਲੱਗਦਾ ਸੀ ਯਾਨੀ ਇਹ ਉਸ ਦੌਰ ਦੀ ਗੱਲ ਆ ਜਿਹੜੇ ਪਹਿਲੇ ਮਕਾਨ ਦੀ ਗੱਲ ਦੱਸੀ ਨਾ ਉਹ ਕੋਈ 5-7 ਸਾਲ ਬਾਅਦ 10 ਸਾਲ ਬਾਅਦ ਦੀ ਗੱਲ ਹੈ। ਇਹ ਉਦੋਂ ਆ ਜਦੋਂ ਕੋਈ 9-10 ਸਾਲ ਉਮਰ ਹੁੰਦੀ ਹੈ ਬੱਚੇ ਦੀ ਉਸ ਟਾਈਪ 6 ਨੰਬਰ ਗਲੀ 'ਚ। ਹੁਣ ਇੱਕ ਭਰਾ ਮੇਰਾ ਛੋਟਾ ਵਾ 2 ਸਾਲ ਇੱਕ ਹੋਰ 2 ਸਾਲ ਛੋਟਾ ਵਾ ਤੇ ਮੇਰੀ 11 ਸਾਲ 12 ਸਾਲ ਉਮਰ ਹੋ ਗਈ ਤੇ ਕਬੂਤਰ ਵੀ ਅਸੀਂ ਲੱਕੇ ਕਬੂਤਰ ਵੀ ਘਰ ਰੱਖੇ ਨੇ। ਉਹਨਾਂ ਦਾ ਵੀ ਤੁਹਾਨੂੰ ਕਿਸੇ ਨੇ ਵਾਕਿਆ ਸੁਣਾਉ ਵੀ ਉਹ ਉਹਨਾਂ ਨਾਲ ਕੀ ਬਣਿਆ ਸਾਡਾ। ਉਸਤਾਦ ਜੀ ਹੁਣ ਜਦੋਂ ਕਿਤੇ ਹਾਜਤ ਮਹਿਸੂਸ ਹੋਣੀ ਤੇ ਦਿਨੇ ਤੇ ਚਲੇ ਜਾਣਾ ਤੇ ਰਾਤ ਨੂੰ ਦੋਵੇਂ ਭਰਾ ਮੇਰੇ ਠੀਕ ਤੇ ਮੈਂ ਡਰਦਾ ਸਾਂ ਉੱਤੇ ਜਾਣ ਤੋਂ। ਤੇ ਖਰਚਾ ਕਿੰਨਾ ਮਿਲ ਰਿਹਾ 5 ਰੁਪਏ ਰੋਜ਼ ਦੇ ਯਾਨੀ ਕਿ ਤੁਹਾਡੀ ਪਾਕਟ ਮਨੀ ਜੀ ਤੇ ਵਿੱਚੋਂ 3 ਵੀ ਮਿਲ ਜਾਂਦੇ ਸੀ ਕਿਸ ਟਾਈਮ। 2 ਰੁਪਏ ਸਕੂਲ ਜਾਣ ਲੱਗਿਆ ਉਹ ਨੀਲਾ ਨੋਟ ਠੀਕ ਹੈ ਜੀ। ਉਸ ਤੋਂ ਬਾਅਦ 2 ਰੁਪਏ ਆ ਕੇ ਤੇ ਕਿਤੇ ਯਾਨੀ 1 ਰੁਪਇਆ ਕਿਤੇ ਤੋੜ ਲੈਣਾ 5 ਰੁਪਏ ਮੈਂ ਕਰ ਲੈਣਾ ਹੁੰਦਾ ਸਾਂ ਜੀ। ਤੇ ਮੇਰੇ ਰੋਜ਼ 5 ਰੁਪਏ ਰਿਸ਼ਵਤ ਤੇ ਜ਼ਾਇਆ ਹੋ ਜਾਂਦੇ ਸੀ। ਰਿਸ਼ਵਤ ਕਾਦੀ ਛੋਟੇ ਭਰਾ ਨੂੰ ਕਹਿਣਾ ਮੇਰੇ ਨਾਲ ਉੱਤੇ ਆ ਜਾ ਤੈਨੂੰ 5 ਰੁਪਏ ਦਊਂਗਾ। ਯਾਰ ਕੀ ਬਾਤ ਹੈ ਕਿਉਂ ਡਰ ਦੀ ਵਜ੍ਹਾ ਤੋਂ 5 ਉਹਨੂੰ ਦੇ ਰਹੇ ਕਿ ਲੈਟ ਵੀ ਕੋਈ ਨਹੀਂ ਉੱਤੇ ਯਾਨੀ ਉਹ ਕੱਚਾ ਜਿਹਾ ਟੈਪ ਕੋਠਾ ਕੱਚਾ ਨਹੀਂ ਪੱਕਾ ਲੇਕਿਨ ਕੋਈ ਇਹ ਅੱਜ ਦਾ ਸਿਸਟਮ ਨਹੀਂ ਯਾਨੀ ਉੱਤੇ ਸਿੰਗਲ ਸਟੋਰੀ ਸੀ ਨਾ ਮਕਾਨ ਤੇ ਪਿੱਛੇ ਇੱਕ ਥੋੜਾ ਜਿਹਾ ਢਾਰਾ ਤੇ ਅਗਲੀ ਸਾਈਡ ਤੇ ਬੈਠਕ ਦੇ ਉੱਤੇ ਉਹ ਬਾਹਰੋਂ ਕਿਉਂਕਿ ਲੈਟਰਿਨ ਉੱਥੇ ਹੁੰਦੀ ਨਾ ਉੱਥੋਂ ਪੈਪ ਸਿੱਧਾ ਬਾਹਰ ਗਟਰ 'ਚ ਜਾਂਦਾ ਉਦੋਂ ਕਿਉਂਕਿ ਉਹ ਨਾ ਸਾਰੀ ਵਾਇਰਿੰਗ ਬਾਹਰ ਹੁੰਦੀ ਸੀ ਜਿਹੜੀ ਅੰਡਰਗਰਾਉਂਡ ਨਹੀਂ ਸੀ ਹੁੰਦੀ। ਹੁਣ ਤੇ ਨਾ ਵੀ ਆਖਰ 10 ਕਮਰੇ ਪਿੱਛੇ ਵੀ ਆ ਤਾਂ ਉੱਥੋਂ ਵੀ ਪੈਪ ਆ ਰਿਹਾ ਉਦੋਂ ਨਹੀਂ ਸੀ ਚੱਕਰ। ਉਦੋਂ ਸਿੱਧੀਆਂ ਕੰਧਾਂ ਖੜੀਆਂ ਕਰਨੀਆਂ ਘਰ ਬਣਾਉਣਾ ਤੇ ਜਿੱਥੇ ਉਹ ਪ੍ਰਣਾਲੇ ਟੈਪ ਉਹ ਨਿਜ਼ਾਮ ਉਹ ਹੋ ਜਾਣਾ ਸੀਵਰੇਜ ਸਿਸਟਮ ਉਹ ਇਸ ਤੋਂ ਬਾਹਰ ਸੀ। ਹੁਣ ਉਸਤਾਦ ਜੀ ਹਨੇਰਾ ਵੀ ਆ ਹੁਣ ਉਹਨੂੰ ਮੈਂ ਕਹਿਣਾ 5 ਰੁਪਏ ਦੇਣੇ ਉਹਨੂੰ ਬਾਹਰ ਆ ਕੇ ਕਿਉਂਕਿ ਪਹਿਲੇ ਲੈ ਲਵੇ ਮੈਂ ਅੰਦਰ ਵੜਾ ਉਹ ਥੱਲੇ ਚੱਲ ਜਾਵੇ ਮੈਂ ਬਾਹਰ ਆਵਾਂ ਤੇ ਮੇਰੀ ਲਾਸ਼ ਹੋ ਜੇ ਨਹੀਂ ਸਮਝ ਰਹੇ ਇਹਨੀ ਸਿਕਿਉਰ ਟੈਪ ਨਿਜ਼ਾਮ। ਹੁਣ 5 ਰੁਪਏ ਦੇਣੇ ਨੇ ਮੈਂ ਆਪਣੇ ਭਰਾ ਛੋਟੇ ਨੂੰ ਕਿ ਉਹ ਮੇਰੇ ਨਾਲ ਜਾ ਰਿਹਾ ਰੋਜ਼ ਉੱਤੇ ਤੇ ਕੰਮ ਤੇ ਰੋਜ਼ ਦਾ ਵਾ ਤੇ ਰੋਜ਼ ਹੀ ਮੈਨੂੰ 5 ਮਿਲ ਰਹੇ ਨੇ। ਮੈਂ ਕਿਹਾ ਯਾਰ ਇਹ ਕਿਹੜੀ ਮੈਨੂੰ ਸਜ਼ਾ ਵਾ ਠੀਕ ਹੈ ਨਾ ਲੇਕਿਨ ਮਜਬੂਰੀ
ਕਿਸੇ ਟਾਈਮ ਉਹਦਾ ਨਾ ਸਾਡੇ ਸਾਹਮਣੇ ਇੱਕ 5 ਮਰਲੇ ਦਾ ਘਰ ਸੀ, ਉਹਨਾਂ ਦੀ ਲੈਟਰੀਨ ਬਿਲਕੁਲ ਯਾਨੀ ਕਿ ਇੰਜ ਥੜੀ ਉਹਨਾਂ ਦੇ ਘਰ ਵੜੇ ਆ ਡੇੜੀ 'ਚ ਤੇ ਨਾਲ ਹੀ ਖੱਬੇ ਹੱਥ ਲੈਟਰੀਨ, ਤੇ ਕਈ ਵਾਰੀ ਮੈਂ ਉੱਥੇ ਨਿਜ਼ਾਮ ਕਰ ਆਇਆ, ਉਹਨਾਂ ਨੂੰ ਪਤਾ ਨਹੀਂ ਲੱਗਾ। ਡਰ ਦੀ ਵਜ੍ਹਾ ਤੋਂ ਜਦੋਂ ਭਰਾ ਨਹੀਂ ਕਾਬੂ ਆ ਰਿਹਾ ਜਾਂ ਭਰਾ ਦੇ ਪੈਸੇ ਮੇਰੇ ਨਾਲ ਬਹੁਤੇ ਹੋਏ, ਉਹ ਨਹੀਂ ਜਾ ਰਿਹਾ, ਕਹਿੰਦਾ ਪਹਿਲੇ ਦੇ। ਅੱਛਾ ਆਧਾਰ ਵੀ ਚੱਲਦਾ? ਭਾਏ ਨੇ ਇੱਕ ਦਿਨ 35 ਰੁਪਏ ਹੋ ਗਏ ਮੇਰੇ ਵੱਲ 7 ਦਿਨਾਂ ਦੇ? 7 ਦਿਨਾਂ ਦੇ ਨਹੀਂ 7 ਦਿਨਾਂ ਦੇ ਨਹੀਂ, ਮਤਲਬ ਵਿੱਚ ਦੇ ਦਿੱਤੇ ਨੇ ਤੇ 25 ਰਹਿ ਗਏ। ਅਗਲੇ ਦਿਨ ਫੇਰ ਚਲਾ ਗਿਆ 30 ਹੋ ਗਏ, ਫੇਰ ਦੇ ਦਿੱਤੇ 25 ਰਹਿ। ਇਸ ਸਟੈਪ ਕਰਦਿਆਂ ਨਾ ਉਹ 35 ਮੇਰੇ ਵੱਲ ਹੋ ਗਏ ਤੇ ਉਹ ਬਦੀਦੁਨ ਸ਼ਦੀਦੁਨ ਹੋਇਆ ਪਿਆ। ਕਿਉਂਕਿ ਯਾਰ ਇਹ ਬੜਾ ਕੰਮ ਹੁੰਦਾ ਸੀ ਕਿ ਉਹਨੂੰ ਕੋਈ ਕੰਮ ਹੀ ਨਹੀਂ, ਉਹਨੂੰ ਹਾਜਤ ਹੀ ਨਹੀਂ, ਉਹ ਨਾਲ ਜਾ ਕੇ ਵੀ ਬਾਹਰ ਖਲੋਤਾ, ਆਵਾਜ਼ਾਂ ਵੀ ਸੁਣੀ ਜਾ ਰਿਹਾ ਵੰਨ ਸਵੰਨੀਆਂ, ਠੀਕ ਹੈ ਨਾ ਸਾਰਾ ਕੁਝ। ਤੇ ਉਹ ਨਿਜ਼ਾਮ ਉਸਤਾਦ ਜੀ ਦਾ ਇੱਕ ਦਿਨ ਪੇਟ ਖਰਾਬ ਹੋ ਗਿਆ, ਇਹਨਾਂ ਦਾ ਫਿਰ 2600 ਰੁਪਇਆ ਇਹਨਾਂ ਨਾਲ ਬਣ ਗਿਆ। ਛੋਟੇ ਭਾਈ ਦਾ ਜਾ ਕੇ ਇੰਨੀ ਵਧੀਆ ਉਹ ਭਾਈ ਉਹ ਅੱਛਾ ਹੁਣ ਉਹ ਬਾਹਰ ਖਲੋਤਾ ਤੇ ਇੱਕ ਹੋਰ ਵਿੱਚ ਕੰਮ ਹੋ ਰਿਹਾ ਕਿ ਹੁਣ ਸ਼ੱਕ ਪਿਆ ਕਿਤੇ ਚਲਾ ਤੇ ਨਹੀਂ ਗਿਆ ਸਮਾਨ, ਇੱਥੇ ਹੀ ਆ ਤਸੱਲੀ ਕਰ ਰਹੇ ਵਿੱਚ ਤਸੱਲੀ ਵੀ ਕਰ ਰਿਹਾ 3 ਕਵਾਲਾਂ ਦੇ ਕੇ ਸਮਾਨ ਹੈ। ਤੇ ਉਹਨੂੰ ਹੁਣ ਅੱਛਾ ਉਹਨੂੰ ਹੁਣ ਇਹ ਹੁੰਦਾ ਸੀ ਬਾਹਰ, ਉਹ ਵੀ ਬਰੀਕ ਆਦਮੀ ਸੀ ਭਰਾ ਵੀ, ਉਹਨਾਂ ਨੂੰ ਇਹ ਹੁੰਦਾ ਸੀ ਕਿ ਯਾਰ ਅਸੀਂ ਸਾਇਲੈਂਟ ਖਲੋਤੇ ਰਹਿਣੇ, ਡਰ ਜਾਣਾ। ਉਹ ਕਦੀ ਕੋਈ ਨਾ ਕੋਈ ਐਵੇਂ ਗਾਣਾ ਹੂੰ ਕਦੀ ਐਵੇਂ ਕਿਸੇ ਚੀਜ਼ ਨੂੰ ਠੁੱਡ, ਯਾਨੀ ਉਹਨਾਂ ਨੇ ਮੈਨੂੰ ਨਾ ਯਕੀਨ ਦਵਾਈ ਰੱਖਣਾ ਕਿ ਅਸੀਂ ਹੈ ਸਰਵਿਸ ਪੂਰੀ, ਯਾਨੀ ਕਿ ਪੂਰਾ ਜ਼ਿੰਮੇਦਾਰੀ ਦੇ ਨਾਲ 5 ਰੁਪਏ ਹਲਾਲ ਕਰਦੇ ਸੀ ਉਹ ਭਾਈ, ਉਹ ਹਰਾਮ ਨਹੀਂ ਸੀ ਕਰਦੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਕਈ ਵਾਰੀ ਉਹਨਾਂ ਨੇ ਨੱਸ ਵੀ ਜਾਣਾ। ਹਾਂ ਤੇ ਗੇੜੇ ਬਾਅਦ ਅਸੀਂ ਇਦਾਂ ਦੱਸਾਂ ਕਿ ਅਸੀਂ ਆਪ ਕਿਸੇ ਨੇ ਜਾਣਾ ਨਾ ਆ ਗਿਆ ਤੇ ਉਹਨੇ ਕਹਿਣਾ ਮੇਰੇ ਨਾਲ ਆਈ, ਤੇ ਉੱਤੇ ਉਹਨੂੰ ਅੰਦਰ ਵੜ ਕੇ ਆਪ ਗੈਪ ਨਹੀਂ ਹੋਣਾ, ਗੈਪ ਉੱਥੇ ਕਿਤੇ ਲੁਕ ਜਾਣਾ ਉਹਨੂੰ ਗੇੜਾ ਦੇਣ ਲਈ। ਉਹਨੇ ਬਾਹਰ ਆਉਣਾ ਦੇਖਣਾ ਤੇ ਉਹਨੇ ਕਹਿਣਾ ਸਜਾਦ ਮੈਂ ਤੈਨੂੰ ਕਿਹਾ ਵੀ ਸੀ, ਤੇ ਮੈਨੇ ਕਹਿਣਾ ਬਹੁਤ, ਉਹਨੇ ਕਹਿਣਾ ਲੱਖ ਲਾਣ। ਇਹ ਵੀ ਟਾਈਮ ਦਾ ਲਾਭ ਹੁੰਦਾ ਸੀ ਬਚਪਨ 'ਚ। ਇਹਨਾਂ ਨੇ ਘਰ ਬਣਾਇਆ ਉਸਤਾਦ ਜੀ, ਵਾਸ਼ਰੂਮ ਬਣਾਇਆ ਨਹੀਂ। ਮੈਂ ਕਿਹਾ ਉਹ ਕਿਉਂ ਕਹਿੰਦਾ ਲਾਰੀ ਅੱਡੇ ਜਾਈਦਾ। ਅੱਛਾ ਇਹ ਹੁੰਦਾ ਸਿਸਟਮ। ਤੇ ਉਹ ਨਾ ਉਹ ਫਿਰ ਸਾਡੇ ਸਾਹਮਣੇ ਜਿਹੜਾ ਘਰ ਸੀ ਨਾ ਉਹਨਾਂ ਦੇ ਬਿਲਕੁਲ ਦਰਵਾਜ਼ੇ ਦੇ ਨਾਲ ਸੀ। ਉਹ ਕਈ ਵਾਰੀ ਇਦਾਂ ਹੋਣਾ ਕਿ ਮੈਂ ਅੰਦਰ ਬੈਠਾ ਨਾ ਤੇ ਉਹਨੇ ਕਿਸੇ ਨੇ ਆਉਣਾ, ਉਹਨੇ ਕਹਿਣਾ ਕੌਣ ਆ, ਉਹਨੇ ਕਹਿਣਾ ਤਾਰਕ ਲੱਗਦਾ ਮੈਨੂੰ, ਆ ਜਾ ਬਾਹਰ, ਤੇ ਉਹਨੇ ਵਾਪਸ ਚੱਲ ਜਾਣਾ। ਇਹਨੂੰ ਨਹੀਂ ਸਮਝਣਾ ਆਪਣਾ ਹੀ ਹੋਣਾ ਕੋਈ। ਤੇ ਉਹਨੇ ਜਦੋਂ ਮੈਂ ਦੇਖਣਾ ਬਾਹਰ ਚਲਾ ਗਿਆ ਤੇ ਉਹਨੇ, ਤੇ ਇੱਕ ਵਾਰੀ ਇਦਾਂ ਹੋਇਆ ਕਿ ਉਹ ਕਰੈਕਟਰ ਬਾਹਰੋਂ ਜਾ ਹੀ ਨਹੀਂ ਰਿਹਾ, ਉਹਨੂੰ ਕਿਤੇ ਜ਼ਿਆਦਾ ਜ਼ੋਰ ਨਾਲ ਕੰਮ ਆ ਗਿਆ ਤੇ ਉੱਤੇ ਹੀ ਖਲੋਤਾ, ਆ ਬਾਹਰ ਆ ਕੌਣ ਆ, ਓਏ ਕੌਣ ਆ। ਮੈਂ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ, ਠੀਕ, ਮੇਰਾ ਉਤਲਾ ਸਾਹ ਉੱਤੇ, ਮੈਂ ਸਮਝ ਗਿਆ, ਥੱਲੜਾ ਸਾਹ ਥੱਲੇ। ਤੇ ਮੈਂ ਹੁਣ ਕੀ ਢੇਠਾ ਹੋ ਕੇ ਜਿਵੇਂ ਬਿੱਲੀ ਚ ਵੇਲੇ ਕਾਟ ਨੇ ਬਿੱਲੀ ਫਾਜ਼ਿਲ ਕਰੀ ਇਹ ਟਾਈਮ ਮੈਂ ਇੰਜ ਜੂ ਕੀਤਾ ਤੇ ਉਹਨੇ ਦੇਖਿਆ ਸਜਾਦ, ਤੇ ਮੈਂ ਨਿਕਲ ਕੇ ਤੇ ਮੈਂ ਇਹ ਦੌੜਿਆ ਤੇ ਉਹਨੇ ਦੇਖਿਆ ਇਹ ਕਿੱਧਰ। ਤੇ ਖੈਰ ਉਹ ਸ਼ਿਕਾਇਤ ਉਹਨੇ ਕੀ ਲਾਉਣੀ ਸੀ ਵੀ ਸਾਹਮਣੇ ਮਤਲਬ ਫੈਮਿਲੀ ਟਾਈਮ ਮਾਹੌਲ, ਉਹ ਮੈਂ ਫੜਿਆ ਗਿਆ ਇੱਕ ਵਾਰੀ, ਯਾਨੀ ਉਹਨਾਂ ਤੇ ਮੈਂ ਸਿਰ ਕਰਾ ਲਿਆ ਆਪਣੇ ਆਪ ਨੂੰ। ਹੁਣ ਇਹਦੇ ਨਾਲ ਇਹ ਹੋਇਆ ਕਿ ਜਦੋਂ ਉਹ ਆਉਂਦਾ ਸੀ ਨਾ ਤੇ ਬੰਦ ਹੁੰਦਾ ਸੀ ਤੇ ਫੱਟ ਰੇਂਜ ਆਉਂਦਾ ਸੀ, ਸਜਾਦ ਤੇ ਨਹੀਂ ਕਿਤੇ, ਤੇ ਮੈਂ ਹੁੰਦਾ ਹੀ ਨਹੀਂ ਸੀ। ਸਮਝ ਆ ਰਹੀ ਗੱਲ, ਟੈਕਨੀਕਲ ਗੱਲ। ਤਾਂ ਜੇ ਇਹਦਾ ਭਰਾ ਵੀ ਡਰਦਾ ਸੀ, ਉਹ ਇਹਨੂੰ ਕਹਿੰਦੇ 15 ਰੁਪਏ ਲੈਣੇ ਆ, ਇਹਨੇ ਕਿਹਾ ਨਹੀਂ 5 ਵੱਧ ਲੈ, ਧੋਣੇ ਵੀ। ਮੈਨੂੰ ਧੋਇਆ ਵੀ ਕਰ ਹੋ ਗਿਆ। ਅੱਛਾ ਉਸਤਾਦ ਜਿਹੜੇ ਬੰਦੇ ਡਰਦੇ ਹੁੰਦੇ ਨਾ, ਲਾਈਕ ਉੱਪਰੋਂ ਡਰ ਰਹੇ ਨੇ, 10 ਕੁ ਪੌੜੀਆਂ ਚੜੇ ਨੇ ਤੇ ਚੜੇ ਰਾਮ ਨੇ ਆਪਣੇ ਨੂੰ ਤਸੱਲੀ ਦੇ ਕੇ ਐਵੇਂ ਵੀ ਕੁਛ ਨਹੀਂ। ਹਰ ਬੰਦੇ ਨਾਲ ਇਦਾਂ ਹੁੰਦੀ ਹੈ, ਜਦੋਂ ਕੱਲੇ ਵਾਪਸ ਉਤਰ ਦਿੰਦੇ ਨਾ 101% ਉਹਨਾਂ ਨੂੰ ਹੁੰਦਾ ਪਿੱਛੇ ਕੋਈ ਹੈਗਾ। ਸਪੀਡ ਫਿਰ ਵੱਧ ਜਾਂਦੀ ਯਾਰ ਸਪੀਡ ਨਾਲ ਉਤਰਦੇ ਨੇ ਥੱਲੇ ਤੇ ਥੱਲੇ ਆ ਕੇ ਤੇ ਉਹਨਾਂ ਨੂੰ 100% ਇਹ ਹੁੰਦਾ ਵਾ ਕਿ ਪਿੱਛੇ ਕੋ ਹੈ ਸੀ, ਅਸੀਂ ਆਪਣੀ ਚਲਾਕੀ ਨਾਲ ਬਚੇ ਆ। ਅੱਛਾ ਇਹ ਲੌਜੀਕ ਹੈ ਤਾਂ ਜੀ। ਮੇਰਾ ਇੱਕ ਵਾਰੀ ਗਿੱਟਾ ਠੁੱਕ ਗਿਆ ਸੀ, ਪੌੜੀਆਂ ਲੱਥਦੇ ਆ ਨਾ, ਤੇ ਮੈਂ ਬੜਾ ਆ ਰਿਹਾ ਵਾਂ ਤੇ ਪਿੱਛੇ ਮੈਨੂੰ ਲੱਗਿਆ ਕੋਈ ਹੈ, ਹਾਂ, ਔਰ ਜੈਨੂਇਨ ਕੋਈ, ਜਿਵੇਂ ਮੈਨੂੰ ਹੈ ਸੀ ਕਿ ਹੈਗਾ ਵਾ। ਉਸਤਾਦ ਜੀ ਥੋੜੀ ਦੇਰ ਬਾਅਦ ਜਦੋਂ ਮੈਂ ਨਾ ਅੱਗੋਂ ਕਰਕੇ ਹਨੇਰਾ ਆਇਆ ਨਾ ਤੇ ਯਕਦਮ ਬਿੱਲੀਆਂ ਦੀ ਨਹੀਂ ਲੜਦੀ, ਜਦੋਂ ਬਾਅਦ ਮੈਂ ਛਾਲ ਮਾਰ ਉਹਦਾ ਗਿੱਟਾ ਠੁੱਕ ਗਿਆ। ਸਾਰੀ ਜਿਹੜਾ ਐਂਜ਼ਾਇਟੀ ਡਿਪਰੈਸ਼ਨ ਹੈ ਨਾ। ਅੱਛਾ ਤੂੰ ਐਂਜ਼ਾਇਟੀ ਡਿਪਰੈਸ਼ਨ, ਗਰੀਬ ਆਦਮੀ ਤੂੰ ਪੌੜਿਆਂ ਦੀ ਗੱਲ ਕਰ, ਤੇਰੇ ਫਿੰਸੀ ਨਿਕਲ ਆਈ ਵੱਧ ਤੋਂ ਵੱਧ, ਇੱਥੋਂ ਕਰਕੇ ਤੇਰੇ ਲਸੌਲੀ ਫੁੱਲ ਗਈ। ਆ ਵੇ ਫਰੀਦ ਕਰਕੇ ਕਹੇ ਮੇਰੇ ਛਾਲਾ ਨਿਕਲੇ। ਇਹ ਵੱਡਿਆਂ ਅਮੀਰਾਂ ਲੋਕਾਂ ਦੀ ਹੁੰਦੀਆਂ ਬਿਮਾਰੀਆਂ। ਤੂੰ ਅਮੀਰ ਵੀ ਹੋ ਜਾਣਾ, ਤੂੰ कहना यार ये राइट कान वगने से नहीं है, ਲੈ ਵਗਣੇ ਸੀ। कैलाश बाबू बात सुन लो। ਅੱਛਾ ਇਹ ਜੋ ਬੰਦੇ ਜ਼ਿਆਦਾ ਤੋਂ ਜ਼ਿਆਦਾ ਨਾ ਜ਼ੁਬਾਨ ਤੇ ਕਥਾ ਲਾ ਕੇ ਫਿਰ ਰਹਿੰਦੇ ਆ, ਹਾਂ ਕੀ ਆ ਬਸ ਇਹਨਾਂ ਦੀ ਆਹ ਦਵਾਈ ਆ ਤੇ ਆ ਇਹਨਾਂ ਦਾ ਸਾਰਾ ਕੁਝ। ਹੱਥ ਸੜ ਗਿਆ ਪੇਸਟ ਲਾ ਲਈ,
ਛਾਲਾ ਬਣ ਗਿਆ ਤੇ ਕੱਥਾ ਲਾ ਲਿਆ। ਹਾਂ ਇਹਨਾਂ ਦੇ ਉਹ ਕਰਿਆਨੇ ਵਾਲਾ ਵੀ ਇਹਨਾਂ ਦਾ ਡਾਕਟਰ, ਪਾਨਾ ਵਾਲਾ ਵੀ ਇਹਨਾਂ ਦਾ ਡਾਕਟਰ। ਐਂਜ਼ਾਇਟੀ ਡਿਪਰੈਸ਼ਨ ਮੈਂ ਰਿਹਾ ਵਿੱਚ, ਹਾਂਜੀ ਹਾਂਜੀ ਸਹੀ ਗੱਲ। ਮੈਂ ਕਹਿੰਦਾ ਮੈਡੀਸਨ ਖਾਧੀ ਆ। ਅੱਛਾ ਇਹਦੇ ਹਿਸਾਬ ਨਾਲ ਕੋਈ ਫਾਲਜ ਟਾਈਪ ਦੀ ਬਿਮਾਰੀ ਹੈ ਸਾਡੀ, ਉਹ ਨਹੀਂ ਹੈਗੀ। ਫਾਲਜ ਨੂੰ ਤੁਹਾਡੇ ਇਲਾਕੇ 'ਚ ਕੜੁੱਲ ਕਹਿੰਦੇ ਆ। ਕੜੁੱਲ ਪੈ ਗਿਆ। ਕੜੱਲ ਭਾਵੇਂ ਕਹਿੰਦਾ ਮੁੰਡੇ ਨੂੰ 15 ਦਿਨ ਹੋਏ ਕੜੱਲ ਪਈ ਆ, ਆਪੇ ਠੀਕ ਹੋ ਜਾਊਗੀ। ਉਹ ਕਿਤੇ ਟੋਏ 'ਚੋਂ ਪੈਰ ਤਿਲਕਦਾ ਜ਼ਮੀਨ ਤੇ ਵੱਜਦੇ ਤਾਂ ਠੀਕ ਹੋ ਜਾਂਦਾ ਸਾਰਾ ਕੁਝ। ਜਿਹੜਾ ਬੰਦਾ ਨਿਹਾਰ ਨਹੀਂ ਖਾਂਦਾ ਨਾ ਇਸਬਗੋਲ ਦਾ ਛਿਲਕਾ ਪਾ ਕੇ, ਉਹਦੀ ਐਂਜ਼ਾਇਟੀ ਡਿਪਰੈਸ਼ਨ 15 ਦਿਨਾਂ 'ਚ ਓਕੇ ਸੁਣਨਾ। ਅੱਛਾ ਫਰੀਦ ਨੂੰ ਹੋਈ ਸੀ, ਮੈਂ ਤੁਹਾਨੂੰ ਜੈਨਵਨ ਦੱਸਾਂ ਉਹਦੇ ਦਫ਼ਤਰ ਤੇ ਫਰੀਦ ਐਟਮਾ ਕੀ ਕਰ ਰਿਹਾ ਸੀ ਭਾਈ, ਅਦਰ ਸੁਣਨਾ ਗੱਲ। ਫਰੀਦ ਨੂੰ ਐਂਜ਼ਾਇਟੀ ਜੈਨਵਨ ਹੋਈ ਸੀ ਤੇ 2-4 ਇਹਨੂੰ ਫਿਰ ਮੈਂ ਡਾਕਟਰ ਕੋਲ ਲੈ ਗਿਆ। ਮੈਂ ਕਿਹਾ ਇਹ ਤੇ ਕੰਮ ਖਰਾਬ ਹੁੰਦਾ ਜਾ ਰਿਹਾ। ਅੱਛਾ ਹੁਣ ਫਰੀਦ ਦੀ ਇੱਕ ਮੈਂ ਤੁਹਾਨੂੰ ਵਾਕਿਆ ਸੁਣਾਉਣਾ ਕਿ ਅੰਦਰ ਮੇਰੇ ਕੋਲ ਕੋਈ ਬੰਦਾ ਬੈਠਾ ਤੇ ਫਰੀਦ ਬਾਹਰ ਉੱਚੀ ਆਵਾਜ਼ 'ਚ ਗਾਣਾ ਗਾ ਰਿਹਾ ਲਾਊਡ, ਤੇ ਫਰੀਦ ਨੂੰ ਕੋਈ ਪਤਾ ਨਹੀਂ। ਤੇ ਮੈਂ ਕਿਹਾ ਲਓ ਜੀ ਭਾਈ ਤੁਸੀਂ ਫਰੀਦ ਨੂੰ ਆਵਾਜ਼ ਮਾਰਨੀ ਹੈ ਤੇ ਤੁਸੀਂ ਉਹਨੂੰ ਪੁੱਛਣਾ ਇਹ ਕੀ ਕਰ ਰਿਹਾ ਸੀ। ਤੇ ਉਹਨੇ ਕਿਹਾ ਠੀਕ ਹੈ। ਤੇ ਮੈਂ ਕਿਹਾ ਤੁਹਾਨੂੰ ਅੱਗੋਂ ਸਮਝ ਆ ਜਾਏਗੀ ਕਿ ਕਿਸ ਇਸ ਟਾਈਮ ਟਰਾਂਸ 'ਚ। ਫਰੀਦ ਗਾਣਾ ਗਾਈ ਜਾ ਰਿਹਾ, ਪਤਾ ਨਹੀਂ ਕਿਹੜੇ ਦੌੜੇ ਕਹੀ ਜਾ ਰਿਹਾ। ਤੇ ਉਹਨੇ ਕਿਹਾ ਫਰੀਦ ਗੱਲ ਸੁਣ। ਤੇ ਫਰੀਦ ਇੱਕਦਮ ਇੰਜ ਕਰਕੇ ਅੰਦਰ ਆਇਆ ਤੇ ਆ ਕਹਿੰਦਾ ਹਾਂਜੀ। ਉਹਨੇ ਕਿਹਾ ਕੀ ਕਰ ਰਿਹਾ ਸੀ, ਕਿਦੋਂ? ਮੈਂ ਕਿਹਾ ਬਾਹਰ ਮੈਂ ਕੀ ਕਰ ਰਿਹਾ ਸੀ, ਕੁਛ ਨਹੀਂ। ਉਹਨੇ ਕਿਹਾ ਯਾਰ ਤੂੰ ਐਡੀ ਉੱਚੀ ਗਾਣੇ ਮੈਂ ਉਹਨੇ ਕਿਹਾ ਯਾਰ, ਤੇ ਉਹਨੇ ਮੇਰੇ ਵੱਲ ਦੇਖਿਆ, ਮਤਲਬ ਮੈਂ ਕਿਹਾ ਹਾਂ, ਕਹਿੰਦਾ ਓਕੇ ਭਾਈ। ਤੇ ਫਰੀਦ ਸਾਹਿਬ ਬਾਹਰ ਚਲੇ ਗਏ ਨੇ। ਤੇ ਮੈਂ ਕਿਹਾ ਨਹੀਂ ਵੀ ਲੈ। ਫਿਰ ਇਹਨੂੰ ਮੈਂ ਲੈ ਕੇ ਗਿਆ ਡਾਕਟਰ ਕੋਲ ਲਾਹੌਰ ਨੂੰ, ਸੁਖਲਾ ਸਾਹਿਬ ਕੋਲ। ਉੱਥੋਂ ਫਿਰ ਇਹਨੂੰ ਮੈਂ ਦੱਸਿਆ, ਮੈਂ ਕਿਹਾ ਜੀ ਇਹ ਹਰਕਤਾਂ ਕਰ ਰਿਹਾ, ਇੱਧਰ ਨੂੰ ਜਾ ਰਿਹਾ। ਫਿਰ ਇਹਨੇ ਮੈਡੀਸਨ ਕੁਛ ਦਿਨ ਖਾਧੀ, ਫੈਸਲਾ ਯਾਰ ਇਹ ਨਾਰਮਲ ਗੱਲ ਆ, ਠੀਕ ਹੈ ਨਾ, ਇਹਦੇ 'ਚ ਕੋਈ। ਹੁਣ ਤੁਸੀਂ ਨਾਜ਼ਰੀਨ ਇੱਕ ਚੀਜ਼ ਮੈਂ ਨਾਲ ਇੱਕ ਹੋਰ, ਮੇਰਾ ਦਿਮਾਗ ਜਿਹੜੇ ਨਾ ਮੈਂ ਬਾਂਦਰ ਆ, ਮੇਰੇ 4 ਦਿਮਾਗ ਆ। ਅੱਛਾ ਜੀ ਇਹ ਤੁਸੀਂ ਦੱਸਿਆ ਬਾਂਦਰ ਦਾ ਸੁਣਿਆ, ਕਹਿੰਦੇ ਬਾਂਦਰ ਦੇ 4 ਦਿਮਾਗ ਹੁੰਦੇ ਆ। ਹਾਂ ਮੇਰੇ ਤੇ ਸੱਚ 5 ਆ। ਮੈਂ 5 ਦਿਮਾਗ ਦੱਸੋ। ਮੇਰੇ 5 ਦਿਮਾਗ ਆ, ਠੀਕ ਹੈ। ਦਿਮਾਗ ਨਹੀਂ ਉਹਦੇ 4 ਹੁੰਦੇ, ਪਾਰਟੀਸ਼ਨਾਂ ਹੁੰਦੀਆਂ। ਇੱਕੋ ਦਿਮਾਗ ਦੀ ਤੁਸੀਂ 5 ਬੰਦਿਆਂ ਦਾ ਦਿਮਾਗ ਹੋ। ਹਾਂ, ਨਾਲ ਮੇਰੇ ਦਿਮਾਗ 'ਚ ਚੱਲ ਰਿਹਾ ਸੀ। ਮੈਂ ਆਪ ਬਜ਼ਾਤੇ ਖੁਦ ਕਾਮੇਡੀ ਦੀ ਹਰ ਜਿਹੜੀ ਟਰਮ ਨਾ ਉਹ ਮੈਂ ਦੇਖੀ ਹੈ। ਗੋਰਿਆਂ ਦੀ, ਅਰਬੀਆਂ ਦੀ, ਪੰਜਾਬੀਆਂ ਦੀ, ਉਰਦੂ ਦੀ, ਸਭ ਦੇਖੀ ਹੈ। ਮੈਂ ਇਹ ਟੌਪਿਕਸ ਕਿਤੇ ਨਹੀਂ ਸੁਣਿਆ ਅੱਜ ਤੱਕ। ਇਹ ਮੈਂ ਆਪਣੀ ਤਾਰੀਫ ਜਾਂ ਨਹੀਂ ਤਾਰੀਫ ਨਹੀਂ ਕਰ ਰਿਹਾ ਕਿ ਸ਼ਾਹੀ ਕਿਲੇ ਦੇ ਅੱਗੋਂ ਮੈਂ ਨੰਗਿਆਂ ਦਾ ਮੈਂ ਇੱਕ ਗੱਲ ਕੀਤੀ ਹੈ ਕਿ ਮੈਨੂੰ ਆਵਾਜ਼ਾਂ ਆਉਂਦੀਆਂ ਨੇ, ਤੇ ਉਹਨਾਂ ਨੇ 15 ਮਿੰਟ ਉਹ ਆਵਾਜ਼ਾਂ ਤੇ ਕੀ ਕੀਤਾ ਕਿ ਇਹਨੂੰ ਵੀ ਆਈਆਂ, ਇਹਨੂੰ। ਅੱਛਾ ਇਹ ਗੱਲ ਹੋ ਗਈ। ਉਸ ਤੋਂ ਬਾਅਦ ਹਨੇਰੇ 'ਚ, ਉਸ ਤੋਂ ਬਾਅਦ ਯਾਨੀ ਕਿੱਧਰ ਇਹ ਗੱਲ ਹੋ ਰਹੀ ਹੈ ਯਾਨੀ। ਔਰ ਦੂਸਰੀ ਗੱਲ ਸਰ, ਇਹ 570ਵਾਂ ਮੇਰਾ ਹਾਲ ਐਪੀਸੋਡ ਹੈ ਔਰ ਡੇਲੀ ਹੁੰਦਾ ਹੈ। ਔਰ ਮੈਂ ਸਦਕੇ ਜਾਵਾਂ ਉਸ ਜ਼ਾਤ ਤੇ, ਉਸ ਮਾਲਕ ਆਪਣੇ ਤੇ ਸਦਕੇ ਜਾਵਾਂ ਸਰ। 60 ਮਿੰਟ ਰੋਜ਼ ਔਰ ਗੱਲ ਪੁਰਾਣੀ ਨਹੀਂ ਹੋਣੀ, ਔਰ ਫਿੱਕੀ ਵੀ ਨਹੀਂ ਹੋਣੀ, ਔਰ ਕਾਮੇਡੀ ਲੋ ਵੀ ਨਹੀਂ ਹੋਣੀ। ਯਾਰ ਇਹ ਕੀ ਹੈ, ਇਹ ਕਰਮ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਅੱਜ ਹੁਣ ਜਿਹੜੀਆਂ ਗੱਲਾਂ ਜਿੰਨੀਆਂ ਹੋਈਆਂ ਨੇ, ਅੱਜ ਤੋਂ ਪਹਿਲੇ 500 ਕਿੰਨੇ ਹੋ ਗਏ ਨੇ, 560 68 70 ਐਪੀਸੋਡਾਂ ਦੇ ਵਿੱਚ ਇਹ ਟੌਪਿਕ ਨਹੀਂ ਹੋਇਆ। ਹਿਸਾਬ ਲਾਓ, 570 ਘੰਟੇ। ਵਾਹ 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 ਵਾਹ। ਔਰ ਇਹ ਟੌਪਿਕ ਫਸਟ ਟਾਈਮ ਅਸੀਂ ਗੱਲਾਂ ਕੀਤੀਆਂ ਨੇ। ਇੱਕ ਕਿਤਾਬ ਵਾਲਾ ਉਸਤਾਦ ਜੀ, ਆਵਾਜ਼ ਵਾਲਾ, ਸਾਰੇ ਨਵੇਂ ਟੌਪਿਕ। ਹਾਂ ਕਿਤਾਬ ਵਾਲੀ ਕਿ ਇਹਨੇ ਇੰਨਾ ਕਿਹਾ ਕਿ ਮੈਂ ਕਿਤਾਬ ਤੇ ਅੱਗੋਂ ਕੀ ਗੱਲ ਸ਼ੁਰੂ ਹੋਈ ਕਿ ਫਰੀਦ ਬਾਹਰ ਆਇਆ ਤੇ ਕਹਿੰਦਾ ਦੇਖੀ ਯਾਰ ਮੈਨੂੰ ਲੱਗਦਾ ਮੇਰੇ ਮੁਖਤਸਰ ਫਸ ਗਏ। ਦੱਸ ਯਾਰ ਲਓ ਜੀ 2 ਸਾਲ ਕਿਤਾਬ 'ਚ ਰਿਹਾ ਹੈ, ਇਹਨੇ ਝਾੜ ਕੇ ਲੇਕਿਨ ਕੱਢ ਰਿਹਾ ਬਾਹਰ। ਲੇਕਿਨ ਠੀਕ, ਮਤਲਬ ਇਹ ਗੱਲ ਦੇਖੋ ਯਾਰ ਕੈਸੀ ਗੱਲ ਆ। ਇਹ ਤੁਹਾਡਾ ਪਿਆਰ ਆ ਔਰ ਉਹਦੀ ਕਰਮ ਨਵਾਜ਼ੀ ਆ ਯਾਰ, ਠੀਕ ਹੈ ਨਾ। ਸਾਜੀ ਐਂਜ਼ਾਇਟੀ ਦਾ ਜਿਹੜਾ ਇਹ ਦੱਸ ਰਿਹਾ ਨਾ, ਇਹਨੂੰ ਪਤਾ ਨਹੀਂ ਹੈਗਾ ਕਸਮ ਤੇ। ਕਹਿੰਦਾ ਮੈਨੂੰ ਐਂਜ਼ਾਇਟੀ ਹੋ ਗਈ ਹੈ ਤੇ ਉਸਤਾਦ ਜੀ ਕੱਚ ਚੁੱਕ ਕੇ ਵਿਖਾਉਣਾ ਏਡਾ ਫੋੜਾ ਨਿਕਲ। ਮੈਂ ਕਿਹਾ ਕਿ ਕਹਿੰਦਾ ਐਂਜ਼ਾਇਟੀ। ਔਰ ਦੂਸਰੀ ਗੱਲ ਨਾਜ਼ਰੀਨ ਇੱਕ ਹੋਰ ਜਿਹੜੀ ਮੈਂ ਸਮਝਦਾ ਕਿ ਯਾਰ ਤੁਹਾਨੂੰ ਦੱਸਣੀ ਚਾਹੀਦੀ। ਮੈਂ ਦੁਬਈ ਨਾ ਸੋਚ ਰਿਹਾ ਸਾਂ ਕਿ ਯਾਰ ਦੁਬਈ ਜਦੋਂ ਮੈਂ ਜਾਣਾ ਨਾ ਤੇ ਉੱਥੇ ਕੋਈ ਐਸਾ ਫਲੈਟ, ਕੋਈ ਐਸਾ ਆਪਣਾ ਕੋਈ ਹੋਣਾ ਚਾਹੀਦਾ ਜਿੱਥੇ ਨਾ ਮੈਂ ਜਾਵਾਂ, ਈਜ਼ੀ ਰਵਾਂ। ਅਗਰ ਕਿਸੇ ਨੂੰ ਨਹੀਂ ਵੀ ਮੇਰਾ ਮਿਲਣ ਨੂੰ ਦਿਲ ਕਰ ਰਿਹਾ ਨਾ ਤੇ ਉੱਥੇ ਕਿਸੇ ਨੂੰ ਪਤਾ ਨਾ ਹੋਵੇ। ਉਹ ਮੈਂ ਇਸ ਚੱਕਰ ਸਾਂ ਕਿ ਮੈਨੂੰ ਕੋਈ ਮਿਲ ਜੇ ਕਿਤੇ, ਕੋਈ ਰੈਂਟ ਤੇ ਮਿਲ ਜੇ, ਇੰਸਟਾਲਮੈਂਟ ਤੇ ਮਿਲ ਜੇ, ਅੱਛੇ ਤਰੀਕੇ ਨਾਲ ਮਤਲਬ ਮਿਲ ਜੇ। ਉਹ ਸਰ ਮੈਂ ਜਦੋਂ ਇਹਦੀ ਪੁੱਛਣ ਲੱਗਾ ਸਾਰਾ ਹਿਸਾਬ ਕਿਤਾਬ, ਤੇ ਉਹ
ਮੈਨੂੰ ਕੋਈ ਬੰਦਾ ਕਵੇ ਜੀ ਇੱਥੇ ਬਹੁਤ ਕੁਝ ਹੁੰਦਾ, ਜੇ ਤੁਸੀਂ ਅਗਰ ਕਿਸੇ ਨੂੰ 10,000 ਦਿਰਹਮ ਵੀ ਦੇ ਦਿੱਤਾ ਨਾ ਐਡਵਾਂਸ, ਤੇ ਦਿਲ ਕਰੇ 7 ਸਾਲ ਬਾਅਦ ਉਹ ਜਗ੍ਹਾ ਤੁਹਾਨੂੰ ਦਿਖਾਉਣ, ਉਹ ਪਤਾ ਨਹੀਂ ਕਿੱਥੇ ਹੋਣੀ ਆ, ਉਹ 8 ਸਾਲ ਬਾਅਦ ਬਣਨੀ, ਇਹ ਉਹ ਕਾਫੀ ਮੈਨੂੰ ਦੱਸਿਆ। ਤੇ ਮੈਂ ਹੁਣ ਤੁਹਾਨੂੰ ਇਸ ਤੋਂ ਦੱਸਣ ਲੱਗਾ ਕਿ ਯਾਰ ਕੋਈ ਫਾਇਦਾ ਅਗਰ ਕਿਸੇ ਦਾ ਹੋ ਜੇ ਤੇ ਠੀਕ ਹੈ ਨਾ। ਉੱਥੇ ਜਨਾਬ ਮੈਨੂੰ ਜਿਹੜਾ ਇੱਕ ਫਾਈਨਲ ਲੱਭੀ ਨਾ ਇੱਕ ਕੰਪਨੀ, ਉਹ ਸੀ ਇੱਕ ਬ੍ਰਿਟਿਸ਼ ਗੋਰੇ ਦੀ। ਪਹਿਲੇ ਤਾਂ ਮੈਨੂੰ ਇਹ ਥੋੜੀ ਤਸੱਲੀ ਹੋਈ ਇਹ ਸੁਣ ਕੇ ਕਿ ਠੀਕ ਹੋਇਆ ਕਿ ਯਾਰ ਗੋਰੇ ਦੀ ਹੈ, ਠੀਕ ਹੈ ਨਾ। ਉਸ ਕੰਪਨੀ ਦਾ ਨਾਮ ਹੈਗਾ ਜੇ ਮਾਈ ਆਫ ਪਲਾਨ ਇਨਵੈਸਟਮੈਂਟ। ਯੈਸ, ਮਾਈ ਆਫ ਪਲਾਨ, ਆਈ ਸੀ ਮਾਈ ਆਫ ਪਲਾਨ ਇਨਵੈਸਟਮੈਂਟ, ਠੀਕ ਹੈ ਜੀ। ਕੋਈ ਕਿਸੇ ਮੇਰੇ ਵੀਰ ਨੇ ਦੁਬਈ ਦੇ ਵਿੱਚ ਪ੍ਰੋਪਰਟੀ ਲੈਣੀ ਹੋਵੇ, ਮਸ਼ਵਰਾ ਕਰਨਾ ਹੋਵੇ, ਰੈਂਟ ਆਪਣੀ ਇਨਵੈਸਟਮੈਂਟ ਕਰਨੀ ਹੋਵੇ, ਕਿਤੇ ਕੋਈ ਹਿਸਾਬ ਕਿਤਾਬ, ਤੇ ਮੈਨੂੰ ਇਹ ਲੱਗ ਰਿਹਾ ਮੇਰੇ ਵੱਲੋਂ ਯਾਨੀ ਕਿ ਯਾਰ ਉਹ ਨਾ ਮੈਨੂੰ, ਮੈਂ ਜਿੰਨਾ ਹਿਸਾਬ ਕਿਤਾਬ ਕੀਤਾ ਨਾ ਕਿ ਉਹ ਬੈਸਟ ਹੈਗੇ ਆ। ਮੈਂ ਆਪ ਉਹਨਾਂ ਦੇ ਨਾਲ ਕੋਸ਼ਿਸ਼ ਕਰ ਰਿਹਾ। ਔਰ ਤੁਹਾਨੂੰ ਪਤਾ ਹੈ ਕਿ ਮੈਂ ਨਾਂ ਨਹੀਂ ਲੈਣਾ, ਮੈਨੂੰ ਰੋਜ਼ ਬੰਦੇ ਕਹਿੰਦੇ ਨੇ ਇਹ ਗੱਲ ਕਹਿ ਦੇ, ਇਹ ਗੱਲ ਕਹਿ ਦੇ, ਇੰਨੇ ਪੈਸੇ ਲੈ ਲਾ, ਇੰਨੇ ਪੈਸੇ ਲੈ ਲਾ। ਮੈਂ ਨਹੀਂ ਕਰਦਾ। ਮੈਨੂੰ ਇੱਕ ਬੰਦਾ ਕਹਿੰਦਾ ਯਾਰ ਐਸੀ ਇੱਕ ਮਿਸਾਲ ਚੀਗਮ ਬਣਾਈ ਹੈ ਯਾਰ, ਇਹਦਾ ਨਾ ਤੂੰ ਕਹਿ ਦੇ ਲੱਖ ਰੁਪਈਆ ਲੈ ਲਾ। ਤੇ ਕਹਿਣਾ ਅਸੀਂ ਕਿੱਦਾਂ ਵਾ, ਇੰਜ ਅੱਧੇ ਮਿੰਟ 'ਚ ਕਹਿ ਜਾਣਾ ਕਿ ਯਾਰ ਉਹ ਚੀਗਮ ਖਾਧੀ ਹੋ ਯਾਰ, ਨਾਦਰੀਨ ਖਾ ਕੇ ਦੇਖਣਾ। ਤੇ ਤੁਸੀਂ ਇੰਨਾ ਮੇਰੇ ਨਾਲ ਪਿਆਰ ਕਰਦੇ ਹੋ, ਤੁਸੀਂ ਉਹਨੂੰ ਟਰਾਈ ਜ਼ਰੂਰ ਕਰਨਾ। ਅਗਰ ਉਸ ਚੀਗਮ ਦੇ ਨਾਲ ਕਿਸੇ ਨੂੰ ਨੁਕਸਾਨ ਹੋ ਗਿਆ, ਉਹਦਾ ਮਟੀਰੀਅਲ ਅੱਛਾ ਹੋਇਆ, ਮੇਰੇ ਕੋਲ ਪ੍ਰੂਫ ਹੀ ਕੋਈ ਨਹੀਂ, ਮੈਂ ਕਿਹੜਾ ਉਹਨਾਂ ਕੋਲ ਪਹਿਲੇ ਜਨਾਬ ਜੀ ਦੱਸ, ਮੈਂ ਕਹਿੰਦਾ ਨਹੀਂ ਭਾਈ ਕਿ ਅਗਰ ਇਹ ਮੇਰੀ ਗੱਲ ਮੰਨਦੇ ਆ ਨਾ ਤੇ ਮੈਂ ਇਹਨੂੰ ਜ਼ਾਇਆ ਨਹੀਂ ਕਰਨਾ। ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਯਾਰ ਮੈਨੂੰ ਨਹੀਂ ਸਮਝ ਆਉਂਦੀ ਆ ਵੱਡੇ ਵੱਡੇ ਮਤਲਬ 1.5 ਕਰੋੜ ਰੁਪਇਆ ਲੈ ਕੇ ਕਿਸੇ ਵੀ ਚੀਜ਼ ਦੀ ਇੰਜ ਮਤਲਬ ਰਾਤ ਦਿਨ ਚੱਲ ਰਹੀ ਹੈ, ਤੇ ਉਸ ਤੋਂ ਬਾਅਦ ਉਹਦੇ ਨਾਲ ਕੋਈ 19 ਕੀ ਹੋ ਜਾਏ, ਕੋਈ ਗੱਲਬਾਤ ਹੋ ਜਾਏ, ਤੇ ਉਹ ਕੌਣ ਜ਼ਿੰਮੇਦਾਰ? ਪੈਸੇ ਕਿਸ ਤਰ੍ਹਾਂ ਯਾਰ। ਤੇ ਮੈਨੂੰ ਪਤਾ ਕਿ ਯਾਰ ਮੈਂ ਜੋ ਆਪ ਕਰ ਰਿਹਾ ਨਾ, ਜੋ ਮੈਂ ਖਾ ਰਿਹਾ, ਜੋ ਮੈਂ ਪਹਿਨ ਰਿਹਾ, ਜੋ ਮੈਂ ਉਹਦਾ ਦੱਸ ਸਕਦਾ, ਔਰ ਉਹਦਾ ਮੈਂ ਐਕਸਪੀਰੀਅੰਸ ਵੀ ਆਪਣਾ ਸ਼ੇਅਰ ਕਰ ਸਕਦਾ ਕਿ ਜੀ ਇਹ ਜੇ ਇਹ ਮੈਂ ਤੁਹਾਨੂੰ ਇਸ ਤੋਂ ਕਹਿ ਰਿਹਾ ਕਿ ਕਿਉਂਕਿ ਮੇਰੇ ਬਹੁਤ ਵੀਰ ਦੁਬਈ ਨੇ, ਪਾਕਿਸਤਾਨ 'ਚ ਵੀ ਬਹੁਤ ਨੇ, ਕੋਈ ਇਨਵੈਸਟਮੈਂਟ ਕਰਨਾ ਚਾਹ ਰਿਹਾ ਕੋਈ, ਤੇ ਮਤਲਬ ਮੇਰੀ ਇਹਦੇ 'ਚ ਤਸੱਲੀ ਹੈ। ਤੁਸੀਂ ਵੀ ਆਪਣੀ ਤਸੱਲੀ ਕਰਕੇ ਸਾਰਾ ਕੁਝ ਕਰਨਾ ਹੋ। ਲੇਕਿਨ ਇਹ ਹੈ ਕਿ ਜਿਹੜੀ ਮੈਨੂੰ ਪਹਿਲੇ ਇੰਨੇ ਮਹੀਨੇ ਜਿਹੜੇ ਜਾਂ ਇੰਨੀਆਂ ਮਿਲਿਆ ਨਾ ਮਸਲਾ ਕਿ ਇੱਦਾਂ ਵੀ ਹੁੰਦਾ ਜੀ, ਇੱਦਾਂ ਵੀ ਹੁੰਦਾ ਜੀ, ਇੱਦਾਂ ਵੀ ਹੋ ਜਾਂਦਾ ਜੇ, ਇਹ ਵੀ ਕੁਛ ਦੁਬਈ ਦੇ ਵਿੱਚ ਪੈਸਾ ਤਾਂ ਤੁਹਾਡਾ ਨਹੀਂ ਮਾਰ ਸਕਦਾ ਕੋਈ, ਇਹ ਤੇ ਬਹੁਤ ਘੱਟ ਇਹਦਾ ਚੱਕਰ ਹੈਗਾ। ਲੇਕਿਨ ਫਿਰ ਵੀ ਐਵੇਂ ਜ਼ਲਾਲਤ ਹੋਵੇ, ਤੁਸੀਂ ਜਾਓ ਕਿਤੇ, ਤੇ ਇਹ ਮੈਂ ਤੁਹਾਨੂੰ ਇੱਕ ਮੇਰੇ ਕੋਲ ਮਾਨਤ ਸੀ, ਮੈਂ ਕਿਹਾ ਯਾਰ ਮੈਂ ਤੁਹਾਨੂੰ ਦੱਸ ਦਿਆਂ, ਠੀਕ ਹੈ ਨਾ। ਮਾਈ ਆਫ ਪਲਾਨ ਇਨਵੈਸਟਮੈਂਟ, ਠੀਕ ਹੈ ਜੀ। ਇਹਦੀ ਅਗਰ ਡਿਟੇਲ ਜਾਂ ਕੋਈ ਇਹਦੀ ਮੈਨੂੰ ਵੈਬਸਾਈਟ ਲੱਭੀ, ਉਹ ਮੈਂ ਤੁਹਾਨੂੰ ਥੱਲੇ ਦੇ ਦਿਆਂਗੇ। ਔਰ ਤੁਸੀਂ ਟਰਾਈ ਕਰਨਾ, ਇਹਨਾਂ ਨਾਲ ਗੱਲਬਾਤ ਕਰਨਾ। ਜ਼ਰੂਰੀ ਨਹੀਂ ਕਿ ਤੁਸੀਂ ਜਾ ਕੇ ਪੈਸੇ ਹੀ ਦੇਣ ਜਾਣੇ ਆ, ਤੁਸੀਂ ਉਹਨਾਂ ਦਾ ਆਫਿਸ ਜਿਹੜਾ ਉੱਥੇ ਜਾਓ, ਮੈਂ ਵੀ ਗਿਆ ਵਾਂ, ਤੁਸੀਂ ਉੱਥੇ ਜਾਓ, ਜਾ ਕੇ ਉੱਥੇ ਮਿਲੋ, ਉਹਨਾਂ ਨਾਲ ਗੱਲਬਾਤ ਕਰੋ, ਤੁਹਾਨੂੰ ਉਹ ਸੈਟੀਸਫਾਈ ਕਰ ਸਕਣ ਤੇ ਤੁਸੀਂ ਆਪਣਾ ਕੰਮ ਕਰੋ, ਨਹੀਂ ਤੇ ਤੁਸੀਂ ਰਹਿਣ ਦਿਓ, ਠੀਕ ਹੈ ਨਾ। ਲੇਕਿਨ ਇੱਕ ਵਾਰੀ ਅਗਰ ਕੋਈ ਵੀ ਬੰਦਾ ਇਸ ਇੰਟਰਸਟ ਰੱਖਦਾ ਤੇ ਇੱਕ ਵਾਰੀ ਜਾਵੇ ਜ਼ਰੂਰ ਮੇਰੇ ਕਹਿਣ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਬਹੁਤ ਮਜ਼ਾ ਆਇਆ। ਲਾਈਫ ਇੰਨੀ ਖੂਬਸੂਰਤ ਲੱਗਦੀ ਨਾ ਜਦੋਂ ਅਸੀਂ ਸ਼ੋਅ ਕਰਦੇ ਤੁਹਾਡੇ ਨਾਲ, ਯਕੀਨ ਕਰੋ ਦੁੱਖ ਦੂਰ ਹੋ ਜਾਂਦੇ। ਤੁਹਾਡੇ ਨਹੀਂ ਇਕੱਲੇ ਹੁੰਦੇ। ਤੁਸੀਂ ਕਹਿੰਦੇ ਨਾ ਸਾਡੇ ਹੋ ਜਾਂਦੇ ਨੇ, ਸਰ ਸਾਡੇ ਵੀ ਹੋ ਜਾਂਦੇ ਨੇ। ਜਿੱਦਣ ਸਾਡੇ ਨਾ ਹੋਏ ਉਦੋਂ ਤੁਹਾਡੇ ਵੀ ਨਹੀਂ ਹੋਣੇ। ਇਹ ਮੈਂ ਤੁਹਾਨੂੰ ਗੱਲ, ਇਹ ਇੱਕ ਟੈਕਨੀਕਲ ਗੱਲ ਆ। ਜਿੱਦਣ ਅਸੀਂ ਇਹ ਸੋਚ ਲੈਣਾ ਕਿ ਹੁਣ ਸਾਡਾ ਦਿਲ ਨਹੀਂ ਕਰਦਾ, ਅਸੀਂ ਹੁਣ ਪਹਿਲੀਏ ਪੈਸਿਆਂ ਦਾ ਕਰਕੇ, ਤੁਹਾਨੂੰ ਮਜ਼ਾ ਨਹੀਂ ਆਉਣਾ ਉਦੋਂ ਤੋਂ। ਉਹਦਾ ਸਬੂਤ ਇਹ ਹੈ, ਠੀਕ ਹੈ ਨਾ। ਆਪਣਾ ਖਿਆਲ ਰੱਖੋ। ਲਵ ਯੂ, ਥੈਂਕ ਯੂ। ਹੱਸਦੇ ਮੁਸਕਰਾਉਂਦੇ ਰਹੋ। ਸਰਦੀ ਬਹੁਤ ਜ਼ਿਆਦਾ ਪਾਕਿਸਤਾਨ 'ਚ, ਆਪਣੀ ਕੇਅਰ ਕਰੋ ਬੱਚਿਆਂ ਦਾ, ਵਾਲਦੈਨ ਖਾਸ ਤੌਰ 'ਤੇ ਜਿਹੜੇ ਜ਼ਈਫ ਨੇ ਉਹਨਾਂ ਨੂੰ ਜਰਸੀਆਂ, ਸਵੈਟਰ, ਹੀਟਰ, ਜੋ ਵੀ ਨਿਜ਼ਾਮ ਉਹਨਾਂ ਦਾ ਆਪਣੇ ਇਰਦ ਗਿਰਦ ਵਾਲਿਆਂ ਦਾ ਖਿਆਲ ਰੱਖੋ। ਤੇ ਰੱਬ ਰਾਖਾ, ਕੱਲ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।